ਕਰੀਮ ਸੱਲੱਲਾਹੁ अलैहि वसल्लम ने नदीम साहब अपनी उम्मत की तशबीह दी है यहूद नाल कि बिल्कुल यहूद नहीं ईसा इब्न मरियम मिर्जा साहब कहंदे बने वो पूछ लेकिन ना करो यार इस तरह विच ना आओ प्लीज एक बंदे ना हो रही हो ना कर लेन दियो ना ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਦੱਸੋ ਨਾ ਅਸੀਂ ਵੀ ਸੁਣਨਾ ਚਾਹੁੰਦੇ ਹਾਂ डॉक्टर साहब या ये कह दियो उस बंदे को नहीं पता ਤੁਹਾਨੂੰ ਜ਼ਿਆਦਾ ਪਤਾ ਤੁਸੀਂ ਕਰ ਲਓ ਫਿਰ ਤੁਹਾਡੇ ਨਾਲ ਕਰ ਲੈ ਨਹੀਂ ਅਸੀਂ ਹੈ ਨਹੀਂ ਕਹਿ ਰਿਹਾ ਵੀ ਕਿਹਨੂੰ ਜ਼ਿਆਦਾ ਪਤਾ ਫਿਰ ਇੱਕ ਬੰਦੇ ਨਾਲ ਹੋਣ ਦੀ ਕਰ ਲੈਣ ਦਿਓ ਨਾ ਉਹ ਵਿੱਚ ਗੱਲ ਕਿਆ ਛੱਡ ਕਿਉਂ ਦਿੱਤੀ ਜੇ ਤੁਸੀਂ ਦੱਸਣ ਲੱਗੇ ਸੀ ਕਿ ਮਿਰਜ਼ਾ ਸਾਹਿਬ ਈਸਾ ਇਬਨ ਮਰੀਮ ਕਹਿੰਦੇ ਬਣੇ ਉਹਦੇ ਤੇ ਇਤਬਾਰ ਕਰਨਾ ਗਿਆ ਉਸ ਬੰਦੇ ਦੇ ਇਤਬਾਰ ਕਰੋ ਗੱਲ ਕਰਨ ਡਿਆ ਠੀਕ ਹੈ ਨਾ ਅੱਛਾ ਨਦੀਮ ਸਾਹਿਬ ਗੱਲ ਇਹ ਹੈ ਕਿ ਨਬੀ ਕਰੀਮ ਸੱਲਮ ਨੇ ਆਪਣੀ ਉਮਤ ਦੀ ਜਿਹੜੀ ਤਸ਼ਬੀਹ ਦਿੱਤੀ ਉਹ ਯਹੂਦ ਦੇ ਨਾਲ ਦਿੱਤੀ ਹੈ ਕਿ ਬਿਲਕੁਲ ਇਸ ਤਰ੍ਹਾਂ ਮੁਸਾਫੇ ਹੋਣਗੇ ਜਿਸ ਤਰ੍ਹਾਂ ਇੱਕ ਜੁੱਤੀ ਦੇ ਨਾਲ ਦੂਸਰੀ ਜੁੱਤੀ ਹੈ ਠੀਕ ਹੈ ਔਰ ਉਹਨੂੰ ਬਚਾਉਣ ਵਾਸਤੇ हजरत मसीह ईसा इब्ने मरियम आए सॉरी और ये ਜਿਹੜੀ ਹਦੀਸ ਹੈ ਕੁਰਾਨ ਤੋਂ ਸਾਬਤ ਹੈ ਸਰ ਯਾ ਨਦੀਮ ਸਾਹਿਬ ਦੱਸੋ ਨਾ ਮੈਨੂੰ ਸਵਾਲ ਹੈ ਨਾ ਸਰ ਜ਼ਿਮਨੀ ਸਵਾਲ ਹੈ ਇਹ ਹਦੀਸ ਜਿਹੜੀ ਹੈ ਕੁਰਾਨ ਤੋਂ ਸਾਬਤ ਹੈ ਕਿੱਧਰ ਗਏ ਕਾਲ ਆ ਗਈ ਪਿੱਛੇ ਸਰ ਇੱਥੇ ਹੀ ਆ ਮਗਰ ਤੁਸੀਂ ਗੱਲ ਕਰਨ ਦਿਓਗੇ ਤੇ ਕਰਾਂਗਾ ਨਾ ਕਰੋ ਨਾ ਸਰ ਜੀ ਕਰੋ ਨਾ ਲੇਕਿਨ ਸਵਾਲ ਕਰਕੇ ਵਿੱਚ ਟੋਕਣਾ ਸ਼ੁਰੂ ਕਰ ਦਿੰਦੇ ਹੋ ਕੀ ਕਰੀਏ ਸਰ ਜੀ मतलब भाई ਵਿੱਚੋਂ ਜਿੱਥੋਂ ਝੂਠ ਮਾਰਦੇ ਹੋ ਤੁਹਾਨੂੰ ਨਾ ਰੋਕਣ ਜਿੱਥੇ ਝੂਠ ਮਾਰਦੇ ਹੋ ਉਹ ਪੁੱਛ ਰਹੇ ਨੇ ਹਦੀਸ ਕੁਰਾਨ ਤੋਂ ਸਾਬਤ ਹੈ ਇਸ ਤਰ੍ਹਾਂ ਨਾ ਕਰੋ ਪਲੀਜ਼ ਇਸ ਤਰ੍ਹਾਂ ਜ਼ਿਆਦਤੀ ਹੋ ਰਹੀ ਹੈ ਜਵਾਬ ਦਿਓ ਫਿਰ ਵਿੱਚੋਂ ਛੱਡ ਦਿਓ ਇੱਕ ਬੰਦੇ ਨਾਲ ਗੱਲ ਹੋ ਰਹੀ ਹੈ ਉਹਨੂੰ ਮੰਗ ਰਿਹਾ ਨਾ ਉਹਦਾ ਗੱਲ ਹੋ ਰਹੀ ਹੈ ਕਰਨ ਦਿਓ ਜਾਂ ਉਹਦੇ ਲੋਕ ਨਹੀਂ ਜਾਣਦੇ ਇਹਨਾਂ ਨੂੰ ਪੁੱਛਣਾ ਜੇ ਬਿਆ ਹਦੀਸ ਕੁਰਾਨ ਹਾਂਜੀ ਬਿਲਕੁਲ ਐਂਬੂਲੈਂਸ ਬਣ ਕੇ ਆ ਜਾਓ ਜਾਂ ਇਤਬਾਰ ਕਰ ਲਓ ਜਾਂ ਐਂਬੂਲੈਂਸ ਸਾਰੇ ਐਂਬੂਲੈਂਸ ਵਾਲੀ ਕਾੜੀ ਕੋਲੀ ਨਾ ਮੈਨੂੰ ਐਂਬੂਲੈਂਸ ਦੀ ਜ਼ਰੂਰਤ ਹੈ ਮਸਲਾ ਹੈ ਕਿ ਇਹ ਹਦੀਸ ਕੁਰਾਨ ਤੋਂ ਤੁਸੀਂ ਸਾਬਤ ਹੈਗੇ ਨੇ ਇਹ ਐਂਬੂਲੈਂਸ ਆ ਗਈ ਗੱਪਾਂ ਮਾਰੀ ਚੱਲਦੇ ਜਿੱਥੋਂ ਆਉਂਦੀਆਂ ਉੱਥੋਂ ਹੀ ਗੱਪਾਂ ਜਿੱਥੋਂ ਆਉਂਦੀਆਂ ਉੱਥੋਂ ਹੀ ਗੱਪਾਂ ਉਹਦੀ ਆਪਣੀ ਐਂਬੂਲੈਂਸ ਆ ਗਈ ਉਹ ਅਗਲੇ ਨੂੰ ਐਂਬੂਲੈਂਸ ਸੁਣਾਉਣ ਡਿਆ ਸੀ अस्सलाम वालेकुम वालेकुम सलाम जी वालेकुम सलाम हदीस कुरान तो साबित किस तरह होती है हाँ जी वो कह रहे थे ना ਅਸੀਂ ਜਿਹੜੀ ਹਦੀਸ ਦੱਸਦੇ ਸਾਂ ਉਹ ਕਹਿ ਰਹੇ ਸੀ ਜਿਹੜੀ ਹਦੀਸ ਕੁਰਾਨ ਤੋਂ ਸਾਬਤ ਹੋਏਗੀ ਉਹ ਮੰਨਣੀ ਪੈਗੀ ਉਹ ਮੰਨਣੀ ਪੈਂਦੀ ਵਰਨਾ ਨਹੀਂ ਉਹ ਕਹਿ ਰਹੇ ਸੀ ਉਹ ਕਹਿ ਰਿਹਾ ਸੀ ਹਾਂਜੀ ਅੱਛਾ ਉਹਨੇ ਆਪੋਂ ਸੋਲ ਦਿੱਤਾ ਹਾਂਜੀ ਤਾਂ ਪੁੱਛ ਰਿਹਾ ਸੀ ਠੀਕ ਹੈ ਮੈਂ ਕਿਹਾ ਇਹ ਕਿਹੜੀ ਗੱਲ ਪੇ ਕਰਦੇ ਹਦੀਸ ਕੁਰਾਨ ਤੋਂ ਸਾਬਤ ਕਰਨੀ ਨਹੀਂ ਉਹ ਕਹਿੰਦੇ ਸੀ ਉਹਨਾਂ ਕਿਹਾ ਜੀ ਕਿ ਕੁਰਾਨ ਹਦੀਸ ਵਿੱਚ हजूर पाक सल्लल्लाहु अलैहि वसल्लम ने फरमाया कि हज़रत ईसा अलैहि सलाम आएंगे और मेरे एक दोस्त से आए से उन्होंने नाल गल शुरू हुई सी इन्हां दी ते उन्होंने कहंदे जी एक हदीस साबित करो कुरान तो फिर वो चले गए तो फिर मेरे हाथ आ गया आपने जबरदस्त बात की नदीम साहब असल में कोशिश यही है कि चलो जो फारिग टाइम हो ना मेरी जाती बात में अपनी जाती बात कर रहा हूँ जी बिल्कुल किसी भी बंदे को हवाला मैं चाहता हूँ कि ऐसा मिले कि वो पक्का वाला हो पक्की बात करे कच्ची बात करके काम खराब ना हो बिल्कुल तो कोशिश यही करनी चाहिए कि अपने बंदों की साथ साथ ट्रेनिंग करना करता रहे ना हाँ जी ट्रेनिंग कर तारीफ करेगा इत्थे ते मेरे को बर्दाश्त नहीं कोई और बात नहीं वो मुस्लिम साहब को आमीन नजीर साहब ने तैयार किया वो ऐसा वक्त पाया था खुदा दी कसम ਇਹਨੂੰ ਬਰੇਲਵੀ ਨੂੰ ਪੁੱਛੋ ਵੀ ਇਹਨੇ ਕਿੰਨੇ ਬੰਦੇ ਤਿਆਰ ਕੀਤੇ ਨੇ ਅਸੀਂ ਤਾਂ ਅਲਹਮਦੁਲਿਲਾ ਹੌਲੀ ਹੌਲੀ ਫੌਜ ਤਿਆਰ ਕਰ ਲਈ ਹੈ ਅਸੀਂ ਹੁਣ ਮਰਨੇ ਦੀ ਤਿਆਰੀ ਪੇ ਕਰਨੇ ਆ ਵੀ ਪਿੱਛੋਂ ਇਹ ਫੌਜ ਇਨਸ਼ਾਅੱਲਾ ਮਰਜ਼ੀਆਂ ਨਾਲ ਲੜ ਲੈ ਦੇ ਟਰੂ ਮੁਸਲਮ ਕੱਲਾ ਹੀ ਬਤੇਰਾ ਹੈ ਉਹ ਬਹਿਰੀਨ ਨੂੰ ਮੈਂ ਟੱਕਦਾ ਰਹਿਣਾ ਉਹ ਕੁਹਾੜਾ ਲੈ ਕੇ ਪੈਂਦਾ ਹੁੰਦਾ ਇਹ ਸਾਰੇ ਹੀ ਬੇਈਮਾਨ ਤੇ ਝੂਠੇ ਤੇ ਦਜਾਲ ਨੇ ਉਹ ਐਡਾ ਲਾਂਤੀ ਸੀ ਉਹ ਵੱਡਾ ਮਖਦੂਦ ਮੈਂ ਉਹਨੂੰ ਨਾ ਪੋਲਾ ਹੱਥ ਰੱਖਿਆ ਕਰ ਨਹੀਂ ਹਰਾਮੀ ਨੇ ਸਾਰੇ ਜਿਹੜਾ ਕੰਮ ਸ਼ੁਰੂ ਕਰਾਂ ਮੈਂ ਵੀ ਲਿਆਣਾ ਸ਼ੁਰੂ ਕਰ ਦਿਆਂ ਬੰਦੇ ਜਿਹੜੇ ਮੈਂ ਤਿਆਰ ਕੀਤੇ ਨੇ ਹਾਂਜੀ ਬਿਲकुल ਟਿਕਟੌਕ ਤੇ ਲਿਆਓ ਨਾ ਬੜਾ ਮੁਕਾਬਲਾ ਜੀ ਅਮਰ ਅੱਗੇ ਕਿੱਥੇ ਕਰ ਰਹੇ ਨੇ ਹਾਂ ਇੱਕ ਮੇਰੇ ਚ ਮੈਂ ਨਹੀਂ ਹੈ ਮੈਂ ਤਿਆਰ ਕੀਤੇ ਨੇ ਮੈਂ ਤਿਆਰ ਮੇਰੇ ਚ ਨਹੀਂ ਹੈ ਭਾਬੀ ਦੇ ਵਿੱਚ ਹੀ ਹੈ ਮਸਲਾ ਇਹ ਪਤਾ ਗੱਲ ਕੀ ਹੈ ਇਹ ਮੈਂ ਇੱਕ ਬੰਦੇ ਨੂੰ ਆਖਿਆ ਸੀ ਨਾ ਕਿ आसमानों की तरफ फेंक दिया है मैंने चंद मिट्टी के चिरागों को सितारा करके मैं वो दरिया हूं मैं वो दरिया हूं कि हर बूंद भंवर है जिसकी तुमने अच्छा ही किया बरेलविया मुझसे किनारा करके वाह वाह क्या बात जबरदस्त शेर जी जबरदस्त बहुत अलग नहीं है डॉक्टर राहत इंदौरी दा शेर है
कि आसमानों की तरफ फेंक दिया है मैंने चंद मिट्टी के चिरागों को सितारा करके। मैं वो दरिया हूं कि हर बूंद भंवर है जिसकी, तुमने अच्छा ही किया मुझसे किनारा कर। ਤੁਹਾਡੇ ਵਾਲਾ 17 ਕਹਾਣਾ ਦਾ ਮਰਬੀ ਬਣਿਆ ਵਾ, ਤੁਸੀਂ ਕਹਿੰਦੇ ਸਮਾਨ ਇਹ ਵੀ ਸਾਡੇ ਜਿਹੜੇ ਨੇ ਨਾ, ਜਿਹੜੇ ਅਸੀਂ ਮਰਬੀ ਤਿਆਰ ਕੀਤੇ ਨੇ, ਇਹਨਾਂ ਨੇ ਵੀ ਫਾਹ ਪਾਇਆ। ਸਵੇਰੇ ਉਹ ਮਿਸਟਰ ਐਕਸ ਆਇਆ ਤੇ ਉਹ ਪਿਆ ਕੇ ਇਹ ਨਹੀਂ ਸਮਝ ਆਉਂਦੀ ਕਿ ਉਹ ਸ਼ਹਿਨਸ਼ਾਹ ਸਾਹਿਬ ਜਿਹੜੇ ਨੇ ਉਹ ਸੈਣੀ ਸਾਹਿਬ ਦੀ ਬਰਾੜ ਤੇ ਜਾ ਕੇ ਆਂਦੇ ਨੇ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਅਵਾ ਹੀ ਕੋਈ ਨਹੀਂ ਹੈ। ਦੂਜੀ ਬਰਾੜ ਤੇ ਉਹ ਕਹਿੰਦੇ ਸਨ ਕਿ ਮਿਰਜ਼ਾ ਸਾਹਿਬ ਜਰਾਏ ਨਬੂਵਤ ਪੇ ਸਾਬਤ ਕਰਦੇ ਨੇ। ਉਹਨਾਂ ਦੀ ਸਮਝ ਨਹੀਂ ਆਉਂਦੀ। ਦੋ ਕੰਮ ਕੀਤੇ ਨੇ। ਮੈਂ ਕਿਹਾ ਮਲਕ ਸਾਹਿਬ ਦਾ ਇਹ ਦਾਅਵਾ ਹੈ ਕਿ ਮੈਂ ਰੂਹਾਨੀ ਖਜ਼ਾਨੇ ਤੋਂ ਮੁਨਾਜ਼ਰਾ ਕਰਨਾ ਚਾਹਨਾ, ਤੇ ਦੋ ਪਾਸੇ ਨੇ, ਇੱਕ ਜਰਾਏ ਨਬੂਵਤ, ਇੱਕ ਖਤਮੇ ਨਬੂਵਤ। ਤੁਸੀਂ ਖਤਮੇ ਨਬੂਵਤ ਤੋਂ ਲੋ ਜਾਓ ਤੇ ਮੈਂ ਜਰਾਏ ਨਬੂਵਤ ਸਾਬਤ ਕਰ ਦੇਂਗਾ, ਤੁਸੀਂ ਜਰਾਏ ਨਬੂਵਤ ਵਾਲੇ ਪਾਸੇ ਖਲੋ ਜਾਓ ਤੇ ਮੈਂ ਖਤਮੇ ਨਬੂਵਤ ਸਾਬਤ ਕਰਾਂਗਾ। ਦੋ ਕੰਮ ਜਿਹੜਾ ਮਰਜ਼ੀ ਕਰ ਲਓ। ਇਹ ਮੈਂ ਕਿਹਾ ਮਲਕ ਸਾਹਿਬ ਦਾ ਦਾਅਵਾ, ਬਿਲਕੁਲ ਮੇਰਾ ਹੀ ਦਾਅਵਾ ਹੈ। ਇਹਨਾਂ ਨੂੰ ਜਦੋਂ ਤੁਹਾਡੇ ਸਮਝ ਚ ਰੂਹਾਨੀ ਗੱਲਾਂ ਆ ਗਈਆਂ ਨਾ, ਹਾਂ, ਬੇੜੇ ਹੀ ਗਰਕ ਹੋ ਜਾਣਗੇ। ਵਫਾਤ ਈਸਾ ਦੀ ਗੱਲ ਅਗਰ ਮੈਂ ਕਰਾਂਗਾ ਤੇ ਮੈਂ ਲਿਖ ਕੇ ਦੇਣਾ, ਮਿਰਜ਼ਾ ਇਹ ਆਤੇ ਈਸਾ ਦੀ ਹਦੀਸਾਂ ਪੜਨਗੇ, ਨਜ਼ੂਲ ਈਸਾ ਦੀਆਂ ਲਿਖ ਕੇ ਦੇਵਾਂਗਾ। ਇਹਨਾਂ ਦੀ ਤਬਲੀਗ ਉੱਥੇ ਹੀ ਖਤਮ ਹੋ ਜਾਂਦੀ ਹੈ। आप ही पढ़ना शुरू कर देंगे ने, नहीं वो उन्होंने आना है, एक वजूद ने आना है, यूं होना है, वो एक नबी का आना तो आप भी मानते हैं। उत्ते कहना मैनू कहेगा कि तू उस गल नू मान, क्योंकि उस तो बगैर उसका गुजारा ही नहीं। अगर ईसा अलैहिस्सलाम वफात पा गए ने तो फिर जी हदीस है उसको छोड़ दो, वो भी नहीं छोड़नी, वो भी पकड़ के रखनी है। भाई वफात पा गया एक बंदा तो उसकी हदीस में फिर छोड़ देंगे ना, फिर हदीस लाना भी है बाजी ने उसको मान लांगे। जे तुसी अगर वो नहीं मननी है तो फिर हजरत ईसा अलैहिस्सलाम ने नाज़िल होना है। ये तो मिर्जा कादियानी भी आखिर तक उस हदीस के पीछे, और जुरियत भी, और इस तरह हदीस की रोशनी पे दिन, और हदीस की क्या बतन पे दिन चढ़ाया जिस टाइम उसने 2000 चादरा लैके लैंड कीता, 2000 चादरा लैके लैंड कीता। 4-5 ਦਿਨ ਪਹਿਲੇ ਨਾ ਮੇਰੀ ਬਰਾੜ ਤੇ ਇੱਕ ਲੜਕਾ ਆਇਆ ਸੀ, ਕੈਨੇਡਾ ਦੇ ਵਿੱਚ ਹੁੰਦਾ। ਉਹ ਥੋੜੇ ਜਿਹੇ ਮਹੀਨੇ ਪਹਿਲੇ, ਕੁਛ ਮਹੀਨੇ ਪਹਿਲੇ ਹੀ ਉਹਨੇ ਇਸਲਾਮ ਕਬੂਲ ਕੀਤਾ, ਤੇ ਪਦੈਸ਼ੀ ਮਰਜ਼ਈ ਸੀ ਤੇ ਬਾਕੀ ਸਾਰੀ ਫੈਮਿਲੀ ਉਹਦੀ ਮਰਜ਼ਈ ਆ। ਉਹਨੇ ਦੱਸਿਆ ਵੀ ਜ਼ਿਆ ਰਸੂਲ ਭਾਈ ਮੈਂ ਤੁਹਾਨੂੰ ਜਿਹੜਾ ਨਾ ਫੇਸਬੁੱਕ ਤੋਂ ਸੁਣ ਰਿਹਾ ਵਾਂ ਤੇ ਤੁਹਾਨੂੰ ਫਾਲੋ ਕਰ ਰਿਹਾ ਵਾਂ, YouTube ਤੇ ਵੀ ਤੁਹਾਨੂੰ ਫਾਲੋ ਕੀਤਾ ਵਾ, ਤੇ ਹੁਣ ਇੱਥੇ ਜਿਹੜਾ ਨਾ ਟਿਕਟੋਕ ਤੇ ਅਚਾਨਕ ਹੀ ਤੁਸੀਂ ਮੈਨੂੰ ਨਜ਼ਰ ਆ ਗਏ ਹੋ, ਤੇ ਮੈਂ ਦੱਸਣ ਵਾਸਤੇ ਤੁਹਾਨੂੰ ਆਇਆ ਸੀ ਕਿ ਮੈਂ 3 ਮਹੀਨੇ ਪਹਿਲੇ ਇਸਲਾਮ ਕਬੂਲ ਕਰ ਲਿਆ। ਉਹਨੇ ਦੱਸਿਆ ਵੀ ਮੈਂ ਫੇਸਬੁੱਕ ਤੋਂ ਜ਼ਿਆ ਰਸੂਲ ਨੂੰ ਸੁਣ ਰਿਹਾ ਤੇ ਫਾਲੋ ਕਰ ਰਿਹਾ, ਲੇਕਿਨ ਮਸਲਾ ਇਹ ਆ ਕਿ ਵਿੱਚ ਉਹਨੇ ਹਲਕਾ ਜਿਹਾ ਅਮਨ ਨਜ਼ੀਰ ਦਾ ਵੀ ਨਾਂ ਲੈ ਦਿੱਤਾ। ਸਾਰਾ ਕੰਮ ਹੀ ਖਰਾਬ ਹੋ ਗਿਆ। ਬਿਲਕੁਲ ਮੈਨੂੰ ਪਤਾ ਨਹੀਂ ਸੀ, ਜੇ ਮੇਰੇ ਕੋਲ ਪਹਿਲੇ ਕੰਟੈਕਟ ਹੁੰਦਾ ਤਾਂ ਮੈਨੂੰ ਮੈਸੇਜ ਕਰ ਦਿੰਦਾ ਵੀ ਅਮਨ ਨਜ਼ੀਰ ਦਾ ਵਿੱਚ ਨਾਂ ਨਹੀਂ ਲੈਣਾ, ਮੇਰਾ ਅਲਬੱਤਾ ਠੀਕ ਆ। 1 ਮਿੰਟ ਤੁਸੀਂ ਹੋਰ ਪੂਰਾ 60 ਸਕਿੰਟ ਨਾ ਲੈਂਦੇ, ਮੈਂ ਸੱਜੇ ਖੱਬੇ ਪਾਣੀ ਪੇ ਵੇਖਦਾ, ਪਾਣੀ ਵਾਲਾ ਗਲਾਸ ਕਿੱਧਰ ਗਿਆ। ਨਹੀਂ ਮੈਂ ਕਿਹਾ ਵੀ ਚਲੋ ਨਾ ਹੀ ਬੇਈਮਾਨੀ ਕਰਦੇ। सफा नंबर 37 हवाला कढ़न लगे ने आमिर भाई हैं, मैं क्या कोई हवाला कढ़न लगे, मेरा ख्याल है कोई हवाला ही कढ़ के पढ़ना चाहिए कि एवं तो नहीं वेलियां तो नहीं बहना चाहिए। ਤੁਹਾਡੇ ਮਾਈਕ ਚੋਂ ਕਿਉਂ ਸਾਂਸ ਦੀ ਵੀ ਆ ਰਹੀ ਆਵਾਜ਼? मैं माइक म्यूट किया, किसी और ने साह लिया यार, साह मैं नहीं लै रहा, बाकी भी सारे साह लेंदे ने। ਕਿਸੇ ਦੇ ਨਾ ਐਂਡ ਫ੍ਰੀ ਦੇ ਵਿੱਚੋਂ ਆਵਾਜ਼ ਆ ਰਹੀ ਸੀ। आबासी ਲਈ ਜੀ ਮੈਂ ਅੱਛਾ ਸਾਕੀ ਕਿਧਰ ਗਿਆ? ਸਾਕੀ ਵਾ ਚੰਗਾ ਕੀਤਾ ਮਨਾਜ਼ਰਾ ਕਿਹਦੇ ਨਾਲ? ਕਿਤੇ ਰਹੀਲ ਸੀ ਮੇਰਾ ਖਿਆਲ। ਮੈਂ ਰੋਟੀ ਵੀ ਖਾਂਦਾ ਸੀ, ਮੈਂ ਆਉਣ ਤੇ ਲੱਗਾ ਸੀ ਉਸ ਵੇਲੇ।
जी 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 पर मैं बिजी सी, मैं क्या चलो लेकिन सागी दा हैंड फ्री जेड़ा है ना वो थोड़ा कमजोर है, माइक ओदा जेड़ा है वो फटा। रेल 101 बैत वाला। हदीस पाक में आता है कि नबी करीम सल्लल्लाहु अलैहि वसल्लम जहाँ से गुजरते थे वहाँ से खुशबू आती थी, और साहबा कराम, अगर कोई बात मैं गलत कर रहा हूँ ज़िया भाई तो बता देना, तो साहबा कराम उस खुशबू को महसूस करते करते नबी करीम सल्लल्लाहु अलैहि वसल्लम तक पहुँच जाया करते थे। हाँ सही है। ਤੇ ਇਹ ਜਿਹੜਾ ਮਿਰਜ਼ਾ ਮਸਰੂਰ ਜਾ ਰਿਹਾ ਹੁੰਦਾ ਇਹਦੇ ਨਾਲ ਵਾਲੇ ਨੇ, ਇਹ ਮਿਰਜ਼ਾ ਮਸਰੂਰ ਜਾ ਰਿਹਾ ਹੁੰਦਾ ਇਹਦੇ ਨਾਲ ਵਾਲੇ ਨੇ ਤੇ ਨਕਾਬ ਪਾਏ ਹੁੰਦੇ ਨੇ, ਬੜੇ ਪੱਕੇ ਨਕਾਬ ਪਾਏ ਹੁੰਦੇ ਨੇ। ਉਹ ਜਿਹੜੇ ਨਹੀਂ ਉਹ ਆਏ ਸਨ ਕਰੋਨਾ ਵਾਇਰਸ ਵਿੱਚ ਮਾਸਕ, ਉਹ ਪੈਂਪਰ ਜਿਹੜਾ ਲਾਇਆ ਹੁੰਦਾ ਨਾ ਉਹਦੇ ਵਿੱਚ ਤੁਹਾਨੂੰ ਪਤਾ ਸਮੈਲ ਆਉਂਦੀ ਫਿਰ। ਇਹ ਚੌਹਾਨ ਸਾਹਿਬ ਤੁਹਾਨੂੰ ਦੱਸਣਗੇ। ਨਹੀਂ ਇਹ ਤੇ ਜਿਉਂਦਿਆਂ ਦੀ ਗੱਲ ਹੈ, ਜਦੋਂ ਮਰਦੇ ਨੇ ਤੇ 3-4 ਘੰਟੇ ਬਾਅਦ, ਮੈਕਸਿਮਮ 5 ਘੰਟੇ ਬਾਅਦ ਬਰਫ਼ ਲਾਣੀ ਪੈ ਜਾਂਦੀ। ਮਿਰਜ਼ਾ ਕਾਦੀਆਨੀ ਦੀ ਸੁਬਹ 10 ਵਜੇ ਮੌਤ ਹੋਈ ਹੈ ਤੇ 3 ਵਜੇ ਬਰਫ਼ ਲਾਣੀ ਪੈ ਗਈ ਸੀ। ਰਸਤੇ 'ਚੋਂ ਇੱਕ ਮਰੀਦ ਸੀ, ਫਿਰ ਉਹ ਬਰਫ਼ ਵਾਲਾ ਪਾਣੀ ਪੀਣਾ ਰਿਹਾ ਤਬਰਕ ਨੇ ਤੌਰ ਤੇ। ਜੇ ਉਹ ਤੇ ਫਿਰ ਉਹਨੇ ਪੀਤਾ ਤੇ ਤਾਂ ਹੀ ਫਿਰ ਬਾਅਦ ਚ ਨਬੂਵਤ ਦਾ ਦਾਵਾ ਕੀਤਾ ਨਾ। ਇਹ ਨਦੀਮ ਸਾਹਿਬ ਮਰੀਦ ਅਗਰ ਪਤਾ ਲੱਗ ਜਾਏ ਨਾ ਵੀ ਕਿਹੜਾ ਬੰਦਾ ਸੀ। मुर्रा साहब क्या हाल चाल है? ठीक हो? ਸਲਾਮ ਜੀ ਪਜਾਨ ਖੈਰ ਮੇਰਾ ਥੋੜਾ ਠੀਕ ਹੋਏ। ਇਹ ਬਾਸੀ ਨਹੀਂ ਹੋਣਾ, ਬਾਸੀ ਮਾਈਂਡ ਕਰਸਣ ਅਬਾਸੀ ਆਖਿਆ ਕਰੋ, ਵਾਸੀ ਮਾਰਨਾ ਸਾ वासी वासी ਹਾਂ ਅਬਾਸੀ ਵਾਸੀ। ਪਤਾ ਹੈ ਉਧਰ ਆ ਪਿੰਡੀ ਸਾਡੇ ਨਾਲ ਪੜ੍ਹਨੇ ਰਹਿਣਾ ਬਾਸੀ साढ़े पास वासी भी बड़े ना, ये गल सही है। ਜੀ ਆਪਣੇ ਇਲਾਕੇ ਤੋਂ पिंडी पिंडी पर आ ਮੈਂ बासियां। ਐਪਰੀਸ਼ੀਏਟ ਜੀ ਜੀ जी ਜੀ ਹਾਂ ਜੀ ਹਾਂ। ਮੈਂ ਅਸਲਾ ਆ ਜ਼ਿਆਦਾ ਤਾਰੀਫ ਜ਼ਿਆਰ ਰਸੂਲ ਭਾਈ ਦੀ ਕਰਨ। जी 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 ਤੇ ਚਲੋ ਜਿਨ੍ਹਾਂ ਭਾਈਆਂ ਨੇ ਉਸ ਬੰਦੇ ਜਿਹੜਾ ਮੁਸਲਮਾਨ ਹੋਇਆ ਦੱਸ ਰਹੇ ਹੋ ਆਪਣਾ ਜ਼ਿਆਰ ਰਸੂਲ ਭਾਈ, ਉਹ ਮਤਲਬ ਪਿੱਛੇ ਚਲੇ ਗਏ, ਪਤਾ ਨਹੀਂ ਉਹ ਤਾਰੀਫ ਸੁਣ ਜਾਂ ਨਹੀਂ। तारीफ सुनने हो सुन कर दो, कोई मसला ਚਲੋ ਨਹੀਂ ਚਲੋ ਮੈਂ ਉਹ ਕਰ ਦੇਣਾ, ਕਿਉਂਕਿ ਆਡੀਅਨ ਨੇ ਅਸਲੀ ਜਿਹੜੇ ਭਾਈ ਇਸ ਗੱਲ ਦੇ ਕਾਇਲ ਨਾ ਭਾਈ। ਹੁਣ ਮੈਂ ਵੀ ਉਹਨਾਂ 'ਚ ਇਸ ਗੱਲ ਨੂੰ ਸ਼ਾਮਲ ਹਾਂ ਕਿ ਮੈਨੂੰ ਵੀ ਆਣਾ ਜਾਣਾ ਕੁਝ ਨਹੀਂ, ਅਰਸਾ ਬਹੁਤ ਜ਼ਿਆਦਾ ਹੋ ਗਿਆ, ਲੇਕਿਨ ਉਹ नेट तो सन गड़बड़ करना पे। ओहो आवाज आ रही है भाजन, ਹੁਣ ਆ ਰਹੀ ਹੈ? कट कट के आ रही है, कट कट के। ਹੁਣ ਆ ਰਹੀ ਸਹੀ, ਪਹਿਲਾਂ ਨਹੀਂ ਸੀ ਆ ਰਹੀ। ਇਹ ਚਲੋ ਮੈਂ ਹੁਣ ਕੋਸ਼ਿਸ਼ ਕਰਨਾ ਮੈਂ ਅਸਲ 'ਚ ਇੱਧਰ ਕੁਛ ਐਸੇ ਏਰੀਏ 'ਚ ਸਾਂ। ਹੁਣ ਆ ਰਹੀ ਹੋ ਸੀ ਕਿਉਂਕਿ ਰੈੱਡ ਮਾਰਕ ਚਲਾ ਗਿਆ। ਤੇ ਜਿਹੜੇ ਭਾਈ ਸਿਰਫ ਇਸ ਗੱਲ ਤੇ ਗੁਜ਼ਾਰਾ ਕਰਨੇ ਨਾ ਕਿ ਜੀ ਜਿਉਂ ਹੀ ਮਿਰਜ਼ਾਈ ਨਾ ਜਾਂ ਮਿਰਜ਼ਾ ਕਾਦੀਆਨੀ ਨਾ ਆਵੇ, ਜਮਾਤੇ ਅਹਿਮਦੀਆ ਦਾ ਨਾ ਆਵੇ, ਕਾਦੀਆਨੀ ਜਮਾਤ ਦਾ, ਤੇ ਗਾਲਾਂ ਕੱਢੋ। ਤੇ ਉਹ ਇਹ ਧਿਆਨ ਕਰਨ ਭਾਈ ਉਹਨਾਂ ਨੇ ਇਹ ਗੱਲ ਮਸ਼ਹੂਰ ਕੀਤੀ ਹੈ ਕਿ ਜਿਹੜੇ ਇਹ ਮੌਲਵੀ ਨੇ ਜਾਂ ਮੁਸਲਮਾਨ ਨੇ, ਗੈਰ ਅਹਿਮਦੀ ਨੇ, ਜੋ ਵੀ ਕਹਿ ਲਵੋ, ਇਹ ਸ਼ਿੱਦਤ ਪਸੰਦ ਨੇ ਔਰ ਗੰਦੀ ਜ਼ੁਬਾਨ ਹੈ ਉਹਨਾਂ ਦੀ। ਤੇ ਮਿਹਰਬਾਨੀ ਕਰੋ, ਇਹ ਤੁਸੀਂ ਸਿਰਫ ਉਹ ਜਿਹੜਾ ਬੰਦੇ ਜਿਸ ਨਾਲ ਗੱਲ ਕਰ ਰਹੇ ਹੋ ਉਸ ਨੂੰ ਮੁਖਾਤਬ ਕਰਕੇ ਗੱਲ ਨਹੀਂ ਕਰਨੀ। ਜਿਹੜੇ ਨੀਚੇ ਕਾਫੀ ਸਾਰੇ ਸੁਣ ਰਹੇ ਹੋਣੇ, ਜਿਸ ਤਰ੍ਹਾਂ ਹੁਣ 70 ਬੰਦੇ ਇੱਥੇ ਬੈਠੇ ਨੇ, 75, ਤੇ ਉਹਨਾਂ ਨੂੰ ਤੁਸੀਂ ਜ਼ਹਿਨ 'ਚ ਰੱਖ ਕੇ ਦੇਖੋ ਕਿਤਨੇ ਅਰਸੇ ਤੋਂ ਉਹ ਬੰਦਾ ਫਾਲੋ ਕਰ ਰਿਹਾ ਹੈ। ਜ਼ਿਆ ਰਸੂਲ ਅਮੀਨੀ ਬਾਈ ਨੂੰ, ਆਮਰ ਨਜ਼ੀਰ ਬਾਈ ਨੂੰ, ਮੁਫਤੀ ਮੁਸ਼ਰ ਸ਼ਾਹ ਸਾਹਿਬ ਨੂੰ ਸੁਣਿਆ ਹੋ ਸੀ, ਔਰ ਬਜ਼ੁਰਗਾਂ ਕੇ ਔਰ ਭਾਈਆਂ ਕੇ ਵੀ ਸੁਣ ਰਿਹਾ ਹੋ ਸੀ। ਭਾਈਆਂ ਨਾ ਅਮਰ ਨਜ਼ੀਰ ਭਾਈ ਬਰਾਬਰ ਹੀ ਨਾਮ ਲੈ ਦਿੱਤਾ ਵਾ। ਅਮਰ ਨਜ਼ੀਰ ਦਾ ਨਾਮ ਉਹਨੇ ਹਲਕਾ ਜਿਹਾ ਲਿਆ ਸੀ ਵੀ ਅਮਰ ਨਜ਼ੀਰ ਭਾਈ ਕੋ ਵੀ
सुना था, सुनता था। अभी दे नाल उन्होंने जिक्र कीता ਆ ਕਿਆ ਉਸੇ ਆਖਰ ਤੇ ਉਹਨੇ ਹਲਕਾ ਜਿਹਾ ਜ਼ਿਕਰ ਆਹੋ ਐਂਡ ਤੇ ਹਲਕਾ ਜਿਹਾ ਟੱਚ ਦਿੱਤਾ ਤੁਸੀਂ ਕਿਹਾ ਸੀ ਬਸ ਚੁੱਪ ਰਹਿ, ਮੈਂ ਸਮਝ ਗਿਆ ਹੈ। ਅੱਛਾ, ਤੇ ਉਹ ਅਰਜ਼ ਇਹ ਹੈ ਕਿ ਮਿਹਰਬਾਨੀ ਕਰਿਆ ਕਰੋ ਕਿ ਉਹਨਾਂ ਨੂੰ ਟਾਰਗੇਟ ਕਰਕੇ, ਕਿਉਂਕਿ ਇਹ ਜਿਹੜੇ ਮੂੰਹ ਕੇ ਬੈਠੇ ਨੇ, ਤੁਸੀਂ ਤੁਹਾਡਾ ਕੀ ਖਿਆਲ ਹੈ ਕਿ ਕਿਸੇ ਨੂੰ ਕਹੋ ਕਿ ਜੀ ਲਾਨਤ ਤੂੰ ਪਾ, ਨਹੀਂ ਤੂੰ ਪਾ ਹੀ ਪਾ, ਤੂੰ ਮੇਰੀ ਮਨ ਨਹੀਂ ਮਨ। ਉਸਨੇ ਭਾਈਜਾਨ ਹੈ ਆਪਣੀ ਫੈਮਿਲੀ ਬਚਾਣਾ ਹੈ, ਆਪਣੇ ਆਪ ਨੂੰ ਬਚਾਣਾ, ਉਸਨੇ ਹੋਰ ਦੀਗਰ ਮਾਮਲਾ ਹੋ ਸਕਦਾ ਹੈ ਵਿੱਚੋਂ ਬਦਲਿਆ ਹੀ ਹੋਵੇ। ਤੇ ਮਿਹਰਬਾਨੀ ਕਰਿਆ ਕਰੋ ਗਾਲੀ ਗਲੋਚ ਤੋਂ ਪਰਹੇਜ਼ ਕਰਕੇ ਤੇ ਉਹਨਾਂ ਬੰਦਿਆਂ ਨੂੰ ਜ਼ਿਹਨ 'ਚ ਰੱਖ ਕੇ ਕਿ ਜਿਹੜੇ ਸਿਰਫ ਸੁਣਨ ਵਾਲੇ ਨੇ, ਹੋ ਸਕਦਾ ਹੈ ਮਿਲਣ ਹੀ ਨਾ ਆਏ ਤੇ ਚਲੋ ਅਰਸੇ ਬਾਅਦ ਉਸ ਬੰਦੇ ਦੀ ਮੁਲਾਕਾਤ ਹੋਗੀ ਸਾਲਾਂ ਬਾਅਦ ਇਹਨਾਂ ਨਾਲ, ਖਸੂਸਨ ਜ਼ਿਆਰ ਜ਼ੂਲ ਭਾਈ ਨਾਲ, ਤੇ ਉਹ ਫਿਰ ਉਹਨਾਂ ਚੀਜ਼ਾਂ ਨੂੰ ਉਹ ਜ਼ਿਹਨ 'ਚ ਰੱਖਦਿਆਂ ਹੋਇਆ ਹੋ ਸਕਦਾ ਬਦਦਿਲੀ ਹੋ ਜਾਣ ਤੁਹਾਡੇ ਕੋਲੋਂ, ਤੇ ਹੋ ਸਕਦਾ ਸੁਣਨ ਤੋਂ ਬਾਅਦ ਤੁਹਾਡੇ ਨਾਲ ਕਦੇ ਮੁਲਾਕਾਤ ਹੀ ਨਾ ਹੋਵੇ ਤੇ ਅੱਲਾਹ ਤਾਲਾ ਈਮਾਨ ਦੀ ਦੌਲਤ ਉਹਨਾਂ ਦੇ ਨਸੀਬ ਤੇ ਜਿਸ ਵੇਲੇ ਹਿਸਾਬ ਕਿਤਾਬ ਹੋਵੇ, ਅੱਲਾਹ ਮਾਫੀ ਕਰੇ, ਅੱਲਾਹ ਤਾਲਾ ਬੇਹਿਸਾਬ ਮਗਫਰਤ ਕਰੇ, ਸਾਡੀ ਈਮਾਨ ਤੇ ਖਾਤਮਾ ਹੋਵੇ ਤੇ ਕਿਆਮਤ ਵਾਲੇ ਦਿਨ ਪਤਾ ਚਲੇ ਇਹ ਵੀ ਖਾਤਾ ਤੇਰੇ ਖਾਤੇ 'ਚ ਲਿਖਿਆ ਹੈ ਤੇਰੀਆਂ ਨੇਕੀਆਂ 'ਚ, ਕਿ ਤੇਰੀ ਕੋਈ ਇੱਕ ਅੱਧ ਗੱਲ ਸੁਣਨ ਨਾਲ ਉਹ ਬੰਦਾ ਅੱਲਾਹ ਤਾਲਾ ਨੇ ਉਸ ਨੂੰ ਹਦਾਇਤ ਦੇ ਦਿੱਤੀ ਤੇ ਜ਼ਰੀਆ ਤੁਸੀਂ ਬਣੇ ਹੋ। ਜੀ ਹਵਾਲਾ ਖੁੱਲ ਗਿਆ ਉਸੇ ਜੀ ਆਪਣਾ ਅਮਰ ਨਜ਼ੀਰ ਭਾਈ। ਜੋਜ਼ਫ ਭਾਈ ਕੋਈ ਗੱਲ ਕਰਨਾ ਚਾਹੁੰਦਾ, ਸ਼ਾਇਦ ਉਹਨਾਂ ਨੇ ਲਾਇਆ ਪੇਜ। अमिर भाई की हाल है, ठीक हो? ठीक ठाक, अल्लाह का करम शुक्र, तुसीं सुनाओ? बस जबरदस्त है। ज़मीमा रसाला अंजामिया हथम विच ना अच्छा, मिर्जे कादियानी ने क्या है कि देखो यस्सु को खुदा माफ करे, कैसी सूजी और कैसी बंदिश पेश आई। अब कोई हरामकार और बदकार बने तो इससे मुआवजा मांगे। ये तो वही बात हुई कि जैसा एक शरीर मकार ने जिसमें सरासर यसू की रूह थी। ਹੁਣ ਇੱਕ ਬੰਦਾ ਹੈ ਜਿਹੜਾ ਸ਼ਰੀਰ ਵੀ ਹੈ ਤੇ ਮਕਾਰ ਵੀ ਹੈ, ਉਹਦੇ ਚ ਮਸੀਹ ਯਸੂ ਦੀ ਰੂਹ ਹੈ। ਇਹ ਬੰਦਾ ਵਹਾਈਏ ਤੁਹਾਨੂੰ ਸ਼ਰੀਰ ਤੇ ਮਕਾਰ जी ਠੀਕ ਹੋ ਗਿਆ। ਇੱਕ ਬੰਦਾ ਸ਼ਰੀਰ ਹੈ ਤੇ ਮਕਾਰ ਹੈ ਤੇ ਉਹਦੇ ਚ ਮਸੀਹ ਯਸੂ ਦੀ ਰੂਹ ਹੈ। हेलो कैमरा ਬੰਦਾ ਤਾਂ ਤੁਸੀਂ ਬਦਲਿਆ ਨਹੀਂ, ਬੰਦਾ ਫਿਰ ਉਹੀ ਵਿਖਾਈ ਜਾਂਦੇ ਹੋ। कैमरा बंद कर दो, पता क्या होता है कैमरा बंद कर दो। ਕਿਹਦਾ ਕੈਮਰਾ ਖੁੱਲਿਆ ਹੈ? ਭਾਈ नहीं वो एक वीडियो आती है ना मजाहिया, तो ਉਹਦੇ आखिर ਤੇ ਕਹਿੰਦਾ ਕੈਮਰਾ ਬੰਦ ਕਰ ਦੋ, ਆਪੋ ਹੀ ਅਸੀਂ ਨਿਕਲਣ ਲੱਗੇ ਫਿਰ ਸਾਡੇ। ਤੁਸੀਂ ਮੁੜ ਕੇ ਉਹੀ ਵਿਖਾਈ ਜਾਂਦੇ, ਤੁਸੀਂ ਆਖਿਰ ਮੈਂ ਤੁਹਾਨੂੰ ਇੱਕ ਬੰਦਾ ਵਿਖਾਣਾ। ਬਹਾਨਾ ਨਾ ਹੈ, ਵੇਖੋ ਇਹ ਬੰਦਾ ਆ ਗਿਆ ਜਨਾ, ਇਹ ਜੇ ਤੋਹਫਾ ਕੈਸਰੀਆ ਦੇ ਵਿੱਚ ਮਿਰਜ਼ਾ ਸਾਹਿਬ ਨੇ ਲਿਖਿਆ ਹੈ क्योंकि मैं वो जिसकी रूह में बरूस के तौर पर यसु मसीह की रूह सुकूनत करती है। ठीक है जी, एक बंदा शरीर है ते ਉਹਦੇ ਵਿੱਚ ਮਸੀਹ ਯਸੂ ਦੀ ਰੂਹ ਸਕੂਨਤ ਕਰਦੀ ਹੈ ਤੇ ਉਹ ਤੇ ਰੂਹ ਸਕੂਨਤ ਕਰਨ ਦੀ ਮਿਰਜ਼ੇ ਕਾਦੀਆਨੀ ਦੇ ਵਿੱਚ, ਤੇ ਸ਼ਰੀਰ ਕੌਣ ਹੋਇਆ ਫਿਰ? ਇੱਕ ਬੰਦਾ ਹੋਰ ਵੀ ਸੀ ਜਿਹਨੇ ਕਰਤੂਤ ਕੀਤਾ ਸੀ, ਉਹ ਕਹਿੰਦਾ ਸੀ अब जो हमारी फतह का कायल, अब भी जो हमारी फतह का कायल नहीं होगा, साफ समझा जाएगा उसे वल्दुल हराम बनने का शौक है और वो हलाल ज्यादा नहीं। बिल्कुल सेम वही गल आ ਜਿਹੜੀ ਮਿਰਜ਼ੇ ਨੇ ਉੱਥੇ ਲਿਖੀ ਹੈ ਨਾ। ਮੈਂ ਕਿਹਾ ਸੀ ਚਲੋ ਇਹਦੇ ਤੇ ਬਾਅਦ ਚੋਂ ਕਰਾਂਗੇ ਗੱਲ। ਚੋਰ ਦਰਵਾਜ਼ੇ ਨਾਲ ਦਾਖਲ ਹੋਇਆ ਸੀ, ਉਹ ਵੀ ਇਹੀ ਹੈ ਨਾ। ਆਹੋ ਵੇਖੋ ਨਾ, ਉਹ ਇੱਕ ਬੰਦਾ ਇਹਨੇ ਇੱਕ ਗੱਲ ਕੀਤੀ ਕਿ ਭਈ ਅਗਰ ਮੇਰੀ ਕੋ ਫਤਹ ਦਾ ਕਾਇਲ ਨਹੀਂ ਨਾ ਹੋਏਗਾ ਤੇ ਉਹ ਵਲਦੁਲ ਹਰਾਮ ਸਮਝਿਆ ਜਾਏਗਾ। ਹੈ ਜੀ, ਉਹਨਾਂ ਦੀਆਂ ਔਰਤਾਂ ਕੁੱਤੀਆਂ ਹੋ ਜਾਣਗੀਆਂ ਜੇ ਤੁਸੀਂ ਮੇਰੀ ਫਤਹ ਦੇ ਕਾਇਲ ਨਹੀਂ ਹੋਵੋਗੇ। ਫਿਰ ਇੱਕ ਹੋਰ ਬੰਦਾ ਸੀ ਤੇ ਉਹ ਕਹਿੰਦਾ ਸੀ ਆਓ ਤੇ ਮੈਂ ਤੁਹਾਡਾ ਰਾਬਤਾ ਜਿਹੜਾ ਖੁਦਾ ਦੇ ਨਾਲ ਕਰਾਨਾ ਵਾ। अब कौन इसकी फतह का कायल होने का इनकार करे और हरामजादा बने? ਚਲੋ ਇੱਥੇ ਮਿਰਜ਼ੇ ਦਾ ਨਾਮ ਮਸੀਹ ਦਾ ਨਾਮ ਹਟਾਉਂਦੇ ਆ ਨਾ ਤੇ ਮਿਰਜ਼ੇ ਦਾ ਨਾਮ ਲਿਖ ਦਿੰਦੇ ਆ ਤੇ ਫਿਰ ਬਿੰਨੇ ਕੀ ਬਣਦੀ ਹੈ। ਦੇਖੋ मिर्जे को कैसी सूझी और कैसी बंदिश पेश आई, कैसी पेशबंदी की। अब कोई हरामकार कुत्ते का बच्चा या दल्ला भड़वा बने तो मिर्जे कादियानी की फतह का मुनकर हो। ये तो वही बात हो गई जैसा कि शरीर मकार ने, जिसमें सरासर मिर्जे कादियानी की रूह थी, लोगों में ये मशहूर किया कि मैं एक ऐसा विर्द बतला सकता हूं जिसके पढ़ने से पहली ही रात में यह लाश नजर आ जाएगा, बशर्ते कि पढ़ने वाला हराम की औलाद ना हो। अब भला कौन हराम की औलाद बने और कहे कि मुझे वजीफा पढ़ने से खुदा नजर या लाश नजर नहीं आया। आखिर हर एक वजीफची को यही कहना पड़ता था कि हाँ साहब नजर आ गया, सो मिर्जे की बंदिशों और तदबीरों पर कुर्बान ही जाएं।
अपना पीछा छुड़ाने के लिए एक ऐसा दाव खेला। यही मिर्जा कादियानी का तरीक था। एक मर्तबा किसी मुसलमान ने आपकी कुव्वत शजात आजमाने के लिए सवाल किया कि ए मिर्जा, आप मलका बरतानिया के लिए क्या को खराज देना रवा रखते हैं? मिर्जे कादियानी ने कहा, मलका बरतानिया जो है वो तो खुदा का नूर है, वो तो मेरी अम्मा है। मैं मलका बरतानिया के सामने यसु मसीह का एलची बन के पेश होऊंगा। सो जैसा कि मुआवजा मांगने वालों को एक लतीफा सुनाकर मुआवजा मांगने से रोक दिया। इसी जगह भी वही कार्रवाई की और कहा कि कैसर का कैसर को दो और खुदा का खुदा को दो। हालांकि हजरत का अपना कीदा है मिर्जे कादियानी का कि मुसलमानों के लिए मुसलमान नबी आना चाहिए, ना कि कोई मजूसी। इसी बना पर मिर्जे कादियानी ने हथियार भी खरीद कर दिए, शहजादा भी कहलाया मगर तकदीर ने, आरियों का बादशाह भी कहलाया मगर तकदीर ने यावरी ना की। रूहानी खजान की से पता चलता है कि मिर्जे कादियानी की अकल बहुत मोटी थी। आप जाहिल अवाम और अवामुल नास की तरह मिर्गी को भी जिन और असेब का ख्याल करते थे। हाँ, मिर्जा कादियानी को अक्सर गालियां देने की आदत थी। अदनी अदनी बात में मिर्जा कादियानी को गुस्सा आ जाता था। अपने नफ्स को जज्बात से नहीं रोक सकते थे, मगर मेरे नजदीक आपकी यह हरकत जाए अफसोस नहीं, क्योंकि मिर्जा कादियानी तो गालियां भी देता था और मुसलमान हाथ से कसर भी निकाल लिया करते थे। हाँ जी, इल्जामी जवाब है जी, मैं पढ़ दी जी तहरीर हूं बस। बहुत अल्लाह। असल ਦੇ ਵਿੱਚ ਤੇ ਇਹਦਾ मेरा ख्याल है कि 33% तो ज्यादा ਜਿਹੜਾ ਲਿਟਰੇਚਰ ਹੈ ਨਾ ਉਹ ਮਸੀਹ ਇਸਲਾਮ ਦੇ ਬਾਰੇ ਤੋਹੀਨ ਅਮੇਜ਼ ਕਲਮਾਤ ਤੇ ਮੁਸ਼ਤਮਿਲ ਹੈ। ਉਹਦੇ ਉੱਤੇ ਹੱਕ ਤੇ ਬਣਦਾ ਸੀ ਮਸੀਹੀ ਬਰਾਦਰੀ ਦਾ ਵੀ ਕਿ ਉਹ ਮੈਦਾਨ ਚ ਆਉਂਦੇ ਤੇ ਇਹਦੀਆਂ ਤਹਿਰੀਰਾਂ ਨੂੰ ਖਾਸ ਕਰਕੇ ਜਿਹੜੀਆਂ ਮਸੀਹ ਇਸਲਾਮ ਦੇ ਤੋਹੀਨ ਦੇ ਜ਼ੁਮਰੇ ਚ ਆਉਂਦੀਆਂ ਨੇ ਉਹਨਾਂ ਦਾ ਸੱਦੇਬਾਦ ਕਰਦੇ, ਪਿੱਛਾ ਕਰਦੇ ਜਾਂ ਉੱਥੋਂ ਇਹਨਾਂ ਦਾ ਲੈ ਕੇ ਅੱਗਾ ਪਿੱਛਾ ਜਿੱਥੋਂ ਇਹ ਟੁਰੇ ਨੇ। ਮੇਰਾ ਮਤਲਬ ਹੈ ਕਿ ਜਿਹੜਾ ਉਦੋਂ ਗੁਰਦਾਸਪੁਰ ਵਿੱਚ ਅਬਦੁੱਲਾ ਆਤਮ ਦਾ ਤੇ ਇਹਨਾਂ ਦਾ ਮੁਨਾਜ਼ਰਾ ਹੁੰਦਾ ਰਿਹਾ, ਉਹਦਾ ਸਾਰਾ ਰਿਕਾਰਡ ਕਢਾਉਂਦੇ, ਨੂਰ ਅਫਸ਼ਾਂ ਦਾ ਰਿਕਾਰਡ ਕਢਾਉਂਦੇ, ਲੇਕਿਨ ਤੁਹਾਡੇ ਇਲਾਵਾ ਕੋਈ ਬੰਦਾ ਇਸ ਫੀਲਡ ਵਿੱਚ ਮੇਰਾ ਖਿਆਲ ਹੈ ਇੰਨਾ ਇੰਟਰਸਟਿਡ ਨਹੀਂ ਹੈ। ਅਸਾਂ ਕਈ ਵਾਰੀ ਨੂਰ ਅਫਸ਼ਾਂ ਅਖਬਾਰ ਦੇ ਨਾ ਆਵੇਂ ਭਾਈ ਹਾਲੇ ਵੀ ਤੁਸੀਂ ਦੇਖੋ ਕਿ ਮੈਂ ਕੰਮ ਕਰਨ ਲਿਆ ਨਾ ਤੇ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਜਿਹੜੇ ਸਾਡੇ ਕ੍ਰਿਸਚਨ ਲੋਕ ਨੇ ਨਾ, ਉਹ ਵੱਲਾ ਮੈਨੂੰ ਕਹਿੰਦੇ ਨੇ ਕਿ ਤੁਸੀਂ ਕਾਦੀਆਨੀਆਂ ਦੇ ਖਿਲਾਫ ਕੰਮ ਕਰਕੇ ਤੇ ਆਪਣਾ ਵਕਤ ਬਰਬਾਦ ਕਰਨ ਦਿਓ, ਇਹ ਕਿਸੇ ਕੰਮ ਦੇ ਨਹੀਂ ਨੇ। ਯਕੀਨ ਕਰੋ, ਉਹ ਆਂਦੇ ਨੇ ਕੋਈ ਮਤਲਬ ਕੋਈ ਬੰਦਿਆਂ ਚੋਂ ਬੰਦੇ ਨੇ ਹੈ, ਕੋਈ ਕੌਮਾਂ ਚੋਂ ਕੌਮ ਜਿਹਦੇ ਖਿਲਾਫ ਤੁਸੀਂ ਕੋਈ ਕੰਮ ਕਰਨ ਦਿਓ, ਆਪਣਾ ਕੋਈ ਕੈਲੀਬਰ ਵਧਾਓ। ਉਹ ਆਂਦੇ ਨੇ ਇਹਨਾਂ ਦਾ ਕੋਈ ਕੈਲੀਬਰ ਹੀ ਕੋਈ ਨਹੀਂ ਕਿ ਬੰਦਾ ਇਹਨਾਂ ਦੇ ਖਿਲਾਫ ਕੰਮ ਕਰੇ। ਵੱਲਾ ਮੈਂ ਤੁਹਾਨੂੰ ਸਹੀ ਦੱਸ ਰਿਹਾ। ਇਹ ਗੱਲ ਉਹਨਾਂ ਦੀ ਗਲਤ ਨਹੀਂ, ਇਹ ਗੱਲ ਆਪਣੀ ਜਗ੍ਹਾ ਇੱਕ ਹਕੀਕਤ ਹੈ, ਫੈਕਟ ਹੈ ਕਿ ਬਈ ਇਹਨਾਂ ਉੱਤੇ ਟਾਈਮ ਲਾਣਾ, ਇੱਕ ਛੋਟੀ ਜਿਹੀ ਕਮਿਊਨਿਟੀ ਦੇ ਉੱਤੇ ਇੰਨੀ એનર્ਜੀ ਲਾਣੀ, ਉਹ ਡਿਜ਼ਰਵ ਨਹੀਂ ਕਰਦੇ। ਲੇਕਿਨ ਜੇ ਇਹਨਾਂ ਦੇ ਮੱਕਰ ਔਰ ਫਰੇਬ ਨੂੰ ਬੰਦਾ ਦੇਖੇ, ਰਾ ਫੇਰੀਆਂ ਨੂੰ ਬੰਦਾ ਦੇਖੇ ਨਾ, ਤੇ ਬੰਦਾ ਆਂਦਾ ਵੀ ਐਡਾ ਤੇ ਕੋਈ ਫਰਾਡੀ ਤੇ ਨੌਸਰਬਾਜ਼ ਮੇਰੇ ਖਿਆਲ ਹੈ ਪੂਰੇ ਬਰੇ ਆਜ਼ਮ ਚ ਟੁੰਡਿਆ ਨਹੀਂ ਲੱਭਦਾ ਜਿਹੋ ਜਿਹਾ ਇਹਨਾਂ ਨੇ ਮੱਕਰ ਔਰ ਫਰੇਬ ਕੀਤਾ ਗੱਲਾਂ ਨਾਲ। ਤੇ ਉਂਝ ਕਾਮਯਾਬ ਨਹੀਂ ਹੋਏ, ਰੱਬ ਦੀ ਮਾਰ ਹੈ। 125 ਸਾਲ ਹੋਇਆ ਇਹ ਵੀ ਆ ਕੇ ਤੇ ਕ੍ਰਿਸ਼ਨ ਦੀ ਝੋਲੀ ਚ ਬੈਠੇ ਨੇ ਨਾ। ਹਾਲਤ ਤੇ ਨਤੀਜਾ ਤੇ ਇਹ ਹੀ ਹੈ ਨਾ ਕਿ 125 ਸਾਲ ਗੁਜ਼ਰ ਜਾਣ ਦੇ ਬਾਅਦ ਵੀ ਕ੍ਰਿਸ਼ਨ ਦੀ ਝੋਲੀ ਚ ਆ ਕੇ ਬੈਠੇ ਨੇ, ਅਹਿਲੇ ਸਲੀਬ ਦੀ ਝੋਲੀ ਚ ਬੈਠੇ ਨੇ, ਜਿਨ੍ਹਾਂ ਦੀ ਸਲੀਬ ਦਾ ਤੋੜਨ ਦਾ ਦਾਅਵਾ ਸੀ ਕਿ ਅਸੀਂ ਸਲੀਬ ਤੋੜ ਦਿੱਤੀ ਹੈ, ਉਹਨਾਂ ਦੀ ਝੋਲੀ ਚ ਆ ਕੇ ਬੈਠੇ ਨੇ। ਬਾਹਰ ਕੈਫ ਇਹਨਾਂ ਨੂੰ ਜਿਹੜੀ ਇਹਨਾਂ ਦੀ ਖੁਰਾਕ ਹੈ ਨਾ, ਜਿਹੜੀ ਜਿੰਨੀ ਕਿ ਇਹਨਾਂ ਦੀ ਜ਼ਿਲਤ ਔਰ ਰਸਵਾਈ ਡੇਲੀ ਦਰਕਾਰ ਹੁੰਦੀ ਹੈ ਇਹਨਾਂ ਨੂੰ,
ਉਹ ਵੀ ਤਾਂ ਕਿਸੇ ਨੂੰ ਪੂਰੀ ਕਰਕੇ ਦੇਣੀ ਹੈ ਨਾ। ਚਲੋ ਤੁਸੀਂ ਜ਼ਾਤੀ ਤੌਰ ਤੇ ਠੀਕ ਕਹਿ ਰਹੇ ਹੋ ਗੱਲ ਕਿ ਵੀ ਇੱਕ ਦੋ ਬੰਦਾ ਕਮ ਸੇ ਕਮ ਹੋਰ ਹੋਣਾ ਚਾਹੀਦਾ ਸੀ। ਹਾਂਜੀ ਹਾਂਜੀ ਬਿਲਕੁਲ ਹੋਣਾ ਚਾਹੀਦਾ ਸੀ, ਲੇਕਿਨ ਆਮਿਰ ਭਾਈ ਯਕੀਨ ਕਰੋ ਕਿ ਇਹ ਮੈਂ ਪਹਿਲੀ ਕੌਮ ਵੇਖੀ ਜੇ ਕਿ ਜਿਨ੍ਹਾਂ ਦੇ ਨਬੀ ਦੇ ਉੱਤੇ ਨਾ ਜੋ ਸ਼ੁਰੂ ਹੁੰਦੇ ਨਾ ਲੋਕ ਸੁਬਾਹ ਤੋਂ ਲੈ ਕੇ ਰਾਤ ਤੱਕ, ਤੇ तमाम ਉਮਤਾਂ ਜਿਹੜੀਆਂ ਨੇ ਉਹ ਮਿਰਜ਼ੇ ਕਾਦੀਆਨੀ ਦੇ ਉੱਤੇ ਲਾਨਤ ਭੇਜਦੀਆਂ ਹੁੰਦੀਆਂ ਨੇ। ਕਦੀ ਕਦਾਰ ਤੇ ਮੈਂ ਆਪ ਐਸੇ ਮਤਲਬ ਮੈਂ ਸਭ ਤੋਂ ਜ਼ਿਆਦਾ ਮਸੀਹਾਂ ਦੇ ਵਿੱਚੋਂ ਇਹਨਾਂ ਦਾ ਮੁਖਾਲਫ ਹਾਂ, ਲੇਕਿਨ ਕਦੀ ਕਦਾਰ ਮੈਂ ਆਪ ਕਹਿੰਦਾ ਯਾਰ ਕੀ ਯਾਰ 24 ਘੰਟੇ ਮਿਰਜ਼ਾ ਗੁਲਾਮ ਕਾਦੀਆਨੀ, ਹੋਰ ਕੋਈ ਗੱਲ ਹੀ ਕੋਈ ਨਹੀਂ ਹੈ। ਇੰਨੀ ਇਸ ਬੰਦੇ ਦੀ ਕਿਸਮਤ ਹਾਰੀ है। जोसेफ भाई अगर ये एनर्जी तुसा सच्चों की मुखालफत होती है भाई, सच्चों की मुखालफत होती है, सच्चों की मुखालफत ये अगर एनर्जी तुसा यहोवाज विटनेस ते लांदे ना ते तुहाडे जेहड़े मसीह भाई ने वो खुश होंदे तुहाडे नाल। असल विच मैं ਤੁਹਾਨੂੰ ਦੱਸ ਰਿਹਾ ਮੌਰਮਨਸ ਯਹੋਵਾ ਵਿਟਨੈਸ ਈਵਨ ਕਿ ਅਗਰ ਮੈਂ ਮੁਸਲਮਾਨਾਂ ਦੇ ਨਾਲ ਗੱਲ ਕਰ ਰਿਹਾ ਹੁੰਦਾ ਨਾ, ਮਨਾਜ਼ਰੇ ਕਰ ਰਿਹਾ ਹੁੰਦਾ, ਤੇ ਅੱਜ ਯਕੀਨ ਕਰੋ ਮੇਰਾ ਕਿਤੇ ਨਾ ਹੋਣਾ ਸੀ ਜੇ। ਮੇਰੇ ਘਰ ਕੋਲ ਹੀ ਨਾ ਉਹ ਮੁਸਲਮਾਨ ਭਾਈ ਉਹ ਤੇ ਵੱਜ ਕੇ ਪੈਂਦੇ ਨੇ ਅੱਗੇ, ਕੋਈ ਮੁਸਲਮਾਨਾਂ ਦੇ ਨਾਲ ਕਵੇ ਨਾ ਕਿ ਆਓ ਜੀ ਮਨਾਜ਼ਰਾ ਕਰਨਾ ਹੈ, ਮੁਸਲਮਾਨ ਵੱਜ ਕੇ ਪੈਂਦੇ ਨੇ। ਇਹ ਤੇ ਦੌੜ ਜਾਂਦੇ ਨੇ, ਇਹਨਾਂ ਨੂੰ ਬੁਲਾਉਂਦੇ ਵੀ ਰਹੋ ਨਾ, ਗਾਲਾਂ ਆਪ ਕੱਢਣਗੇ ਤੇ ਫਿਰ ਕਹਿਣਗੇ ਇਹ ਗਾਲੀ ਬਾਜ਼ ਹੈ, ਸਾਨੂੰ ਗਾਲਾਂ ਕੱਢ ਕੇ ਚਲੇ ਜਾਂਦੇ ਨੇ ਤੇ ਬਾਅਦ ਚ ਮਸ਼ਹੂਰ ਕਰਦੇ ਨੇ ਕਿ जोसेफ से बात नहीं करते ये गाली बात है, ਤੇ ਗਾਲਾਂ ਵੀ ਮੈਨੂੰ ਕੱਢਣ ਦੇ ਹੁੰਦੇ ਨੇ। ਇੱਥੇ ਜਿੱਥੇ ਮੈਂ ਰਹਿਣਾ ਨਾ ਤੇ ਇੱਥੇ ਹੋਲ ਆਫ ਕਿੰਗਡਮ ਇਹਨਾਂ ਯਹੋਵਾ ਵਿਟਨੈਸਸ ਦਾ ਉਹ ਹੈ, ਤੇ ਪਹਿਲੇ ਕਿਰੇ ਆਂਦੇ ਸਨ ਦਰਵਾਜ਼ਾ ਖੜਕਾ ਕੇ ਨਾ, ਉਹ ਆਪਣੀ ਤਬਲੀਗ ਕੋਈ ਕਿਤਾਬਜਾ ਸੁੱਟ ਗਿਆ, ਕੋਈ ਗੱਲ ਕਰਦੀ ਤੇ ਉਹਨਾਂ ਤੇ ਲਾਂਦੇ। ਅਸਲ ਵਿੱਚ ਇਹ ਸਾਡੇ ਯਹੋਵਾਜ਼ ਵਿਟਨੈਸ ਨੇ ਇਸ ਤਰ੍ਹਾਂ ਦੇ, ਉਹ ਹੀ ਸਮਝ ਲਵੋ। ਤੇ ਨਹੀਂ ਯਹੋਵਾ ਵਿਟਨੈਸ ਨਹੀਂ ਨੇ, ਇਹ ਤੁਹਾਡੇ ਮੌਰਮਨਸ ਨੇ, ਕਿਉਂਕਿ ਮੌਰਮਨਸ ਜਿਹੜੇ ਨੇ ਨਾ ਜੀ ਉਹ ਜੋਜ਼ਫ ਸਮਿਥ ਨੂੰ ਮੰਨਦੇ ਨੇ ਨਾ, ਉਹਨਾਂ ਨੇ ਨਵਾਂ ਨਬੀ ਕਢਿਆ ਹੈ, ਉਹਨਾਂ ਦੀ ਆਪਣੀ ਨਵੀਂ ਕਿਤਾਬ ਹੈ ਮੌਰਮਨ ਦੀ ਕਿਤਾਬ। ਹਾਂਜੀ ਉਹ ਅਸਲ ਵਿੱਚ ਇਹ ਜ਼ਿਆਦਾ ਨੁਕਸਾਨ ਇਹਨਾਂ ਨੇ ਮੁਸਲਮਾਨਾਂ ਨੂੰ ਪਹੁੰਚਾਇਆ ਹੈ, ਇਸਲਾਮ ਤੇ ਨਹੀਂ ਕਿਹਾ ਜਾ ਸਕਦਾ। ਇਸਲਾਮ ਨੂੰ ਨੁਕਸਾਨ ਪਹੁੰਚਾ ਸਕਦੇ ਨੇ, ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ, ਤਾਂ ਕਰਕੇ ਫਿਰ ਉਹ ਤੁਹਾਡੇ ਭਾਈ ਕਹਿੰਦੇ ਨੇ ਯਾਰ ਇਹ ਤੇ ਸਾਡਾ ਡਾਇਰੈਕਟ ਇਹਨਾਂ ਨਾਲ ਕੋਈ ਤਾਲੁਕ ਹੀ ਕੋਈ ਨਹੀਂ। ਲੇਕਿਨ ਈਸਾ अलैहिस्सलाम ਜਿਹੜੇ ਨੇ, ਈਸਾ अलैहिस्सलाम ਉਹਨਾਂ ਦੇ ਬਾਰੇ ਚ ਜਿਹੜੇ ਉਸਨੇ ਗੱਲਾਂ ਕੀਤੀਆਂ ਨੇ, ਉਦੋਂ ਤੇ ਮਤਲਬ ਹੈ ਤੁਹਾਡੇ ਬੰਦਿਆਂ ਨੂੰ ਹੋਣਾ ਚਾਹੀਦਾ ਫੀਲਿੰਗ ਕਿ ਜਨਾਬ ਇਹ ਸਾਡੇ ਨਬੀ ਜੀ ਨੂੰ ਅਸੀਂ ਮੰਨਦੇ ਹਾਂ ਜੀ। ਯਾਰ ਕ੍ਰਿਸਚਨਾਂ ਨੇ ਤੇ ਕਿਤੇ ਬਾਈਬਲ ਬਹੁਤ ਸ਼ਾਦੋ ਨਾਦਰ ਕਿਤੇ ਪੜ੍ਹੀ ਹੋਏਗੀ, ਤੇ ਮਿਰਜ਼ੇ ਦੀ ਕਿਤਾਬ ਕਿੰਨੇ ਪੜ੍ਹਨੀ ਹੈ? ਉਹ ਤੇ ਮਰਜ਼ਈਆਂ ਨੇ ਨਹੀਂ ਪੜ੍ਹੀ, ਤੇ ਕ੍ਰਿਸਚਨਾਂ ਨੇ ਕਿੱਥੋਂ ਪੜ੍ਹਨੀ ਹੈ? अस्सलाम वालेकुम वरहमतुल्लाहि वबरकातुहू। जोसेफ भाई ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ? ਜਾਂ ਈਸਾ ਇਬਨ ਮਰੀਮ ਜਦੋਂ ਨਾਜ਼ਿਲ ਹੋਣਗੇ ਤੇ ਤੁਸੀਂ ਮੁਸਲਮਾਨ ਹੋ ਜਾਓਗੇ ਜਾਂ ਜਿਹੜੇ ਮੁਸਲਮਾਨ ਨੇ ਉਹ ਮਸੀਹ ਹੋ ਜਾਣਗੇ? ਕੀ ਫੈਸਲਾ ਹੋਏਗਾ ਉਸ ਟਾਈਮ, ਕੀ ਹੋਣਾ ਹੈ? ਫਾਤਿਮ ਸੀ ਦਾ ਟੌਪਿਕ ਅੱਜ ਕੱਲ ਛੱਡ ਛੜਿਆ ਜੀ। ਨਹੀਂ ਵੈਸੇ ਚਲੋ ਇਹ ਮਤਲਬ ਕਿ ਜਦੋਂ ਮਸੀਹ ਇਬਨ ਮਰੀਮ ਨਾਜ਼ਿਲ ਹੋਣਗੇ ਤੇ ਮੁਸਲਮਾਨ ਮਸੀਹ ਹੋ ਜਾਣਗੇ ਜਾਂ ਤੁਸੀਂ ਮਸੀਹ ਸਾਰੇ ਮੁਸਲਮਾਨ ਹੋ ਜਾਓਗੇ? ਕੀ ਫੈਸਲਾ ਕਰੋਗੇ? ਮੈਨੂੰ ਨਹੀਂ ਪਤਾ, ਜੋ ਮਸਾਇਆ ਕਹਿਣਗੇ ਉਹ ਹੋ ਜਾਣਗੇ। ਮਸਾਇਆ ਜੇ ਕਹਿਣਗੇ ਸਾਨੂੰ ਕਿ ਨਮਾਜ਼ਾਂ ਪੜੋ, ਅਸੀਂ ਨਮਾਜ਼ਾਂ ਪੜ ਲਾਂਗੇ, ਤੁਹਾਡੇ ਕੋਲ ਮਸੱਲੇ ਖੋਲ ਲਾਂਗੇ। ਜੇ ਮਸਾਇਆ ਨੇ ਕਿਹਾ ਸਲੀਮਾਂ ਲੈ ਕੇ ਨਿਕਲੋ ਤੇ ਸਲੀਮਾਂ ਲੈ ਕੇ ਨਿਕਲ ਪਾਂਗੇ। ਜੋ ਮਸਾਇਆ ਨੇ ਕਹਿਣਾ ਉਹੀ ਹੋਣਾ। ਉਹ ਕੀ ਕਹਿਣਗੇ? ਹੁਣ ਉਹ ਆਣਗੇ ਤਾਂ ਪਤਾ ਲੱਗ ਜਾਏਗਾ ਕੀ ਕਹਿਣਗੇ। ਤੁਹਾਡੀ ਤਾਲੀਮ ਦੇ ਮੁਤਾਬਿਕ ਕੀ ਕਰਨਗੇ? ਆਣਗੇ ਤੇ ਉਹਨਾਂ ਨੇ ਬਾਦਸ਼ਾਹਤ ਕਰਨ ਆਣਾ। ਬਾਦਸ਼ਾਹਤ ਸਿਰਫ ਬਾਦਸ਼ਾਹਤ ਕਰਨਗੇ, ਅਦਾਲਤ ਕਰਨਗੇ। ਅਦਾਲਤ ਕੀ ਫੈਸਲਾ ਸੁਣਾਉਣਗੇ ਬਈ ਮਸੀਹਤ ਸਹੀ ਮਜ਼ਹਬ ਹੈ ਜਾਂ ਇਸਲਾਮ ਸਹੀ ਮਜ਼ਹਬ ਹੈ? ਨਹੀਂ, ਉਹ ਉਹਨਾਂ ਦੇ ਲੋਕਾਂ ਦੇ ਅਮਾਲ ਦੇ ਹਿਸਾਬ ਦੇ ਨਾਲ ਉਹਨਾਂ ਦਾ ਫੈਸਲਾ ਕਰਨਗੇ ਬਸ। ਨਹੀਂ ਉਹੀ ਮਕਸਦ ਹੈ ਕਿ ਹਿਸਾਬ ਦੇ ਨਾਲ ਉਹਨਾਂ ਦਾ ਫੈਸਲਾ ਹੋਏਗਾ। ਹਾਂਜੀ, ਸ਼ਰੀਅਤ ਕਿਹਦੀ ਚੱਲੇਗੀ? ਮਿਰਜ਼ਾ ਸਾਹਿਬ ਆਪਣੇ ਫੈਸਲੇ ਕਰਾਉਣ ਵਾਸਤੇ ਗੁਰਦਾਸਪੁਰ ਦੀ ਅਦਾਲਤਾਂ ਜਾਂਦੇ ਸੀ। ਆਹੋ, ਮਿਰਜ਼ਾ ਸਾਹਿਬ ਤੇ ਭੱਠੇ ਦੇ ਮੁੰਸ਼ੀ, ਉਹ ਭੱਠੇ ਦੇ ਕਹਿਣ ਡਿਆ ਮਿਰਜ਼ਾ ਸਾਹਿਬ ਤੇ ਉਹ ਮੁਖਤਿਆਰੀ ਦਾ ਇਮਤਿਹਾਨ ਵੀ ਉਹਦੇ ਨਹੀਂ ਸੰਦੇ ਸਕੇ ਨਾ। ਨਹੀਂ ਮਤਲਬ ਤੁਸੀਂ ਮਤਲਬ ਮੈਂ ਉਹ ਨਾ ਕਰੋ। ਮਿਰਜ਼ਾ ਸਾਹਿਬ ਤੇ ਹੁਣ ਮਤਲਬ ਬਾਦਸ਼ਾਹਤ ਉਧਰੋਂ ਆ ਰਹੀ ਹੈ, ਅਕਸਰੀਅਤ 2 ਅਰਬ ਮੁਸਲਮਾਨ ਨੇ ਹੈ, ਤੁਸੀਂ ਹੁਣ ਸਾਰੇ ਮਿਲ ਜੁਲ ਕੇ ਕੋਈ ਕੰਮ ਤੇ ਕਰਨਾ ਹੈ ਨਾ ਇਕੱਠੇ। ਉਹ ਕਰ ਲਾਂਗੇ, ਅਸੀਂ ਸਲਾਈ ਪੈ ਜਾਾਂਗੇ, ਤੁਸੀਂ ਨਾ ਵਿੱਚ ਵਕੀਲ ਬਣੋ ਨਾ। ਤੁਸੀਂ ਫਿਰ ਪਰੇਸ਼ਾਨ ਕਿਉਂ ਹੋ ਰਹੇ? ਤੁਸੀਂ ਇੰਨੀ ਕਿਉਂ ਕ੍ਰਿਸਚਨਾਂ ਦੇ ਵਿੱਚ? ਮੈਂ ਤਾਂ ਕਹਿ ਰਿਹਾ ਜਿਹੜੀ ਸਾਹਮਣੇ ਤਹਿਰੀਰ ਲੱਗੀ ਹੈ ਨਾ, ਥੋੜੀ ਲੱਗੀ ਹੈ, ਜਿਹੜਾ ਸ਼ਰੀਰ ਹੈ ਤੇ ਮਕਾਰ ਹੈ, ਉਹਦੇ ਵਿੱਚ ਮਸੀਹ ਦੀ ਰੂਹ ਹੈ। ਜੋਸਫ ਭਾਈ ਥੋੜੀ ਛੋਟੀ ਜੀ ਜਮਾਤ ਕੋਲੋਂ ਇੰਨੀ ਵੱਡੀ ਮਸੀਹ ਦੁਨੀਆ ਔਰ ਇੰਨੇ ਸਰਕਾਰੀ ਮੁਸਲਮਾਨ 2 ਅਰਬ ਹੈ, ਕਿਉਂ ਪਰੇਸ਼ਾਨ? ਕੀ ਮਸਲਾ ਕੀ ਹੈ? ਜਹਾਲ ਨੇ ਨਾ, ਇਸ ਲਈ ਜਹਾਲ ਨੇ ਸਾਰੇ। ਇਹ ਕੀ ਪਰੇਸ਼ਾਨੀ ਲੱਗੀ? ਦਿਨ ਰਾਤ ਲੱਗੇ ਦੇ ਨੇ ਮੁਸਲਮਾਨ
ਔਰ ਪੂਰੀ ਦੁਨੀਆ ਨੂੰ ਠੀਕ ਨਹੀਂ ਕਰਨਾ ਚਾਹ ਰਹੇ, ਮੁਸਲਮਾਨਾਂ ਦੀ ਇਸਲਾਹ ਆਪਣਿਆਂ ਦੇ ਨਹੀਂ ਕਰਨਾ। ਅਹਿਮਦੀਆਂ ਦੇ ਪਿੱਛੇ ਕੀ ਸਾਰੇ ਤੁਸੀਂ ਵੀ ਜੋਸਫ ਭਾਈ ਤੁਹਾਨੂੰ ਕੀ ਮਸਲਾ ਹੋ ਗਿਆ ਵੀ ਅਹਿਮਦੀ ਇੰਨੀ ਵੱਡੀ ਮਸੀਹ ਦੁਨੀਆ ਹੈ, ਕਿੰਨੇ ਮੁੱਲਾ ਅੱਛਾ ਨਜ਼ੀਰ ਸਾਹਿਬ ਇਹ ਮੁਹੰਮਦੀ ਬੇਗਮ ਨਾਲ ਸ਼ਾਦੀ ਕਿਉਂ ਨਹੀਂ ਹੋ ਸਕਦੀ? ਤੁਸੀਂ ਵੇਖੋ ਨਜ਼ੀਰ ਸਾਹਿਬ ਤੁਸੀਂ ਕਿਸੇ ਇੱਕ ਗੱਲ ਦੇ ਉੱਤੇ ਟਿਕ ਜਾਓ। ਨਜ਼ੀਰ ਸਾਹਿਬ ਤੁਹਾਨੂੰ ਤੇਰਾ ਤੁਸੀਂ ਕਦੀ ਕਰਦੇ ਹੋ ਮੁਖਾਲਫਤ? 3 ਅਰਬ ਤੇ 2 ਅਰਬ 5 ਅਰਬ ਤੁਸੀਂ ਦੋਵੇਂ ਭਾਈ ਹੈਗੇ ਤੁਸੀਂ ਫਿਰ ਗੱਲ ਹੀ ਮਸੀਹ ਭਾਈ 5 ਅਰਬ ਜਾਹਿਲ ਬੈਠੇ ਸਾਰੇ ਕੋਲ ਡਰ ਰਹੇ ਨੇ, ਕੀ ਚੱਲ ਰਿਹਾ ਕਿਉਂ ਡਰ ਰਹੇ? ਆਪਸ ਵਿੱਚ ਗੱਲ ਕਰ ਲਵੋ। ਥੱਲੇ ਇੱਕ ਬੰਦਾ ਤੁਹਾਡਾ ਆਇਆ ਜੇ ਜੋਸਫ ਭਾਈ ਕੀ ਘਬਰਾਹਟ ਹੋ ਰਹੀ ਹੈ? ਸਾਰੇ ਘਬਰਾਹਟ ਹੋ ਰਹੀ ਹੈ। 5 ਅਰਬ ਲੋਕਾਂ ਨੂੰ ਘਬਰਾਹਟ ਹੋ ਰਹੀ ਹੈ। ਉਹ ਇੱਕ ਬੰਦੇ ਨੇ ਗੱਲ ਕੀਤੀ ਹੈ, ਬੰਦੇ ਨੇ ਕਿਹਾ ਕਿ ਸਾਰੇ ਜਾਹਿਲ ਨੇ। ਮੈਂ ਤੁਹਾਨੂੰ ਬਹਾਨਾ ਜਾਹਿਲ ਕੌਣ ਹੈ? ਨਹੀਂ ਗੱਲ ਸੁਣੋ ਨਾ, ਮੈਂ ਜਿਹੜਾ ਸਵਾਲ ਕਰ ਰਿਹਾ ਨਜ਼ੀਰ ਸਾਹਿਬ ਦਾ ਜਵਾਬ ਦਿਓ। 5 ਅਰਬ ਦੀ ਆਬਾਦੀ ਜਿਹੜੀ ਹੈ ਉਹ ਅਹਿਮਦੀਆਂ ਕੋਲ ਡਰ ਰਹੀ ਹੈ। ਨਜ਼ੀਰ ਸਾਹਿਬ ਗੱਲ ਸੁਣੋ। ਕਿੰਨੇ ਤੁਹਾਨੂੰ ਕਿਹਾ ਡਰਨ ਦੀ ਹੈ? ਨਜ਼ੀਰ ਸਾਹਿਬ ਇਦਾਂ ਨਹੀਂ ਹੋਣਾ। ਇੱਕ ਮਿੰਟ ਮੈਨੂੰ ਬੋਲਣ ਦਿਓ, ਤੁਸੀਂ ਲੋਕ ਡਰ ਜਾਂਦੇ ਹੋ। ਮੈਨੂੰ ਬੋਲਣ ਦਿਓ ਨਾ। ਸੁਣਿਓ, ਪਾਣੀ ਪੀਵੋ, ਪਾਣੀ ਸੁਣੋ। ਇਹ ਹੁਣੇ ਵੀ ਗੱਲ ਦੇਖੋ ਗੱਲ ਸੁਣੋ। ਗੱਲ ਇਸ ਤਰ੍ਹਾਂ ਕਿ ਜੋਸਫ ਸਾਹਿਬ ਤੁਹਾਡੀ ਸਲੀਵ ਟੁੱਟ ਗਈ ਹੈ। ਗੱਲ ਸੁਣੋ ਨਾ, ਹੁਣ ਬੋਲਿਆ ਉੱਤੇ ਗਲੇ ਚ ਹੈ ਜੇ ਕਿ ਤਰੋੜ ਦਿੱਤੀ ਗਾਲੀਆਂ ਕੱਢੇਗਾ ਹੁਣ ਵੇਖੀ ਹੈ। ਕਹਿੰਦਾ ਮੈਂ ਤਾਂ ਗਲੇ ਦੇ ਵਿੱਚ ਹੀ ਪਾ ਕੇ ਅਸਾਂ ਤਾਂ ਸੁਣਿਆ ਕਸਰੇ ਸਲੀਬ ਹੋ ਗਈ ਹੈ। ਨਜ਼ੀਰ ਮੇਰਾ ਖਿਆਲ ਹੈ ਤੁਹਾਡੇ ਕੋਲ ਸਲੀਬ ਕੋਈ ਨਹੀਂ ਹੈ। 1500 ਸਾਲ ਹੋ ਗਏ ਰਸੂਲੇ ਕਰੀਮ ਸੱਲੱਲਾਹੁ ਨੂੰ ਗਿਆ। ਤੁਹਾਡੀ ਸਲੀਬ ਜਿਹੜੀ ਹੈ ਨਾ, ਮੇਰਾ ਖਿਆਲ ਹੈ ਸਾਰੀ ਦੁਨੀਆ ਵਿੱਚ ਇਸਲਾਮ ਫੈਲ ਗਿਆ। ਦੱਸੋ 1500 ਸਾਲ ਹੋ ਗਏ ਨੇ। ਜਵਾਬ ਜੋ ਨਜ਼ੀਰ ਕਸਰੇ ਸਲੀਬ ਦਾ ਦਾਵਾ ਕੀਤਾ ਕਿਸੇ ਨੇ? ਕਸਰੇ ਸਲੀਬ ਦਾ ਕਿਹਦਾ ਦਾਵਾ ਹੈ? ਹੁਣ ਨਹੀਂ ਬੋਲੇਗਾ ਜਵਾਬ ਕਿਹਦਾ ਦਾਵਾ ਹੈ ਕਸਰੇ ਸਲੀਬ ਦਾ? ਜਵਾਬ ਨਹੀਂ ਦੇਗਾ ਬੇਟਾ ਜੀ, ਜਵਾਬ ਨਹੀਂ ਦੇਗਾ ਤੂੰ, ਤੇਰੇ ਕੋਲ ਜਵਾਬ ਹੀ ਨਹੀਂ ਹੈ। ਅੱਛਾ ਜੇ ਇਸ ਤਰ੍ਹਾਂ ਤੂੰ ਮੁਖਾਤਬ ਕਰੇਂਗਾ ਤੇ ਮੈਂ ਤੈਨੂੰ ਜਵਾਬ ਚ ਅਗਰ ਕੋਈ ਦਵਾਈ ਦੇਵਾਂਗਾ ਤੇ ਫਿਰ ਸੈਣੀ ਸਾਹਿਬ ਦੀ ਤਰ੍ਹਾਂ ਦਾ ਇਨਸਾਨ ਹੁੰਦਾ ਹੈ ਸ਼ਿਕਾਇਤਾਂ ਤੇ ਨਹੀਂ ਲਾਣਗੇ ਮਰਜ਼ਾਈ ਜਾ ਕੇ। ਜਿਸ ਤਰ੍ਹਾਂ ਦਾ ਇਨਸਾਨ ਹੁੰਦਾ ਹੈ ਨਾ ਉਸੇ ਤਰ੍ਹਾਂ ਹੀ ਬੋਲਿਆ ਜਾਂਦਾ ਹੈ। ਯਾਨੀ ਮੈਂ ਜਿਸ ਤਰ੍ਹਾਂ ਦਾ ਇਤਨੀ ਕੀ ਗੰਦੀ ਹੈ ਤੇ ਇੰਨਾ ਲਿਲਾਹ व ਇੰਨਾ ਇਲਾਹਾ ਰਾਜੂਨ ਆਪਣੇ ਆਪ ਨੂੰ ਮੁਸਲਮਾਨ ਕਰਨਾ। ਠੀਕ ਹੈ, ਮੈਂ ਤਾਂ ਨਜ਼ੀਰ ਸਾਹਿਬ ਨੇ ਫਿਰ ਉਹਨੇ 10 ਮਿੰਟ ਬਾਅਦ ਸੈਣੀ ਸਾਹਿਬ ਦੀ ਬਰਾਤ ਤੇ ਜਾ ਕੇ ਨਾ ਰੰਡੀ ਰੋਣਾ ਵੀ ਕਰਨਾ ਉੱਥੇ। ਨਜ਼ੀਰ ਸਾਹਿਬ ਨੇ ਪੁੱਛਿਆ ਹਜ਼ਰਤ ਈਸਾ ਜਿਹੜਾ ਸੈਣੀ ਸਾਹਿਬ ਦੀ ਬਰਾਤ ਤੇ ਜਾ ਕੇ ਨਾ ਰੰਡੀ ਰੋਣਾ ਪਾਣਾ ਨਾ, ਵੇਖਣ ਵਾਲਾ ਹੋਣਾ ਹੈ। ਮੁਸਲਮਾਨਾਂ ਵੱਲ ਜਾਣ ਤੋਂ ਸੈਣੀ ਸਾਹਿਬ ਤੁਹਾਨੂੰ ਕੀ ਦੱਸੀਏ, ਪਿਛਲੇ 24 ਘੰਟੇ ਚ ਨੇ ਬੜੀ ਤੋਹੀਨ ਕੀਤੀ ਸਾਡੇ ਮਸੀਹ ਮੌਦ ਦੀ। ਆਪਣੇ ਕਰਤੂਤ ਜਵਾਬ ਕਰੋਗੇ ਉਹ ਤੁਸੀਂ ਨਹੀਂ ਟਿਕ ਸਕਦੇ ਗੱਲ ਅੱਗੇ। ਕਿਹੜੀ ਗੱਲ ਦਾ ਟਿਕਾਣਾ? ਨਜ਼ੀਰ ਸਾਹਿਬ ਨੇ ਇੱਕ ਸਵਾਲ ਪੁੱਛਿਆ। ਇੱਕ ਹਵਾਲਾ ਪੜਨ ਦੋ KFC ਸਾਹਿਬ। ਤੁਸੀਂ ਨਹੀਂ ਹਵਾਲੇ ਤੇ ਛੱਡੋ, ਜਵਾਬ ਦਿਓ। ਤੁਹਾਡੇ ਦਲਾਇਲ ਨਹੀਂ, ਮੈਂ ਤੁਹਾਡੀ ਕਿਤਾਬ ਪਿਆ ਪੜਨਾ। ਤੁਹਾਡੇ ਦਲਾਇਲ ਨਹੀਂ, ਕਿਤਾਬ ਵੱਲ ਨਾ ਜਾਓ। ਨਹੀਂ ਸੁਣਿਓ, ਕਿਤਾਬ ਵੱਲ ਨਾ ਜਾਓ। ਕਿਉਂ ਕਿਤਾਬ ਵੱਲ ਕਿਉਂ ਨਾ ਜਾਓ? ਮੈਂ ਵਹਾਬੀ ਵਾਲੀਆ ਤੇ ਮੈਂ ਗਿਆ ਵਾਂ। ਤੁਸੀਂ ਛੱਡੋ ਕਿਤਾਬਾਂ ਦੇ ਉੱਤੇ ਲਾਨਤ ਪਾ ਦੋ। ਅਸੀਂ ਕਿਉਂ ਜਾਈਏ ਕਿਤਾਬਾਂ? ਅੱਛਾ ਦੱਸੋ ਗੱਲ ਸੁਣੋ। वहाबी और बरेलवी दोनों अपने हाथ से कुछ लिखा हो। अब इतनी फुर्सत नहीं कि इबादत की इबादत को उम्दगी से दुरुस्त कर दिया जावे। बरेलवी और वहाबी भाई ने कि बहुत वसी है। मिर्जा साहब नहीं आगे ਤੁਸੀਂ ਕੋਈ ਨਹੀਂ ਐਸਾ ਬੜੀ ਦੁਸ਼ਮਣੀ ਹੈ। अच्छा ना होने ਤੁਸੀਂ ਇਹ ਮਾਂ ਮਰ ਜਾਏਗੀ। ਤੁਸੀਂ ਨਹੀਂ ਆਗੇ। ਤੁਸੀਂ ਛੋਟੀ ਦੀ ਜਮਾਤ को ਤੁਸੀਂ ਇੰਨੇ ਕ ਡਰੇ ਹੋਏ ਹੋ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ। ਇੰਨੇ ਕ ਡਰੇ ਹੋ। इबादत ਤੁਹਾਡਾ ਫਾਇਦਾ ਨਹੀਂ ਗੱਲ ਕਰਦਾ ਹੈ ਜੀ। ਤੁਸੀਂ ਨਜ਼ੀਰ ਸਾਹਿਬ ਦਾ ਇਹ ਨਹੀਂ ਜਵਾਬ ਦੇ ਸਕੇ ਕਿ ਉਹਨਾਂ ਨੇ ਬਜ਼ੁਰਗਾਂ ਨੇ ਪੁੱਛਿਆ ਸੀ ਕਿ ਹਜ਼ਰਤ ਈਸਾ अलैहिस्सलाम ਆ ਗਏ ਕਿੱਧਰ ਜਾਣਗੇ? ਗਰਜ਼ ਕੁਝ ਵੀ ਨਹੀਂ ਮਿਲਦਾ ਸਾਹਿਬ ਕੋਲ। ਜਾਹਿਲ ਤੁਸੀਂ ਸਾਰੇ। ਇੰਨਾ ਲਿਲਾਹ व ਇੰਨਾ इलैहि राजिऊन। अब देखो मिर्जा साहब कहते हैं कि ये आजिज एक जाहिल है, एक उम्मी और जाहिल आदमी है। अब देखो आप ही गाला गुला कट के चले गए ना। ਇਹ ਇਹਨਾਂ ਦਾ ਖਿਲਾ ਕੇ ਤੇ ਫਿਰ ਇਹਨਾਂ ਨੇ 10-15 ਮਿੰਟ ਬਾਅਦ ਜਾ ਕੇ ਸੈਣੀ ਸਾਹਿਬ ਦੀ ਬਰਾੜ ਤੇ ਇਹਨਾਂ ਦਾ ਰੰਡੀ ਰੋਣਾ ਉੱਥੇ ਸੁਣਨ ਵਾਲਾ ਹੋਣਾ। ਉਹ ਸੈਣੀ ਸਾਹਿਬ ਤੁਹਾਨੂੰ ਕੀ ਦਸੀਏ ਨੇ ਬੜੀ ਤੋਹੀਨ ਕੀਤੀ ਜੇ ਸਾਡੇ ਮਸੀਹ ਮੌਦ ਦੀ। ਫਿਰ ਉੱਥੇ ਬੰਦੇ ਨੇ ਇਸ ਤਰੀਕੇ ਇਹ ਮਰਦਈ ਇਹ ਇੰਜ ਨਹੀਂ ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਕੋਈ ਚੋਰ ਜਾਂ ਡਕੈਟ ਕਿਧਰੇ ਵਾਰਦਾਤ ਪਾਣ ਨਹੀਂ ਜਾਂਦਾ, ਬੜੀ ਕਾਲੀ ਹੁੰਦੀ ਉਹਨੂੰ, ਛੇ ਸਮੇਟਦਾ ਸਾਰਾ ਕੁਝ, ਸਾਰਾ ਮਾਲ ਮਤਲਬ ਛੇ ਸਮੇਟ ਕੇ ਨੱਸਣ ਦੀ ਕਰਦਾ ਕਿਤੇ ਮੈਂ ਪੜਿਆ ਨਾ ਜਾਵਾਂ। ਇਹ ਮਰਦਈ ਵੀ ਇੰਜ ਹੀ ਕਰਦੇ ਨੇ, ਆਂਦੇ ਨੇ ਇੰਨੀ ਇਹਨਾਂ ਨੂੰ ਕਾਲ ਲੱਗੀ ਹੁੰਦੀ ਵੀ ਛੇਤੀ ਆਪਣਾ ਜੋ ਗੰਦ ਅੰਦਰ ਭਰਿਆ ਹੋਇਆ ਵਾ ਉਹ ਫੌਰਨ ਇੱਥੇ ਢੇਲੋ ਤੇ ਨਿਕਲਣ ਦੀ ਕਰੋ, ਗੱਲ ਨਹੀਂ ਸੁਣਨੀ ਫਿਰ ਦੁਬਾਰਾ। ਸਾਰੇ ਮਰਦਈ ਇੰਜ ਸਪੀਡ ਹੀ ਆਂਦੇ ਨੇ, ਸਪੀਡ ਹੀ ਜਾ ਰਹੇ ਹੁੰਦੇ। ਸਾਡੀ ਕਿਸਮਤ ਚ ਕਚਰਾ ਹੀ ਰਹਿ ਗਿਆ।
असल में वो हिंदू नहीं जिस तरह कहते कि उसकी आत्मा को शांति नहीं मिलेगी, वो भटकती रहेगी। ये ना अपना टोकरा भराण आंदे ने। अगर तुम नहीं दूई बरात जाके फिर इंज करेगा, एक बार चंगी टकोर किधर हो जाती है ना, फिर शाम तक ऑनलाइन नहीं होंगे, टोकरा फुल हो जाता है, फिर ऑनलाइन नहीं होंगे। अज तुम आजमा लो। ਨਜ਼ੀਰ ਭਾਈ, ਸੰਗੀ ਜਿਹੜੇ ਤੁਹਾਡੇ ਨੇ ਬੱਟ ਸਾਹਿਬ, ਉਹਨਾਂ ਵਾਲੇ ਪਾਸੋਂ ਕੋਈ ਸਕੂਨ ਹੈ ਇਹਦੇ? ਇਹ ਜਿਹੜੀ ਰਾਤੀ ਆਡੀਓ ਕਿ ਲੈ ਜਾ ਜੀ ਹਾਂ, ਆਓ ਸਵੇਰੇ ਚਲਾਈ, ਮੈਂ ਤੁਸੀਂ ਸੁੱਤੇ ਹੋ ਰਹੇ ਹੋ ਸਵੇਰੇ। ਨਹੀਂ ਅਰਲੀ ਮੈਂ ਸੁਬਾਹ ਆਇਆ ਹੀ ਨਹੀਂ। ਅੱਛਾ, ਬਾ ਉਹ ਬਿਮਾਰ ਆਦਮੀ ਚਿਕਨ ਟਿਕਨ ਮਾਰਦਾ ਰਹਿੰਦਾ। ਉਹੀ ਨਾ, ਉਹਨੇ ਛੱਡਣਾ ਨਹੀਂ ਤੁਹਾਨੂੰ। ਅਗਰ ਉਸਨੇ ਇਧਰੋਂ ਫਾਰਗ ਹੋ ਗਿਆ ਨਾ, ਕਹਿੰਦਾ ਸ਼ੁਕਰ ਕਰੋ ਮੈਂ ਇੱਥੇ ਵਿੱਚ ਆ ਲੈ, ਤੇ ਜੇ ਮੈਂ ਵਿੱਚ ਨਾ ਰਿਹਾ ਤੇ ਫਿਰ ਜਨਾਬ ਤੁਸੀਂ ਦੇਖੋਗੇ। ਇੱਕ ਦਿਨ ਮੈਂ ਨਾ ਇੱਕ ਵੀਡੀਓ ਵੇਖ ਰਿਹਾ ਸੀ ਟਿਕਟੌਕ ਤੇ। ਉਹ ਅਮਰੀਕਾ ਦੇ ਵਿੱਚ ਨਾ ਕੋਈ ਇੰਡੀਅਨ ਖਤੂਨ ਦੱਸ ਰਿਹਾ ਸੀ ਵੀ ਖਤੂਨ ਸੀ ਇੰਡੀਅਨ, ਤੇ ਉਹਨੇ ਕਿਸੇ ਨਾ ਸ਼ਾਪਿੰਗ ਮਾਲ ਦੇ ਵਿੱਚੋਂ ਕੀਤੀ ਚੋਰੀ। ਤੇ ਉਹ ਬਿੱਲ ਯਾਨੀ ਚੋਰੀ ਇਦਾਂ ਕੀਤੀ ਵੀ ਸਮਾਨ ਲਿਆ ਤੇ ਬਿੱਲ ਦਿੱਤੇ ਬਗੈਰ ਹੀ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਜਾਂ ਨਿਕਲ ਗਈ ਸੀ ਬਾਹਰ। ਉਹ ਪੁਲਿਸ ਵਾਲਿਆਂ ਨੇ ਨੱਪ ਲਈ। ਜਦੋਂ ਉਹਨੂੰ ਨੱਪ ਲਿਆ ਤੇ ਉਹ ਕਹਿੰਦੀ ਵੀ ਜਿਹੜਾ ਨਾ ਮੈਨੂੰ ਛੱਡ ਦਿਓ, ਮੈਂ ਜਨਾਬ ਐਂਦਾ ਤੋਂ ਨਹੀਂ ਕਰਦੀ। ਤੇ ਪੁਲਿਸ ਵਾਲੇ ਨੂੰ ਵਾਹ ਮਿੰਤਰਲੇ ਕਰੀ ਜਾਏ। ਤੇ ਫਿਰ ਉਹ ਕਹਿੰਦੀ ਪੁਲਿਸ ਵਾਲੇ ਨੂੰ ਵੀ ਨਹੀਂ, ਮੈਂ ਬਿੱਲ ਪੇ ਕਰਨ ਵਾਸਤੇ ਤਿਆਰ ਹਾਂ, ਮੈਂ ਬਿੱਲ ਪੇ ਕਰ ਦਿੰਨੀ ਆ, ਤੇ ਮੈਨੂੰ ਜਾਣ ਦਿਓ, ਮੇਰੇ ਤੇ ਜਿਹੜਾ ਨਾ ਕੇਸ ਨਾ ਕਰਾਓ, ਮੈਂ ਬਿੱਲ ਪੇ। ਉਹਨੇ ਬੜੇ ਤਰਲੇ ਮਾਰੇ, ਉਹ ਬਾਰ-ਬਾਰ ਕਹਿ ਰਹੇ ਸੀ ਮੈਂ ਬਿੱਲ, जब मैं बिल पे कर रही हूँ तो फिर बिल मैं पे कर रही हूँ, आई वाना पे, बिल पे कर रही ਹਾਂ ਮੈਂ, ਬਿੱਲ ਲੈ ਲਓ ਤੁਸੀਂ, ਛੱਡ। ਮੈਨੂੰ ਪੁਲਿਸ ਵਾਲਿਆਂ ਨੇ ਨਹੀਂ ਛੱਡਿਆ। ਤੇ ਮੈਨੂੰ ਉੱਥੇ ਗੱਲ ਯਾਦ ਆ ਗਈ। ਮੈਂ ਕਿਹਾ ਵੀ ਇਹ ਵੇਖੋ, ਦੁਨੀਆ ਦਾ ਕਾਨੂੰਨ ਜਿਹੜਾ ਵੇ, ਅਗਰ ਤੁਸੀਂ ਕਿਧਰੇ ਚੋਰੀ ਕਰ ਲਈ ਆ ਤੇ ਉਹ ਤੁਸੀਂ ਅਗਰ ਉਹਨੂੰ ਵਾਪਸ ਕੰਪਨਸੇਟ ਵੀ ਕਰਨ ਦੀ ਕੋਸ਼ਿਸ਼ ਕਰੋ, ਯਾਨੀ ਜਿੰਨੇ ਪੈਸੇ ਤੁਸੀਂ ਚੁਰਾ ਕੇ ਲਿਜਾਣਾ ਚਾਹ ਰਹੇ ਹੋ, ਜਿੰਨਾ ਮਾਲ ਚੁਰਾ ਕੇ ਲਿਜਾਣਾ ਚਾਹ ਰਹੇ ਹੋ, ਅਗਰ ਤੁਸੀਂ ਵਾਪਸ ਪੈਸੇ ਵੀ ਦੇ ਦਿਓ ਤੇ ਦੁਨੀਆ ਦਾ ਕਾਨੂੰਨ ਵੀ ਤੁਹਾਨੂੰ ਕੋਈ ਨਹੀਂ ਛੱਡਣ ਲੱਗਾ। ਜਿਹੜਾ ਪਰਫੈਕਟ ਵੀ ਨਹੀਂ ਹੈ, ਅਗਰ ਨਾ ਉਹਨਾਂ ਦੀ ਨਜ਼ਰ ਚੜ੍ਹਦੀ ਤਾਂ ਨਿਕਲ ਵੀ ਸਕਦੀ ਸੀ, ਤੇ ਅੱਲਾਹ ਤਾਲਾ ਦੀ ਨਜ਼ਰ ਚੋਂ ਤਾਂ ਕੋਈ ਨਿਕਲ ਸਕਦਾ ਹੀ ਨਹੀਂ। ਤੇ ਮੈਂ ਕਿਹਾ ਜਿਹੜੇ ਮਰਜ਼ਈ ਲਾਉਂਦੇ ਨੇ बहाने कि मिर्जा साहब ने जी वो ऐलान कर दिया था कि जिन्होंने इब्राहिम के पैसे दिए हुए अपने पैसे वापस ले लें। मैं भी दुनिया वाले ने अमेरिका वाले ने नहीं बुढ़ी छड़ी, वो पैसे तो देन लगी सी, मैं जी माल लैके निकलन लगी सी तो मैं पैसे दे देनी है। उन्होंने कहा नहीं, पैसे तू भावें दे भी देंगी, पैसे देण दे नाल जिहड़ी चोरी तू करन लगी सी, जो मालक दा नुकसान होना सी, वो नुकसान ते भरिया जाएगा, लेकिन जेड़े तेरे दे अंदर करतूत पाया जांदा वा, तू माशरे नूं भी खराब करेंगी ते लोकां दा होर भी नुकसान करेंगी। तू उन्नी देर बाद नहीं आण लगी जिन्नी देर तेरे लित्तर ना पै, अंदर ना तेनू दिता जिन्नी देर ते उन्नी देर तो बाद को नहीं आण लगी। हालांकि जो चोरी उन्हें की सी, वो तो वापस कर रही सी, पैसे जिन्ना मालक दा नुकसान होना सी, समान जिहड़ा लैके जा रहे वो मालक नूं मिल रहा सी, फिर भी उन्होंने नहीं छड्डिया। क्यों? क्योंकि असल दे विच ओ जो उन्हें जुर्म कीता सी ना, ਉਹਦੀ सजा ਇਹ नहीं है कि भाई तुसी वो समान वापस कर दियो, बल्कि कानून ये कहता वा कि उन्होंने ऐसी सजा दियो कि अगे तो यह जुर्म करे भी ना। ਇਹ ਜਿਹੜੇ ਮਰਦਈ ਕਹਿੰਦੇ ਨੇ ਵੀ ਇਬਰਾਹੀਮ ਦਾ ਪੈਸਾ ਲੈ ਕੇ ਤੇ ਮਿਰਜ਼ਾ ਸਾਹਿਬ ਨੇ ਆਖਿਆ ਵੀ ਨਹੀਂ ਨਹੀਂ ਤੁਸੀਂ ਇਹ ਵਾਪਸ ਲੈ ਲਓ, ਜਿਹਨੇ ਜਿਹਨੇ ਪੈਸੇ ਦਿੱਤੇ ਨੇ ਇਸ਼ਤਿਹਾਰ ਜਿਹਾ ਸ਼ਾਇਆ ਕਰ ਦਿੱਤਾ ਜੀ, ਪੈਸੇ ਵਾਪਸ ਲੈ ਲਓ। ਤੇ ਇਹਨਾਂ ਨਾਲ ਕੀ ਬਣੇਗੀ ਅਗਲੇ ਜਾਨ, ਕਿਉਂਕਿ ਪੈਸੇ ਭਾਵੇਂ ਮਿਰਜ਼ਾ ਗੁਲਾਮ ਕਾਦੀਆਨੀ ਡਬਲ ਵਾਪਸ ਕਰ ਛੱਡਦਾ, ਜਿਨ੍ਹਾਂ ਕੋ 50-50 ਲੈ ਸੀ ਉਹਨਾਂ ਨੂੰ 100-100 ਵਾਪਸ ਕਰਦਾ, ਜਿਨ੍ਹਾਂ ਕੋ 5-5 ਲੈ ਸੀ ਉਹਨਾਂ ਨੂੰ 10-10 ਵਾਪਸ ਕਰਦਾ, ਜਿਨ੍ਹਾਂ ਕੋ 100-100 ਲਿਆ ਸੀ ਉਹਨਾਂ ਨੂੰ 200-200 ਵਾਪਸ ਕਰਦਾ। ਫਿਰ ਵੀ ਜਿਹੜੀ ਇਹ ਉਹਦੀ ਗੰਦੀ ਹਰਕਤ ਸਾਬਤ ਹੋਈ ਆ ਕਿ ਇਹ ਬੰਦਾ ਖਾਇਨ ਸੀ, ਇਹਦੀ ਫਿਤਰਤ ਦੇ ਵਿੱਚ ਖਿਆਨਤ ਕਰਨਾ ਸੀ, ਇਹ ਤੇ ਨਹੀਂ ਨਾ ਖਤਮ ਹੋ ਸਕਦੀ। ਕਿਉਂਕਿ ਅਗਰ ਉਹ ਖਾਇਨ ਨਾ ਹੁੰਦਾ, ਉਹਦੀ ਫਿਤਰਤ ਦੇ ਵਿੱਚ ਖਿਆਨਤ ਨਾ ਹੁੰਦੀ, ਉਹਨੇ 1 ਰੁਪਇਆ ਵੀ ਕਿਸੇ ਦਾ ਨਹੀਂ ਸਿਖਾਣਾ, 1 ਰੁਪਇਆ ਵੀ।
ਫਿਰ ਨੰਬਰ 2, ਜਿਸ ਮਕਸਦ ਵਾਸਤੇ ਕਿਸੇ ਨੇ ਦਿੱਤੇ ਸੀ ਉਹਨੇ ਉਸੇ ਮਕਸਦ ਤੇ ਲਾਣੇ ਸੀ। ਇਹ ਨਹੀਂ ਵੀ ਜਿਹੜਾ, ਇਹ ਵੀ ਖਿਆਨਤ ਆ। ਇਹ ਮਰਜ਼ਈ ਜਿਹੜੇ ਨੇ ਨਾ, ਇਹ ਪਤਾ ਨਹੀਂ ਅਸਲ ਦੇ ਵਿੱਚ ਇਹਨਾਂ ਕੋ ਵਿਚਾਰਿਆਂ ਨੂੰ ਕੋਈ ਦਫਾ ਵਾਸਤੇ ਕੁਝ ਹੈ ਕੋਈ ਨਹੀਂ, ਤੇ ਸ਼ਾਇਦ ਮਜਬੂਰ ਹੁੰਦੇ ਨੇ ਇੰਦੇ ਟਕੋਸਲੇ ਲਾਉਣ ਵਾਸਤੇ। ਬਈ ਕਹਿ ਰਹੇ ਨੇ ਜੀ, ਜਦੋਂ ਇਹਨਾਂ ਨੂੰ ਪੁੱਛਿਆ ਮਰਦਈ ਨੂੰ ਵੀ ਇਹ ਮਿਰਜ਼ਾ ਗੁਲਾਮ ਕਾਦਰ ਨਹੀਂ ਕਹਿ ਰਿਹਾ ਕਿ ਮੈਨੂੰ ਇਬਰਾਹੀਮ ਦੇ ਜਿਹੜੇ ਪੈਸੇ ਲੱਭੇ ਮੈਂ ਆਪਣੇ ਖਰਚਿਆਂ ਮਰਚਿਆਂ ਤੇ ਆਪਣੀ ਜ਼ਰੂਰਤਾਂ ਤੇ ਖਰਚ ਕਰ ਲੈ, ਤੇ ਆਂਦੇ ਜੀ ਬਾਅਦ ਦੇ ਵਿੱਚ ਉਹਨਾਂ ਨੇ ਮਿਰਜ਼ਾ ਸਾਹਿਬ ਨੇ ਜਿਹੜਾ ਹੈ ਉਹ ਪੈਸੇ ਜਿਹੜੇ ਵਾਪਸ ਉਹਨਾਂ ਨੂੰ ਕਰ ਦਿੱਤੇ। ਉਧਰ ਜ਼ਰੂਰਤ ਸੀ ਉਧਰ ਲਾ ਲਿਆ, ਤੇ ਬਾਅਦ ਚ ਉਧਰੋਂ ਲੈ ਕੇ इधर कर देते। असल में ये भी खयानत है कि अगर आपने किसी बंदे ने आपको पैसे दिए किताब छापने के लिए, और उन पैसों से आपने कोई किसी गरीब यतीम को एक कमरा बना के दे दिया। अब देखें, जिसने किताब छापने के लिए दिए उसने भी नेकी की नीयत से दिए हैं, और जो आपने काम किया है किसी गरीब को दीवार बना के दी है वो भी आपने नेकी का काम किया, लेकिन आपने खयानत फिर भी की है, क्योंकि वो जो बंदे जिस बंदे ने जिस नीयत से आपको पैसे दिए वो दिए थे किताब छापने के लिए, वो यतीम की दीवार खड़ी करने के लिए नहीं। मतलब बात करने का ये है कि अगर आप एक काम की गरज से दिया हुआ पैसा, नेक काम की गरज से दिया हुआ पैसा किसी दूसरे नेक काम में भी मालिक की इजाजत के बगैर लगाते हैं तो ये भी खयानत है। तो मिर्जे ने तो नेक काम किया ही नहीं, इसने तो अपने करतूतों पे लगाए हैं। बुढ़ी ਨੂੰ ਜ਼ੇਵਰ ਲੈ ਦਿਓ, ਬੁੱਢੀ ਦੀਆਂ ਸ਼ਾਪਿੰਗਾਂ ਕਰਾ ਲਿਓ, ਕੋਕੋ ਵਾਈਨ ਲੈ ਲਓ ਜੀ, ਫਿਊਨ ਲੈ ਲਓ, ਤੇ ਜਨਾਬ ਵਨ ਫੋਨ ਨੁਸਖੇ मतलब सादक और अमीन फिर नहीं साबित। हाँ जी, तो मिर्जा ने तो ये सारे पैसे खर्च अपने जाती जरूरियात पे, बेगम के खर्चों पे किए हैं, तो इसको कैसे जस्टिफाई किया जा सकता है? तो ये मिर्जे गुलाम कादियानी के ये जो ढकोसले मर्जियों के कि वो पैसे वापस कर दिए थे या ऐलान का, हालांकि इसको भी अगर डीपली देखा जाए ना, तो पहली बात तो ये है कि जिस तरह मिर्जे गुलाम कादियानी को पैसे लोगों ने दिए ना, इसके इश्तिहार पे, इश्तिहार इसने दिया, लोगों ने, किसी ने लिफाफों खत के लिफाफों में भेज दिए, किसी ने दस्ती भेज दिए, किसी ने मनी ऑर्डर कर दिए। मिर्जे को चाहिए था कि अगर ये दयानतदार होता तो ऐलान ना करता, इश्तिहार ना छापता, बल्कि उनके पैसे उनको वापस देता। नंबर एक बात। दूसरी बात यह है कि इसके पास उनका हिसाब किताब होना चाहिए था। अगर ये अमीन होता तो ये हर बंदे का हिसाब किताब रखता, क्योंकि उन्होंने अमानतन पैसे दिए हैं, उन्होंने को तुम्हें चंदा नहीं दिया कि भैया अब ये तुम्हारे ही हैं, जो मर्जी करो, तो भाई तुमने उसका हिसाब नहीं रखना। उन्होंने तुम्हें पैसे दिए हैं किताब वापस लेने के लिए तुमसे, तो इसके पास तो मतलब कि असूलन भी उनके डिटेल होनी चाहिए कि भाई फलां बंदे ने मुझे इतनी किताबों के पैसे दी, चूंकि मैंने किताबें वापस करनी है उनको लिख के छाप के, तो फलां बंदे ने 5 किताबों के दिए हैं, फलां ने 10 के दिए हैं, फलां ने 2 किताबों को दिए, इसके पास तो सारी डिटेल होनी चाहिए थी। इसके खयानत का ये आलम था कि इसने उनकी डिटेल तक नहीं लिखी जिन्होंने पैसे भेजे हैं कि भाई किसको कितनी मैंने किताबें भेजनी। अगर कोई खुदा ना खास्ता जी छाप भी देता, वो किताबें छपवा भी लेता, तो ये उनको भेजता कैसे? इसके पास तो कोई रिकॉर्ड ही नहीं इसने रखा, जो जो पैसे आते गए खाता गया साथ साथ, कोई रिकॉर्ड नहीं था इसके पास। और रिकॉर्ड रखना भी जरूरी था, फिर इसको ऐलान की बजाय उस रिकॉर्ड के मुताबिक पैसे वापस कर देने चाहिए थे। अगर कोई ऐसी कोई मामला पेश आ गया था कि किसी लीगल वजह की वजह से, किसी शरई उज़र की वजह से ये किताब नहीं छाप सका, तो फिर ये बनता था कि भाई उन लोगों के पैसे ये खुद उनको वापस भेजता, उनकी अमानत पूरी उनको देता, चाहे पैसे भिजवाने में इसको फिर पल्ले से क्यों ना खर्च करना पड़ता। उन्होंने जितने भेजे उनको उतने पहुंचते तो किसी हद तक ये कंपनसेट कर सकता था और ये इसके चेहरे पर ये कालक मलने से अपने चेहरे पर बचा सकता था। लेकिन इसने क्या किया, कहता जी मैंने इश्तिहार दे दिया। अब देखें, जब 100 बंदों ने अगर पैसे भेजे हैं, इश्तिहार हो सकता है 100 बंदों के पास ना पहुंचा होगा जी पैसे वापस लेने वाला, तो जिनके पास नहीं पहुंचा उनका क्या? फिर जिनके पास पहुंच गया उनमें से भी कई ऐसे होंगे जिन्होंने कहा होना कि यार क्या इसको दिए थे 10 रुपए किताब के लिए, अब इसने खा पी गया, अब क्या मैंने 10 वापस लेने इससे, उसने नहीं लिए होंगे। कई लोग ऐसे होंगे जो फौत हो गए होंगे। इतना लंबा अरसा है, जिंदगी मौत का तो पता ही नहीं। कई लोग, और हकीकत में भी ऐसे थे, खुद इसने लिखा हुआ है कि बहुत से लोग ऐसे थे जो फौत हो गए हैं। तो कई लोग दुनिया से चले गए, कई लोगों को वैसे याद भूल गया,
कई लोगों ने लिए नहीं, कई लोगों के पास ऐलान नहीं पहुंचा। तो ये कर करा के तो असल में मिर्जा गुलाम कादियानी का ये भी एक ढकोसला था, ड्रामा था लोगों का मुंह बंद करने के लिए। अदरवाइज मिर्जा गुलाम कादियानी ने ना दिए हैं किसी को पैसे, ना इसका देने का इरादा था। अगर इसका देने का इरादा होता तो ये क्यों लिखता जनाब, उनको क्या उनका नाम था, की नाम से जी बुजुर्गों दसना मेरे दिन तो लै गए कि जी आइंदा खरीदारी में ऐसे लोगों को ढूंढे कि जो पैसे देने के बाद किताबों का मुतालबा ना करें, भी जिनकी नजर खरीदारी पर, खरीदो फरोख्त पर होती है, कहता है वो अपने पैसों का मुतालबा करके परेशान करते हैं भी ऐसे बंदे लभो जो पैसे दे देने लेकिन उन्होंने किताबा वापस ना लैनियां होण। 10-15 बंदियां दी लिस्ट में पढ़ी है, एक जगह लिखे है फलाना नवाब, फलाना कमिश्नर, उसने इतनी जल्दी कही है, इतनी जल्दी एक जगह में पढ़ी है, लिस्ट सारी जमा कीती हुई है। ਉਹਦੇ ਵਿੱਚ जनाब उन्होंने चंद लोगों के नाम उसमें दिए हुए हैं। वो भी, उसका भी पीछे एक वजह है। वो वजह ये थी कि जब इसने इब्राहिम अहमदी के पहले हिस्सा शाया किया, वो हिस्सा क्या था, ड्रामा है। ऐसा ड्रामा आपको तसनीफ की दुनिया में कहीं भी नहीं मिलेगा कि जनाब 52 सफ़े की किताब है इब्राहिम अहमदी हिस्सा अव्वल, जिसमें 2 इश्तिहार हैं और एक नज़म है। टोटल 52 सफ़े हैं जी, 2 इश्तिहार हैं उसमें और एक नज़म है। इब्राहिम अहमदी है ही नहीं बिच, इब्राहिम अहमदी हिस्सा अव्वल में इब्राहिम अहमदी है ही कोई नहीं। 2 इश्तिहार दिए हुए हैं जनाब। एक इश्तिहार है चंदे का, एक इश्तिहार है जी मैंने ये बड़ी अजीम शान किताब लिखी है, जेड़ा मुकाबल रद्द लिखे, एक दलील दे देवे, 2 दे देवे, 3 दे देवे ते फलान करे ते टिमकान करे ते उन्होंने पैसे नाम देंगे, 10,000 रुपये उन्होंने नाम देंगे। एक है इश्तिहार है नाम दा, एक इश्तिहार है चंदा दिओ पैसे दिओ, एक नज़म है जी इब्राहिम अहमदी हिस्सा अव्वल। ਉਹਦੇ ਵਿੱਚ ਨਾਮ ਜਿਹੜੇ ਲੋਕਾਂ ਦੇ ਨੇ ਲਿਖੇ ਨੇ, ਉਹਦੇ ਪਿੱਛੇ ਵੀ ਵਜ੍ਹਾ ਹੈ ਸੀ ਕਿ ਲੋਕਾਂ ਦਾ ਜ਼ਿਹਨ ਸਾਜ਼ੀ ਕਰਨ ਵਾਸਤੇ ਕਿ ਵੇਖੋ ਇਹ ਬੰਦਿਆਂ ਨੇ ਦਿੱਤੇ, ਅਸੀਂ ਵੀ ਦਈਏ, ਅਗਲੀ ਵਾਰੀ ਸਾਡਾ ਵੀ ਕਿਤਾਬ 'ਚ ਨਾਮ ਆਏਗਾ। ਕਈ ਇੰਜ ਦੇ ਵੀ ਹੁੰਦੇ ਨੇ ਵਿੱਚ। ਜਿਸ ਤਰੀਕੇ ਹੈ ਹੁਣ ਕੁਛ ਅਰਸਾ ਕਬਲ ਇਹਨਾਂ ਨੇ ਉੱਥੇ ਕੈਨੇਡਾ ਦੇ ਵਿੱਚ ਸੀ ਕਿ ਸ਼ਾਇਦ ਇੰਗਲੈਂਡ ਦੇ ਵਿੱਚ ਸੀ, ਇਹਨਾਂ ਨੇ ਮਿਰਜ਼ਵਾੜਾ ਇੱਕ ਬਣਾਇਆ ਤੇ ਉਹਦੇ ਵਾਸਤੇ ਇਹਨਾਂ ਨੇ ਕੰਪੇਨ ਚਲਾਈ ਹੈ ਵੀ ਕਿ ਜਿਹੜਾ ਬੰਦੇ ਪੈਸੇ ਦੇਣਗੇ ਨਾ ਇਹਦੇ ਵਾਸਤੇ ਇੰਨੇ ਪੈਸੇ ਖਾਸ ਅਮਾਉਂਟ ਉਹਨਾਂ ਨੇ ਫਿਕਸ ਕੀਤੀ ਸੀ ਵੀ ਇਹ ਤੋਂ ਜ਼ਿਆਦਾ ਜਿਹੜੇ ਬੰਦੇ ਪੈਸੇ ਦੇਣਗੇ ਉਹਨਾਂ ਦੇ ਨਾਂ ਅਸੀਂ ਇਸ ਮਿਰਜ਼ਵਾੜੇ ਦੀ ਗੈਲਰੀ ਦੇ ਵਿੱਚ ਲਿਖਾਂਗੇ। ਲੋ ਜੀ, ਨਾਂ ਲਿਖਾਉਣ ਵਾਸਤੇ ਕਈ ਮਲੰਗ ਜਨਾਬ ਕੁੱਦ ਪੈ ਵਿੱਚ, ਓਹੋ ਮਿਰਜ਼ਵਾੜੇ 'ਚ ਸਾਡਾ ਨਾਂ ਲਿਖਿਆ ਜਾਏਗਾ। ਉਹਨਾਂ ਨੇ ਮੱਡੀ ਦਿੱਤੀ, ਇਹ ਟ੍ਰਿਕ ਉਹਨੂੰ ਯੂਜ਼ ਕੀਤਾ। ਵੈਸੇ ਵੀ ਇਨਸਾਨੀ ਇੱਕ ਸਾਈਕੀ ਹੈ ਤੇ ਉਹ ਇਹ ਟ੍ਰਿਕ ਇਹਨੇ ਯੂਜ਼ ਕੀਤਾ ਵੀ ਇਹ ਵੱਡੇ ਵੱਡੇ ਨਵਾਬਾਂ ਦੇ ਨਾਂ ਲਿਖੇ ਨੇ, ਹੋਰ ਨਵਾਬ ਵੀ ਵੇਖਣਗੇ ਵੀ ਫਲਾਣੇ ਨਵਾਬ ਦਾ ਨਾਂ ਆ ਗਿਆ ਤੇ ਮੇਰਾ ਵੀ ਆਉਣਾ ਚਾਹੀਦਾ ਤੇ ਮੈਂ ਵੀ ਦਿਆਂ, ਤੇ ਹੋਰ ਲੋਕਾਂ ਵੀ ਜਿਹੜਾ ਉਹਨਾਂ ਦੀ ਵੀ ਜ਼ਿਹਨ ਸਾਜ਼ੀ, ਇਸ ਵਜ੍ਹਾ ਤੋਂ ਇਹਨੇ ਉਹ ਲਿਖੇ ਨੇ। ਉਹਦੇ ਵਿੱਚ ਇਹਨੇ ਸਾਰੇ ਲੋਕਾਂ ਦੇ ਨਹੀਂ ਲਿਖੇ ਪੈਸੇ, ਲਿਖਣਾ ਵੀ ਇਹਦੀ ਮਜਬੂਰੀ ਸੀ ਤੇ ਨਾਂ ਲਿਖਣਾ ਵੀ ਮਜਬੂਰੀ ਸੀ। ਲਿਖਣਾ ਮਜਬੂਰੀ ਇਸ ਵਜ੍ਹਾ ਤੋਂ ਸੀ ਵੀ ਹੋਰ ਲੋਕ ਜਿਹੜੇ ਇਹ ਤੋਂ ਜਿਹੜਾ ਘੇਰੇ ਚਾਣਗੇ, ਤੇ ਨਾਂ ਲਿਖਣੇ ਦੀ ਮਜਬੂਰੀ ਇਹ ਸੀ ਵੀ ਜੇ ਮੈਂ ਸਾਰੇ ਲਿਖ ਦਿੱਤੇ ਤੇ ਜਿਹੜਾ ਮੈਂ ਐਲਾਨ ਕਰਕੇ ਆਇਆ ਵੀ ਇੰਨੇ ਪੈਸੇ ਖਰਚਾ ਆਂਦਾ, ਉਹ ਤੋਂ ਤੇ ਕੰਮ ਵੱਧ ਜਾਣਾ ਕਿਧਰੇ। ਆਖੋ ਪੁੱਤਰਾ ਮੈਂ ਤਾਂ ਤੇਰੇ ਨਾਲ ਰਿਆਇਤ ਕਰ ਦਿੱਤੀ ਹੈ, ਤਰੀਕ ਤੇ 150 ਤੋਂ ਵੀ ਵਧੀ ਖੜੀ ਹੈ ਵੀ ਜੇ ਸਾਰੇ ਬੰਦਿਆਂ ਦੇ ਨਾਂ ਲਿਖ ਦਿੱਤੇ ਵੀ ਇਹਨਾਂ ਨੇ ਇੰਨੇ ਪੈਸੇ ਭੇਜੇ ਤੇ ਲੋਕਾਂ ਨੇ ਕਹਿਣਾ ਭਾਈ ਜਿੰਨੇ ਤੋਂ ਰਿਕੁਆਇਰ ਸੀ ਪੈਸੇ, ਜਿੰਨੇ ਚਾਹੀਦੇ ਸੀ ਤੈਨੂੰ ਇਹ ਸਾਰੀਆਂ ਕਿਤਾਬਾਂ ਛਾਪ, ਉਹ ਤੋਂ ਕਿੰਨੇ ਡਬਲ ਟ੍ਰਿਪਲ ਹੋਏ ਪਏ ਨੇ, ਹੁਣ ਕੀ ਮੰਗਣਾ, ਤੇ ਮੇਰਾ ਧੰਦਾ ਬੰਦ ਹੋ ਜਾਏਗਾ। ਤੇ ਇਸ ਵਾਸਤੇ ਇਹਨੇ ਜਨਾਬ ਉਹ ਸਾਰਿਆਂ ਦੇ ਨਾਮ ਹੀ ਨਹੀਂ ਲਿਖੇ ਤੇ ਬਹਾਨਾ ਲਾਤਾ जी बवजह अदम गुंजाइश इस बार जो है वो तावन करने वाले मावनीन के नाम नहीं लिखे जा सकते। वो अदम गुंजाइश दा कुछ लग दिया, एक सफ़े चाहिदा विच नां लिखण वास्ते। ਇਹ ਕਿਹੜੀ अदम गुंजाइश होगी किताब दे विच बई, जिथे तू 500 सफ़े की किताब लिखी हो तो 502 सफ़े हो जांदे। ਇਹਦੇ ਚ ਕਿਹੜੀ अदम गुंजाइश सी भी, वो अदम गुंजाइश नहीं सी, वो असल दे विच फ्रॉड सी मिर्ज़ा गुलाम कादियानी दा भी जे मैं नां लिख छड़े इन्हां दे भी इन्हां ने इन्ने पैसे दित्ते ने। जे ना लिखिया एक नवाब दा पैसे उन्हें भेजने 100 जे रुपये लिखे 50 ते तां भी छितर मारेगा, ते जे मतलब कि पूरे लिख दिते ते फिर जिहड़ा वा धंधा बंद हुंदा। लोकां ने आखना भाई तुहानूं 94 रुपये चाहिए सी सारे, 994 रुपये ते ओ जनाब तुहानूं टोटल चाहिए सी ते इत्थे हज़ारां रुपए जमा हो गए ने ते हुण किहड़ी गल्लों मंगता बनिया हर जनाब जिल्द दे नाल इश्तिहार टंगिया हुंदा भी पैसे दें, चंदे दें,
ਬਰਾਹੀਨ ਅਹਿਮਦ ਛਪਵਾਣੀ ਹੈ, ਤੇ ਲੋਕਾਂ ਨੇ ਪੈਸੇ ਦੇਣੇ ਬੰਦ ਕਰ ਦੇਣੇ। ਤੇ ਉਹਨੇ ਫਿਰ ਨਾਂ ਨਹੀਂ ਲਿਖੇ ਕਿ ਅੱਜ ਬਵਜਾ ਆਦਮ ਗੁੰਜਾਇਸ਼ ਇਸ ਮਰਤਬਾ ਨਾਮ ਨਹੀਂ ਲਿਖੇ ਜਾ ਰਿਹਾ। ਪਹਿਲੇ 2 ਜਿਲਦਾਂ ਜੋ ਲਿਖੇ ਸੀ ਮੁੜ ਕੇ ਨਹੀਂ ਲਿਖੇ, ਤੇ ਨਾਂ ਨਹੀਂ ਉਹਨੇ ਲਿਖੇ। ਉਹਦੀ ਵਜ੍ਹਾ ਇਹ ਸੀ ਵੀ ਪੈਸੇ ਇੰਨੇ ਆ ਰਹੇ ਸੀ ਅੰਨੇ ਵਾਹ, ਤੇ ਉਹ ਛਾਪਣਾ ਨਹੀਂ ਸੀ ਚਾਹੁੰਦਾ ਵੀ ਇੰਨੇ ਪੈਸੇ ਆ ਗਏ। ਤੇ ਲਓ ਜੀ, ਇਹ ਸੀ ਮਿਰਜ਼ਾ ਗੁਲਾਮ ਕਾਦੀਆਨੀ। ਇਹ ਆ ਇਹਦਾ ਕਿਰਦਾਰ। ਇਹਨੇ ਸਾਰਾ ਧੰਦਾ ਹੈ ਪੈਸੇ ਵਾਸਤੇ, ਆਪਣੀ ਜਨਾਬੇ ਵਾਲੀ ਤਿਜੋਰੀ ਭਰਨ ਵਾਸਤੇ ਇਹ ਕੰਮ ਸ਼ੁਰੂ ਕੀਤਾ ਸਾਰਾ। ਨਾ ਇਹਨੇ ਕਿਤਾਬ ਲਿਖੀ, ਨਾ ਇਹਨੇ ਕਦੇ ਛਪਵਾਈ, ਨਾ ਇਹਨੇ ਕਦੇ ਕਿਸੇ ਨੂੰ ਦਿੱਤੀ ਵਾਪਸ। ਤੇ ਦਾਵਾ ਇਹਨੇ ਜਦੋਂ ਸ਼ੁਰੂ ਤੋਂ ਕੀਤਾ ਨਾ, ਇਹਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਲਿਖਣੇ ਵਾਲਾ ਹੂੰ। टेक्निकली ये कह भी नहीं सकता। क्यों नहीं कह सकता? भाई ज़िया रसूल आज कहे भी अमन नज़ीर भाई मैंने एक रिसाला लिखना है, तो उसमें मैं बड़े जनाब मरज़ियत के परखशे उड़ाने हैं, तो उस रिसाले को लिखने के बाद मुझे छपवाने के लिए पैसे चाहिए, तो मैनू ज़रा भेजी ना 50,000 रुपया। अमन नज़ीर आखे वो बरेलविया पहले लिख तो ला, वो पहले रिसाला तो लिख ला, जो छपाण की बारी आएगी फिर वेख लांगे। तो टेक्निकली मिर्जा गुलाम कादियानी जो है ये पहले मांग भी नहीं सकता, ये कह भी नहीं सकता था कि मैंने अभी किताब लिखनी है। लोगों ने कहना था ठीक है मिर्जा साहब लिखें, आप बिस्मिल्लाह करें, जब लिखी जाएगी बता देना, हम छुपाने के लिए पैसे दे देंगे। तो इसको यही कहने की जरूरत थी कि मैंने 300 दलाइल पर मुश्तमिल किताब लिख मारी है, और इसने यही कहा कि मैंने वो 300 ऐसे मजबूत इस्लाम की हकानियत के लिए रोशन दलाइल जो है पर मुश्तमिल ये किताब बराहीन अहमदिया तालीफ कर डाली है, कर मारी है, कि जिसको पढ़ने वाले के पास सिवाय कबूल इस्लाम के कोई और चारा होगा ही नहीं। लिहाजा छपाण वास्ते पैसे दो। यही तो लोग फंसे हैं। उन्होंने कहा जी कि भाई इतनी कोई अजीम शान किताब लिख डाली है, जिस जैसी किताब ना हमने आज तक सुनी ना देखी। जी वालेकुम सलाम अब्दुल बास साहब, क्या हाल है अब्दुल बास साहब? जी आ रही है अब्दुल बास साहब कोई गल करना चाहते हैं? नहीं, मैं सिर्फ एक गल करना चाहता था कि माशाल्लाह मैं डॉक्टर साहब की गुफ्तगू सुन रहा था, बड़े माशाल्लाह मुहज़्ज़ब अंदाज विच बोल रहे सन जी, और छित्र पैने सन ते ये करने सन। नज़ीर साहब तुसीं ते कहंदे हुंदे हो कि मेरी बराड़ दे उत्ते कोई ऐसी बदतमीजी नहीं हुंदी है, और ये मतलब अगर चाहते भी मैं कोई गुफ्तगू इत्थे करां ते कम अज कम इंसान नूं थोड़ी जी अपनी जुबान जिहड़ी है ओहदे ते इस वास्ते कंट्रोल रखना चाहिए कि अगर किसी दे नाल गल करना चाहते ने ते ओहदी दिल आज़ारी इस तरह ते ओहदी दिल आज़ारी इस तरह ना, ठीक है नहीं मनदे तुसीं ना मनो, कोई सानू इस चीज़ का मसला नहीं है, लेकिन कम इंसान तमीज़ के दायरे के अंदर रह के गल करता है कि नहीं करता। इस वास्ते मेरी गुजारिश है कि अगर तो इन्होंने इस टोन च गल करनी तो फिर मैं तुहाडे कोलों इजाजत चाहना चाह। नहीं नहीं, असल दे विच तुसीं मौजूद नहीं सी हो, ते मैं पहले भी अर्ज किया कई बारी कि जदों तुसीं आउंदे हो ते असीं उदों ही पाबंद हां कि असीं तुहाडे काबर दा कोई ना इस तरीके नाल तज़हीक अमेज़ अंदाज नाल ना लवीए तुहाडे सामने। नहीं नहीं, तुसीं मैनूं पहले एक रिक्वेस्ट भी मारी सी, मैं बैठा सा थल्ले आके, तुसीं मैनूं पहले रिक्वेस्ट भी भेजी है। मैं नहीं भेजी, किसी और ने भेजी है, मैं ते दूजा कोई देखण लग्या सी किताब दूजी देखण लग्या सी। अच्छा हाँ जी, ते बस मेरी गुजारिश इन्नी सी कि इन्होंने इन्नी गुफ्तगू की है कि जी वो फ्रॉड कर गए, ये कर गए, वो हो गया। सवाल मेरा ये है कि जे मिर्जा गुलाम साहब दे उत्ते उस वक्त इन्ने मुकदमे दुनिया कर रही सी, ते जे कोई फ्रॉड हुंदा ते फ्रॉड दा मुकदमा ते ज्यादा मजबूत हुंदा है। क्या किसी ने कीता फ्रॉड दा मुकदमा? ये जो अज इत्थे 150 साल बाद आके बह के ये साबित करने की कोशिश कर रहे ने कि जी फ्रॉड सी, ये सी, वो सी, ते उदों ते छोटी छोटी गल ते उन्हां नूं अदालतां च घसीट लैंदे सन, उन्हां नूं उहदे उत्ते मुकदमे कायम कर दिंदे सन। ते फ्रॉड दा मुकदमा भी आया, किसी ने उन्हां दे उत्ते कीता है, किसी ने नालिश कीती कि जी इन्हां ने साडे नाल धोखा कीता है, कोई ये सबूत दे सकदे ने? पूछ लेने आ जी ज़िया भाई। ज़िया भाई मौजूद हो? किताबां दे मामले च ते कोई उन्होंने किसी ने मुकदमा नहीं किया, उसकी वजह यह भी है अब्दुल बास साहब कि लोगों ने पैसे दिते सन फीस सबीलिल्लाह। जदों इश्तिहार दिता मिर्जा साहब ने, वो याद जे किहड़े लफ्ज़ां नाल इश्तिहार दिता सी?
ਨਹੀਂ ਉਹ ਬਾਅਦ ਵਿੱਚ ਅਸੀਂ ਗੁਫ਼ਤਗੂ ਕਰਨੇ ਆ। ਸਵਾਲ ਇਹ ਹੈ ਕਿ ਅਗਰ ਲੋਕਾਂ ਨੇ ਨਹੀਂ ਕੀਤਾ ਤੇ ਇਹਦਾ ਮਤਲਬ ਹੈ ਕਿ ਲੋਕ ਉਹਨੂੰ ਫਰਾਡ ਨਹੀਂ ਸਮਝਦੇ। ਨਹੀਂ ਤਾਂ ਇਹ ਨਹੀਂ ਮਤਲਬ ਨਹੀਂ, ਇਹਦਾ ਹੀ ਮਤਲਬ, ਕਿਉਂਕਿ ਅਗਰ ਉਹ ਫਰਾਡ ਸਮਝਦੇ ਹੁੰਦੇ ਕਿ ਇੱਕ ਬੰਦੇ ਦੇ ਖਿਲਾਫ ਆਲਰੇਡੀ ਜਿਹੜਾ ਜਿਹਦੀ ਟੋਹ ਦੇ ਵਿੱਚ ਸਾਨੂੰ ਕਿ ਜੀ ਇਹ ਕੋਈ ਗੱਲ ਕਰੇ ਤੇ ਅਸੀਂ ਇਹਨੂੰ ਫੜੀਏ, ਹਾਂਜੀ, ਮਤਲਬ ਇਸ ਕਿਸਮ ਦੇ ਇਲਜ਼ਾਮ ਕੌਣ ਟੋਹ ਵਿੱਚ ਸਨ? ਮੌਲਵੀ ਸਾਰੇ ਉਦੋਂ। ਕਿਹੜੇ ਮੌਲਵੀ? ਜਿਨ੍ਹਾਂ ਨੇ ਬਾਅਦ ਚ ਇਹ ਪੁਆਇੰਟ ਆਊਟ ਕੀਤਾ ਜੀ ਕਿ ਇਹਨਾਂ ਨੇ ਫਰਾਡ ਕਰ ਲਿਆ, ਜਿਹੜੇ ਯਾਰ ਜਿਨ੍ਹਾਂ ਨੇ ਪੈਸੇ ਦਿੱਤੇ, ਤੁਸੀਂ ਖੁਦ ਹੀ ਇਹ ਕਹਿ ਰਹੇ ਨਾ ਕਿ ਜੀ ਉਹਨਾਂ ਨੂੰ ਕਿ ਲੋਕਾਂ ਨੇ ਪੈਸੇ ਵਾਪਸ ਮੰਗੇ ਸਨ। ਅਬਦੁਲ ਬਾਸਿਤ ਸਾਹਿਬ, ਤੁਹਾਡੇ ਬਾਰੇ ਮੈਨੂੰ ਟਰੁਥ ਸੀਕਰ ਕੱਲ ਪਰਸੋਂ ਕਹਿਣ ਲੱਗਾ ਸੀ, ਸਬਰ ਸਾਈਡ ਕਹਿਣ ਲੱਗਿਆ ਸੀ ਕਿ ਅਬਦੁਲ ਬਾਸਿਤ ਸਾਹਿਬ ਸਾਡੇ ਮੋਸਟ ਇੰਟੈਲੈਕਚੁਅਲ ਪੀਪਲ ਚ ਨੇ ਤੇ ਤੁਸੀਂ ਇਹਨਾਂ ਨਾਲ ਹੰਬਲ ਵੇ ਨਾਲ ਗੱਲ ਕਰਿਆ ਕਰੋ। ਇਹ ਸਿੱਖ ਬਰਾਈ ਨਿਹਮਦੀ ਦੀ ਗੱਲ ਪੇ ਕਰਨੇ ਆ ਤੇ ਬਰਾਈ ਨਿਹਮਦੀ ਦੇ ਦੌਰ ਚ ਮਿਰਜ਼ਾ ਸਾਹਿਬ ਦਾ ਮੁਖਾਲਫ ਕਿਹੜਾ ਮੌਲਵੀ ਨਾਲ ਚਲੋ ਮੌਲਵੀਆਂ ਨੂੰ ਛੱਡੋ, ਜਿਹਨਾਂ ਲੋਕਾਂ ਨੇ ਪੈਸੇ ਦਿੱਤੇ, ਤੁਸੀਂ ਆਪੇ ਕਹਿੰਦੇ ਹੋ ਜੀ ਉਹਨਾਂ ਨੇ ਵਾਪਸੀ ਦਾ ਮੁਤਾਲਬਾ ਕੀਤਾ, ਉਹਨਾਂ ਨੇ ਕਿਹਾ ਜੀ ਕਿ ਸਾਨੂੰ ਪੈਸੇ ਵਾਪਸ ਕਰੋ, ਤੁਸੀਂ ਕਿਤਾਬ ਨਹੀਂ ਛਾਪ ਰਹੇ। ਤੇ ਅਗਰ ਇਹ ਚੀਜ਼ ਹੈ ਸੀ, ਚਲੋ ਨਾਮ ਹੀ ਕੋਈ ਮੁਖਾਲਫ ਹੋਏ, ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਸੀ, ਆਇਆ ਉਹਨਾਂ ਵਿੱਚੋਂ ਕਿਸੇ ਨੇ ਕੋਈ ਉਹਨਾਂ ਦੇ ਉੱਤੇ ਨਾਲਿਸ਼ ਕੀਤੀ, ਕੋਈ ਉਹਨਾਂ ਦੇ ਉੱਤੇ ਕਿਹਾ ਕਿ ਜੀ ਇਹ ਸਾਡੇ ਨਾਲ ਫਰਾਡ ਕਰ ਗਏ, ਜਾਂ ਲੋਕਾਂ ਨੂੰ ਕਿਹਾ ਜੀ ਲੋਕ ਤੁਸੀਂ ਪੈਸੇ ਨਾ ਦਿਓ ਇਹਨਾਂ ਨੂੰ, ਇਹ ਫਰਾਡ ਕਰਦੇ ਪਏ ਨੇ, ਇਹ ਸਿਰਫ ਪੈਸੇ ਇਕੱਠੇ ਕਰਨ ਦੀ, ਜਿਵੇਂ ਉਹਨਾਂ ਡਾਕਟਰ ਸਾਹਿਬ ਫਰਮਾ ਰਹੇ ਸਨ ਕਿ ਜੀ ਉਹ ਤੇ ਉਹ ਨਾਂ ਸਾਰੇ ਲਿਖੇ ਹੀ ਨਹੀਂ, ਕਿਉਂਕਿ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਜੀ ਕਿ ਇੰਨੇ ਪੈਸੇ ਇਕੱਠੇ ਹੋ ਗਏ। ਮਤਲਬ ਇੱਥੇ ਬਹਿ ਕੇ 150 ਸਾਲ ਬਾਅਦ ਇਹੋ ਜਿਹੀਆਂ ਗੱਲਾਂ ਕਰਨੀਆਂ ਕਿ ਜੀ ਉਹ ਇਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਲੋਕਾਂ ਨੂੰ ਕੱਖ ਪਤਾ ਨਹੀਂ ਲੱਗਾ ਉਸ ਵੇਲੇ ਜਿਹੜੇ ਮੌਜੂਦ ਸਨ। ਅਗਰ ਉਸ ਵੇਲੇ ਜਿਹੜੇ ਮੌਜੂਦ ਸਨ ਉਹਨਾਂ ਚੀਕ ਝਾੜਾ ਨਹੀਂ ਪਾਇਆ ਤੇ ਸਾਨੂੰ ਕਿੰਜ ਪਤਾ ਲੱਗਾ ਕਿ ਇਹ ਰੌਲਾ ਬਣਿਆ ਉੱਥੇ? ਤੇ ਫਿਰ ਜੇ ਤੁਹਾਨੂੰ ਪਤਾ ਲੱਗਾ ਤੇ ਫਿਰ ਉਹਨਾਂ ਨੂੰ ਚਾਹੀਦਾ ਸੀ ਉਦੋਂ ਵੀ ਮੁਕੱਦਮਾ ਵੀ ਜੇ ਇਮਾਮ ਅਗਰ ਮੁਕੱਦਮਾ ਨਹੀਂ ਕੀਤਾ ਅਬਦੁਲ ਬਾਸਿਤ ਨੇ, ਹਾਂ, ਤੇ ਉਹ ਇਸ ਵਾਸਤੇ ਨਹੀਂ ਕੀਤਾ ਕਿ ਉਹਨਾਂ ਨੂੰ ਫਰਾਡ ਨਹੀਂ, ਉਹ ਉਹਨਾਂ ਦੀ ਵਜ਼ਾਹਤ ਜਿਹੜੀ ਉਹਨਾਂ ਨੇ ਕੀਤੀ ਉਹਦੇ ਤੋਂ ਮੁਤਮਿਨ ਹੋ ਗਏ ਸਨ। ਅਬਦੁਲ ਬਾਸਿਤ ਸਾਹਿਬ, ਜਿਸ ਗੱਲ ਦਾ ਮੁਕੱਦਮਾ ਫੌਜਦਾਰੀ ਉੱਥੇ ਨਾ ਹੋਵੇ ਜਾਂ ਦੀਵਾਨੀ ਮੁਕੱਦਮਾ ਨਾ ਹੋਵੇ, ਇਹਦਾ ਮਤਲਬ ਇਹ ਹੈ ਕਿ ਉਹ ਫਰਾਡ ਨਹੀਂ ਹੈ? ਨਹੀਂ, ਮੈਨੂੰ ਤਾਂ ਦੇਖੋ, ਤੁਸੀਂ ਇੱਥੇ ਬਹਿ ਕੇ ਕਿਸੇ ਨਾਲ ਕਹਿ ਸਕਦੇ ਹੋ, ਤੁਸੀਂ ਹਰ ਫਰਾਡ ਦਾ ਮੁਕੱਦਮਾ ਹੋਣਾ ਜ਼ਰੂਰੀ ਹੁੰਦਾ ਹੈ? 150 ਸਾਲ ਪਹਿਲੇ ਕੋਈ ਸਬੂਤ ਚਾਹੀਦਾ ਨਾ। ਮੈਂ ਅਰਜ਼ ਕਰਨਾ ਨਾ, ਸਬੂਤ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਅਬਦੁਲ ਬਾਸਿਤ ਸਾਹਿਬ ਹੈ, ਉਹਨਾਂ ਦਾ ਸੁਣ ਤੇ ਲੋ ਨਾ, ਦੂਜੇ ਨੂੰ ਵੀ ਕੋਈ 2-4 ਫਿਕਰੇ ਬੋਲ ਲੈ, ਕਿਉਂਕਿ ਇਜਾਜ਼ਤ ਦਿੰਦੇ ਠੀਕ ਹੈ, ਨਹੀਂ ਤੇ ਫਿਰ ਤੁਸੀਂ ਨਹੀਂ ਬੋਲੋ। ਮੈਂ ਕਿਹਾ ਕਿ ਅਗਰ ਉਹਨਾਂ ਲੋਕਾਂ ਦਾ ਚੀਖੋ ਪੁਕਾਰ ਦੀ ਆਵਾਜ਼ ਸਾਡੇ ਤੱਕ ਨਾ ਪਹੁੰਚਦੀ ਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗਣਾ ਸੀ 150 ਸਾਲ ਬਾਅਦ ਕਿਆ ਵਾਕਿਆ ਉਦੋਂ ਹੋਇਆ? ਇਹ ਤਾਂ ਖੁਦ ਮਿਰਜ਼ਾ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਲੋਕਾਂ ਨੇ ਪੈਸਿਆਂ ਦੀ ਮੁਤਾਲਬਾ ਕੀਤਾ, ਬਲਕਿ ਲੋਕਾਂ ਨੇ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢੀਆਂ ਕਿ ਸਾਡੇ ਪੈਸੇ ਖਾ ਗਏ। ਇਹਦੇ ਤੇ ਕੋਈ ਦੋ ਰਾਏ ਨਹੀਂ। ਲੇਕਿਨ ਅਗਰ ਮਿਰਜ਼ਾ ਸਾਹਿਬ ਦੇ ਉੱਤੇ ਮੁਕੱਦਮਾ ਨਹੀਂ ਹੋਇਆ ਤੇ ਇਹਦਾ ਇਹ ਨਹੀਂ ਮਤਲਬ ਕਿ ਮਿਰਜ਼ਾ ਸਾਹਿਬ ਨੇ ਕੋਈ ਫਰਾਡ ਨਹੀਂ ਕੀਤਾ ਜਾਂ ਉਹਨਾਂ ਨੇ ਲੋਕਾਂ ਨਾਲ ਵਾਅਦਾ ਖਿਲਾਫੀ ਨਹੀਂ ਕੀਤੀ ਜਾਂ ਲੋਕ ਉਹਨਾਂ ਦੇ ਉੱਤੇ ਨਾਲਾ ਨਹੀਂ ਸਨ। ਇਹ ਨਹੀਂ ਸਾਬਤ ਹੁੰਦਾ। ਹੁਣ ਗੱਲ ਕਰੋ। ਮੈਂ ਇਹ ਦੇਖੋ, ਇੱਕ ਨਾਲਾ ਹੋਣਾ, ਇੱਕ ਕਿਸੇ ਨਾਲ ਸੈਟੀਸਫਾਈ ਨਾ ਹੋਣਾ ਅਲੱਗਾ ਚੀਜ਼ ਹੈ, ਇੱਕ ਫਰਾਡ ਦਾ ਨਾਂ ਦੇਣਾ ਇੱਕ ਅਲੱਗਾ ਚੀਜ਼ ਹੈ। ਮੈਂ ਤੇ ਇਹਦੇ ਤੇ ਇਤਰਾਜ਼ ਕਰ ਰਿਹਾ ਕਿ ਜਿਹੜਾ ਕਹਿੰਦੇ ਜੇ ਫਰਾਡ ਕੀਤਾ, ਫਰਾਡ ਦਾ ਮਤਲਬ ਕੀ ਹੁੰਦਾ ਹੈ? ਫਰਾਡ ਜਿਹੜਾ ਇਹ ਤੇ ਬੜੀ ਸਖਤ ਕਿਸਮ ਦੀ ਇੱਕ ਜ਼ੁਬਾਨ ਬੋਲਦੇ ਨੇ ਔਰ ਬਗੈਰ ਸਬੂਤ ਦੇ। ਯਾਰ ਐਸਾ ਆਦਮੀ ਜਿਹੜਾ ਮਤਲਬ ਜਿਹਨੂੰ ਤੁਸੀਂ ਫਰਾਡ ਦੇ ਜ਼ਮੂਰੇ ਚ ਲਿਆ ਰਹੇ ਹੋ, ਉਹਦੇ ਤੇ ਜੇ ਦੂਜੀਆਂ ਚੀਜ਼ਾਂ ਦੇ ਮੁਕੱਦਮੇ ਬਣਦੇ ਨੇ ਤੇ ਉਦੋਂ ਉਹ ਵੀ ਮੁਕੱਦਮਾ ਬਣ ਜਾਣਾ ਸੀ। ਔਰ ਅਗਰ ਨਹੀਂ ਬਣਿਆ, ਇਹਦਾ ਮਤਲਬ ਇਹ ਹੈ ਕਿ ਲੋਕੀ ਜਿਹੜੇ ਨੇ ਅਗਰ ਕਹਿੰਦੇ ਸਨ ਜੀ ਫਰਾਡ ਹੈ, ਉਹਨਾਂ ਨੇ ਉਹਦੀ ਵਜ਼ਾਹਤ ਕੀਤੀ ਜਾਂ ਕਿਤੇ ਉਹ ਉਹਦੇ ਤੇ ਮੁਤਮਿਨ ਹੋ ਗਏ, ਕਿਸੇ ਨੇ ਇਹਨੂੰ ਪਰਸੂ ਨਹੀਂ ਕੀਤਾ ਬਾਅਦ ਵਿੱਚ ਕਿ ਜੀ ਨਹੀਂ, ਕਿਸੇ ਨੇ ਇਨਸਿਸਟ ਕੀਤਾ ਹੋਵੇ ਇਸ ਚੀਜ਼ ਦੇ ਉੱਤੇ ਕਿ ਨਹੀਂ ਜੀ ਸਾਡੇ ਪੈਸੇ ਤੁਸੀਂ ਵਾਪਸ ਕਰੋ, ਜਿੱਥੋਂ ਮਰਜ਼ੀ ਦਿਓ, ਕਿਉਂ ਅਸੀਂ ਦਈਏ ਤੁਹਾਨੂੰ? ਨਹੀਂ, ਅਗਰ ਇਨਸਿਸਟ ਨਹੀਂ ਕੀਤਾ ਤੇ ਮਿਰਜ਼ਾ ਸਾਹਿਬ ਨੇ ਇਸ਼ਤਿਹਾਰ ਕਿਉਂ ਛਾਪਿਆ? ਇੱਕ ਮਿੰਟ, ਇਨਸਿਸਟ ਤੇ ਲੋਕਾਂ ਦਾ ਕਰਨਾ ਨਜ਼ਰ ਆਉਂਦਾ ਸਾਨੂੰ ਕਿ ਲੋਕਾਂ ਨੇ ਇਨਸਿਸਟ ਕੀਤਾ ਹੈ, ਉਹਦਾ ਜ਼ਿਕਰ ਮਿਰਜ਼ਾ ਸਾਹਿਬ ਨੇ ਵੀ ਕੀਤਾ ਹੈ ਕਿ ਲੋਕਾਂ ਨੇ ਇਨਸਿਸਟ ਕੀਤਾ ਤਾਂ ਹੀ ਇਹਨਾਂ ਇਸ਼ਤਿਹਾਰ ਛਾਪਿਆ। ਹੁਣ ਅਗਰ ਇਨਸਿਸਟ ਕਰਨ ਦੇ ਬਾਅਦ ਮਿਰਜ਼ਾ ਸਾਹਿਬ ਨੇ ਉਹਨਾਂ ਲੋਕਾਂ ਨੂੰ ਮੁਤਮਿਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੋਈ ਬੰਦਾ ਮੁਤਮਿਨ ਹੋਇਆ, ਕੋਈ ਨਹੀਂ ਹੋਇਆ, ਇਹਦਾ ਇਹ ਨਹੀਂ ਮਤਲਬ ਕਿ ਉੱਥੇ ਵਾਕਿਆ ਕੋਈ ਨਹੀਂ ਹੋਇਆ। ਨਹੀਂ, ਜੇ ਇਹ ਮੇਰਾ ਇਹ ਮਤਲਬ ਹੈ ਕਿ ਜੇ ਤੁਸੀਂ ਕਹਿੰਦੇ ਜੀ ਕੋਈ ਮੁਤਮਿਨ ਨਹੀਂ ਹੋਇਆ, ਇਨਸਿਸਟ ਕਰਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਦੇ ਉੱਤੇ ਮੁਸਲਸਲ ਕਾਇਮ ਹੋ ਜਾਣਾ।
ਇੱਕ ਵਾਰੀ ਕਹਿ ਕੇ ਇਨਸਿਸਟ ਕਰਨ ਦਾ ਮਤਲਬ ਇਹ ਹੁੰਦਾ ਕਿ ਉਹ ਬੰਦਾ ਜੇ ਨਾ ਦੇਗਾ ਤੇ ਤੈਨੂੰ ਕਨਸੀਕੁਐਂਸਸ ਭੁਗਤਣੇ ਪੈਣਗੇ। ਚਾ ਇਨਸਿਸਟ ਕਰਨਾ ਇਹ ਨਹੀਂ ਹੁੰਦਾ ਕਿ ਅਗਰ ਕੋਈ ਵਜ਼ਾਹਤ ਕਰ ਦੇ ਤੇ ਉਹ ਬੰਦਾ ਫਿਰ ਜਿਹੜਾ ਉਹ ਕਹੇ ਜੀ ਹਾਂ ਠੀਕ ਹੈ ਚਲੋ ਮੰਨ ਲਈ ਉਹਨੇ ਵਜ਼ਾਹਤ, ਔਰ ਉਸ ਤੋਂ ਬਾਅਦ ਉਹ ਦੁਬਾਰਾ ਮੁਤਾਲਬਾ ਨਾ ਕਰੇ। ਜੇ ਤੇ ਉਹਨਾਂ ਨੇ ਮੁਸਲਸਲ ਮੁਤਾਲਬਾ ਕੀਤਾ ਕੋਈ 10 ਵਾਰੀ 5 ਵਾਰੀ 20 ਵਾਰੀ ਤੇ ਫਿਰ ਤੇ ਤੁਸੀਂ ਹੱਕ ਬਜਾ ਲਵੋ ਕਹਿਣ ਦੇ ਇਸ ਚੀਜ਼ ਤੇ। ਲੇਕਿਨ ਉਸ ਤੋਂ ਬਾਅਦ ਉਸ ਮਾਮਲੇ ਦੇ ਉੱਤੇ ਕੋਈ ਬੋਲਿਆ ਹੀ ਨਹੀਂ ਹੈ। ਔਰ ਤੁਸੀਂ ਮਤਲਬ ਇਸ ਚੀਜ਼ ਦਾ ਆ ਕੇ ਡਾਕਟਰ ਸਾਹਿਬ ਕਹਿਣ ਜੀ ਉਹ ਫਰਾਡ ਕਰਤਾ। ਹੁਣ ਇਹ ਕਿਸ ਸਬੂਤ ਦੇ ਉੱਤੇ ਬਣਾ ਦੇ ਉੱਤੇ ਕਹਿ ਰਹੇ ਸਨ ਕਿ ਜੀ ਉਹ ਤੇ 150 ਬੰਦੇ ਦਾ ਕੋਲ ਲੈ ਪੈਸੇ ਤੇ ਉਹ ਨਾਂ ਨਹੀਂ ਪੂਰੇ ਉਹਨਾਂ ਨੇ ਲਿਖੇ। ਇਹਨਾਂ ਕੋਲ ਕੀ ਸਬੂਤ ਹੈ ਇਸ ਚੀਜ਼ ਦਾ? ਇਹ ਉਦੋਂ ਮੌਜੂਦ ਸਨ। ਅੱਛਾ, ਜਿਹੜੇ ਬੰਦਿਆਂ ਦੇ ਉਹਨਾਂ ਜ਼ਿਕਰ ਕੀਤਾ ਉਹ ਤੇ ਮੈਂ ਨਹੀਂ ਸੁਣਿਆ, ਜ਼ਿਆ ਭਾਈ ਆਮਦਰ ਤੇ ਪੁੱਛ ਲੈਨੇ ਆ, ਲੇਕਿਨ ਇਹ ਵਾਕਿਆ ਤੇ ਮੌਜੂਦ ਹੈ ਨਾ ਉੱਥੇ ਕਿ ਲੋਕਾਂ ਨੇ ਪੈਸੇ ਦਿੱਤੇ ਸਨ। ਹਾਂ ਨਹੀਂ ਵਾਕਿਆ ਦੇਖੋ ਉਹਨਾਂ ਨੇ ਲਏ ਸਨ ਪੈਸੇ, ਉਹਨਾਂ ਦੇ ਵਾਕਿਆ ਮੌਜੂਦ ਹੈ। ਸਾਬਤ ਕਰਨ ਦਾ ਪਾਬੰਦ ਆ, ਮੈਂ ਇੱਕ ਗੱਲ ਦਾ ਜ਼ਿੰਮੇਦਾਰ ਹਾਂ। ਮੇਰੇ ਕੋਲ ਪੁੱਛੋ ਮੈਂ ਤੁਹਾਨੂੰ ਦੱਸਣਾ ਕਿੱਥੇ ਮਿਰਜ਼ਾ ਸਾਹਿਬ ਨੇ ਆਖਿਆ ਕਿ ਮੈਂ ਨਾਂ ਨਹੀਂ ਲਿਖੇ। ਮੈਂ ਤੁਹਾਨੂੰ ਦੱਸ ਦਿੰਦਾ ਮਿਰਜ਼ਾ ਸਾਹਿਬ ਨੇ ਨਹੀਂ ਨਾ, ਮੈਂ ਇਹ ਨਹੀਂ ਕਹਿੰਦਾ ਪਿਆ ਨਾਂ ਨਹੀਂ ਲਿਖੇ। ਤੁਸੀਂ ਜਿਹੜਾ ਮੈਂ ਕਹਿ ਰਿਹਾ ਜੀ ਉਹਨੇ 150 ਬੰਦੇ ਕੋਲ ਲਿਆ ਤੇ ਉਹਨੇ ਨਾਂ ਨਹੀਂ ਲਿਖਿਆ, ਤੁਸੀਂ ਇੰਨੇ ਵਸੂਕ ਦੇ ਨਾਲ ਇਹਨੇ ਕਿਸ ਤਰ੍ਹਾਂ ਝੂਠ ਬੋਲ ਲੈਂਦੇ ਹੋ? ਕਿਹੜਾ 150 ਬੰਦੇ ਦਾ? 150 ਬੰਦੇ ਦਾ ਤੁਸੀਂ ਰਿਕਾਰਡਿੰਗ ਚਲਾ ਲਓ ਆਪਣੀ, ਚਲਾ ਲਓ। ਮੈਂ 150 ਬੰਦੇ ਦਾ ਨਾਮ ਤੁਸੀਂ ਕਹਿ ਸੋ 150 ਬੰਦੇ ਕੋਲ ਉਹਨੇ ਲਿਖਿਆ ਜੀ ਉਹ ਜੇ ਸਾਰਿਆਂ ਦੇ ਨਾਂ ਲਿਖ ਦਿੱਤੇ ਤੇ ਉਹ ਲੋਕਾਂ ਨੂੰ ਪਤਾ ਲੱਗ ਜਾਏਗਾ। ਇਹ ਵੀ ਇੱਕ ਤੁਸੀਂ ਆਪਣੇ ਕੋਲ ਗੱਲ ਕੀਤੀ ਹੈ, ਬਿਲਕੁਲ ਕੀਤੀ ਹੈ। ਇਹ ਵੀ ਉਹ ਇਹਨਾਂ ਇਹ ਮਤਲਬ ਕਿਸ ਬੇਸ ਤੇ ਤੁਸੀਂ ਕਰਦੇ ਹੋ ਇੱਥੇ ਬਹਿ ਕੇ? ਤੁਸੀਂ ਅੱਜ ਪੈਦਾ ਹੋਏ ਹੋ, ਅੱਜ ਇੱਥੇ ਮੌਜੂਦ ਹੋ, ਉਹ ਬੰਦਾ 150 ਸਾਲ ਪਹਿਲੇ ਪੈਦਾ ਹੋਇਆ ਤੇ ਤੁਸੀਂ ਇੰਨੇ ਵਸੂਲ ਇੰਜ ਕਹਿੰਦੇ ਜਿਵੇਂ ਤੁਸੀਂ ਉੱਥੇ ਬੈਠੇ ਸੋ ਕਿ ਜੋ 150 ਬੰਦੇ ਬਸ ਸਾਹਿਬ ਮਿਰਜ਼ਾ, ਮੈਂ ਇਸ ਲਈ ਵਸੂਕ ਨਾ ਕਹਿਣਾ ਕਿ ਮਿਰਜ਼ਾ ਸਾਹਿਬ ਨੇ ਐਲਾਨ ਕੀਤਾ ਕਿ 994 ਰੁਪਏ ਜਿਹੜੇ ਨੇ ਉਹ ਖਰਚ ਆਂਦਾ ਵਾ ਟੋਟਲ ਇਹ ਸਾਰੀਆਂ ਜਿਲਦਾਂ ਛਪਵਾਉਣ ਦਾ। ਇਹ ਵੀ ਮੈਂ ਤੁਹਾਨੂੰ ਵਿਖਾ ਦਿੰਦਾ। ਮਿਰਜ਼ਾ ਸਾਹਿਬ ਨੇ ਖੁਦ ਜਿਹੜੇ ਪੈਸੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੇ ਵਿੱਚੋਂ ਲੱਭੇ ਨੇ, ਕਿਸੇ ਨੇ ਇੰਨੇ ਭੇਜੋ, ਕਿਸੇ ਨੇ ਇੰਨੇ ਭੇਜੋ, 1700 ਤੋਂ ਜ਼ਿਆਦਾ ਰੁਪਏ ਸੀ। ਇਲਾਵਾ ਉਹਨਾਂ ਦੇ ਜਿਨ੍ਹਾਂ ਦੇ ਮਿਰਜ਼ਾ ਸਾਹਿਬ ਨੇ ਨਾਂ ਨਹੀਂ ਲਿਖੇ, ਉਹਨਾਂ ਤੋਂ ਇਲਾਵਾ ਹੁਣ ਨਾਂ ਕਿੰਨੇ ਬੰਦੇ ਸੀਗੇ ਤੇ ਉਹਨਾਂ ਨੇ ਕਿੰਨੇ ਦਿੱਤੇ ਉਹ ਤਾਂ ਖਾ ਪੀ ਗਏ ਨਾ। ਤੇ ਜਿਹੜੇ ਯਾਰ ਇਹ ਦੇਖੋ ਇਹ ਤੁਸੀਂ ਕੁਛ ਰੁਪਏ ਬਣੇ ਗਏ। ਤੁਸੀਂ ਮੇਰੀ ਗੱਲ ਸੁਣੋ, ਖਾ ਪੀ ਗਏ ਇਹ ਜਿਹੜੇ ਤੁਸੀਂ ਇਹ ਲਫ਼ਜ਼ ਇਸਤੇਮਾਲ ਕਰ ਰਹੇ ਹੋ ਖਾ ਪੀ ਗਏ, ਇਹ ਜਿਹੜਾ ਰਿਵਿਊ ਲਿਖਿਆ ਸੀ ਉਹ ਮੁਹੰਮਦ ਹੁਸੈਨ ਮੌਲਵੀ ਮੁਹੰਮਦ ਹੁਸੈਨ ਸਾਹਿਬ ਨੇ, ਉਹ ਤੇ ਉਹਦੇ ਵਿੱਚ ਇਹ ਵੀ ਤੇ ਕਿ ਮੈਂ ਉਹ ਕਿਸੇ ਜ਼ਮਾਨੇ ਚ ਉਹਦਾ ਵੁਜ਼ੂ ਕਰਾਣਾ ਜਿਹੜਾ ਉਹ ਬਰਕਤ ਸਮਝਦੇ ਸੀ। ਡਾਕਟਰ ਸਾਹਿਬ ਗੱਲ ਵਿੱਚ ਨਾ ਬੋਲੋ ਜ਼ਰਾ, ਪਲੀਜ਼ ਵਿੱਚ ਨਾ ਬੋਲੋ ਜ਼ਰਾ। ਉਹ ਹੀ ਸਭ ਤੋਂ ਵੱਡੇ ਉਹਨਾਂ ਦੇ ਦੋਸਤ ਸਨ, ਉਹੀ ਉਹਨਾਂ ਦੇ ਗਵਾਹ ਸਨ। ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਰਿਵਿਊ ਲਿਖਿਆ ਜਦੋਂ ਕਿਤਾਬਾਂ ਲਿਖ ਲੈ ਬੈਠੇ ਸਨ, ਔਰ ਉਦੋਂ ਪੈਸੇ ਵੀ ਉਹ ਲੈ ਬੈਠੇ ਸਨ, ਪੈਸੇ ਵੀ ਆਇਆ। ਉਹਨਾਂ ਨੇ ਕਿਧਰੇ ਉਹ ਜ਼ਿਕਰ ਉਸ ਰਿਵਿਊ ਦੇ ਵਿੱਚ ਕੀਤਾ ਕਿ ਜੀ ਇਸ ਬੰਦੇ ਨੇ ਫਰਾਡ ਕਰਦਾ, ਇਹ ਬੰਦਾ ਝੂਠਾ ਹੈ, ਇਸ ਬੰਦਾ ਜਿਹੜਾ ਉਹ ਤੇ ਬਲਕਿ ਉਹਨਾਂ ਨੇ ਜਿਹੜਾ ਰਿਵਿਊ ਤੁਸੀਂ ਅਗਰ ਪੜ੍ਹੋ ਇਮਾਨਦਾਰੀ ਦੇ ਨਾਲ ਤੇ ਮੈਨੂੰ ਦੱਸੋ ਕਿ ਉਹਦੇ ਵਿੱਚ ਕੋਈ ਇੱਕ ਲਫ਼ਜ਼ ਵੀ ਐਸਾ ਉਹਨਾਂ ਨੇ ਲਿਖਿਆ ਕਿ ਜੀ ਇਹ ਬੰਦਾ ਇਹਨੇ ਤੇ ਪੈਸੇ ਖਾਦੇ ਨੇ, ਇਹਨੇ ਜਿਹੜਾ ਇਹ ਝੂਠ ਬੋਲਿਆ ਲੋਕਾਂ ਦੇ ਨਾਲ। ਖੁਦਾ ਦਾ ਖੌਫ ਕਰੋ ਯਾਰ। ਉਸ ਬੰਦੇ ਨੇ ਇਬਰਾਹੀਮ ਨੇ ਹਾਂਜੀ ਦੱਸੋ। ਹੁਣ ਸੁਣੋ ਨਾ ਮੇਰੀ ਅਰਜ਼, ਬਾਸ ਸਾਹਿਬ ਬਟਾਲਵੀ ਸਾਹਿਬ ਜਿਹੜੇ ਸੀ ਉਹ ਕੋਈ ਮਿਰਜ਼ਾ ਸਾਹਿਬ ਦੇ ਕੈਸ਼ੀਅਰ ਨਹੀਂ ਸੀ। ਉਹਨਾਂ ਨੇ ਰਿਵਿਊ ਦੇ ਵਿੱਚ ਕੋਈ ਮਿਰਜ਼ਾ ਸਾਹਿਬ ਦੇ ਚੰਦੇ ਦਾ ਹਿਸਾਬ ਨਹੀਂ ਸੀ ਦੇਣਾ ਵੀ ਇਹ ਇੰਨੇ ਪੈਸੇ ਆਏ। ਉਹਨਾਂ ਨੇ ਜੋ ਤਹਿਰੀਰ ਸੀ ਉਹਦੇ ਬਾਰੇ ਇੱਕ ਮਿੰਟ ਅਬਦੁਲ ਬਾਸ ਸਾਹਿਬ ਵਾਰੀ ਉਹਨਾਂ ਨੂੰ ਗੱਲ ਕਰ ਲੈਣ ਦਿਓ, ਉਹਨਾਂ ਨੂੰ ਗੱਲ ਕਰ ਲੈਣ ਦਿਓ ਬਾਸ ਸਾਹਿਬ, ਫਿਰ ਤੁਸੀਂ ਵਾਰੀ ਗੱਲ ਕਰੋ ਨਾ, ਫਿਰ ਓਵਰਲੈਪਿੰਗ ਦਾ ਕੋਈ ਫਾਇਦਾ ਨਹੀਂ। ਤੁਹਾਡੀ ਗੱਲ ਉਹਨਾਂ ਨੂੰ ਤੁਸੀਂ ਵੀ ਸੁਣ ਲਓ ਉਹਨਾਂ ਦੀ ਗੱਲ। ਤੇ ਉਹਨਾਂ ਨੇ ਇਹਨਾਂ ਦੇ ਮਿਰਜ਼ਾ ਸਾਹਿਬ ਦੇ ਕੋਈ ਚੰਦੇ ਦਾ ਹਿਸਾਬ ਨਹੀਂ ਸੀ ਰੱਖਿਆ ਹੋਇਆ, ਜਿਹੜਾ ਤੁਸੀਂ ਆਖੋ ਵੀ ਰਿਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕੀਤੀ। ਤੇ ਮੈਂ ਤੁਹਾਡੇ ਕੋਲ ਪੁੱਛਦਾ ਕਿ ਜਦੋਂ ਮਿਰਜ਼ਾ ਸਾਹਿਬ ਨੇ ਖੁਦ ਲਿਖਿਆ ਹੋਇਆ ਵਾ ਕਿ ਜਿਹੜੇ ਪੈਸੇ ਮੇਰੇ ਕੋਲ ਆਂਦੇ ਰਹੇ ਨੇ ਕਿਤਾਬ ਦੀ ਮੱਦ ਦੇ ਵਿੱਚ, ਉਹ ਮੇਰੇ ਕੋਲ ਉਰਾਂ ਪਰਾਂ ਖਰਚ ਹੁੰਦੇ ਰਹੇ ਨੇ, ਇਹ ਗੱਲ ਫਿਰ ਕਿਉਂ ਬਟਾਲਵੀ ਸਾਹਿਬ ਨੇ ਨਹੀਂ ਲਿਖੀ ਵਿੱਚ? ਇਹ ਤੁਸੀਂ ਦੱਸਣਾ ਜੇ। ਤੁਸੀਂ ਵੀ ਇਹੀ ਆਖਣਗੇ ਕਿ ਭਾਈ ਉਹਨਾਂ ਕੋਲ ਕਿਹੜਾ ਹਿਸਾਬ ਕਿਤਾਬ ਸੀ? ਨਹੀਂ ਮੈਂ ਨਹੀਂ ਤੁਹਾਨੂੰ ਇਹ ਕਹਿਣ ਲੱਗਾ। ਮੈਂ ਤੁਹਾਨੂੰ ਇਹ ਕਹਿਣ ਡਿਆ ਵਾਂ ਕਿ ਇੱਕ ਬੰਦਾ ਜੇ ਤੁਸੀਂ ਇਹ ਸਮਝੋਗੇ ਕਹਿ ਜੀ ਮੇਰੇ ਇੱਧਰ ਉੱਧਰ ਖਰਚ ਹੋ ਗਏ ਨੇ, ਜੇ ਉਹਨਾਂ ਨੇ ਆਪਣੀ ਜ਼ਾਤ ਤੇ ਖਰਚ ਕੀਤੇ ਨੇ ਜਾਂ ਆਪਣੇ ਕਿਸੇ ਘਰ ਤੇ ਖਰਚ ਕੀਤੇ ਨੇ, ਤੇ ਉਹ ਮੌਲਵੀ ਸਾਹਿਬ ਨੂੰ ਜ਼ਰੂਰ ਪਤਾ ਹੁੰਦਾ ਜੀ ਇਹ ਤੇ ਦਿੱਤੇ ਨਹੀਂ ਕੀਤੇ ਇਹਨਾਂ ਨੇ ਖਰਚ ਕੀਤੇ, ਉਹ ਲਾਜ਼ਮੀ ਤੌਰ ਤੇ ਇਹਦਾ ਮਤਲਬ ਉਹ ਬੰਦੇ ਜਿਹੜੇ ਨੇ ਉਹ ਤੁਸੀਂ ਮੌਲਵੀ ਸਾਹਿਬ ਦਾ ਰਿਵਿਊ ਪੜ੍ਹਿਆ,
ਉਹ ਤੇ ਉਹਨਾਂ ਨੂੰ ਸਮਝ ਇਹਦਾ ਮਤਲਬ ਫਿਰ ਮਿਰਜ਼ਾ ਸਾਹਿਬ ਝੂਠ ਬੋਲਿਆ। ਤੁਸੀਂ ਤੋਂ ਮੇਰਾ ਸਾਹਿਬ ਨਾਲ ਨਾ ਤੁਸੀਂ ਅਜੋ ਮੈਨੂੰ ਪਹਿਲੇ ਮੌਲਵੀ ਮੁਹੰਮਦ ਸਾਹਿਬ ਦੀ ਗੱਲ ਕਰੋ, ਉਹ ਉਹਨਾਂ ਦੇ ਭਾਈ ਦੋਸਤ ਮਿਰਜ਼ਾ ਸਾਹਿਬ ਕਹਿੰਦੇ ਨੇ ਮੈਂ ਪੈਸੇ ਖਰਚ ਕਰ ਲੈਣੇ। ਉਹ ਯਾਰ ਸੁਣ ਤੇ ਲਵੋ ਨਾ, ਉਹ ਉਹਨਾਂ ਦਾ ਕਰੈਕਟਰ ਜ਼ਿਆਦਾ ਜਾਣਦੇ ਸਨ ਤੁਹਾਡੀ ਨਿਸਬਤ, ਸਮਝਿਓ ਕਿ ਨਹੀਂ? ਅੱਛਾ, ਸਾਡੀ ਨਿਸਬਤ ਜ਼ਿਆਦਾ ਜਾਣਦੇ ਸੀ ਤੇ ਮਿਰਜ਼ਾ ਸਾਹਿਬ ਉਹ ਸਾਰੀ ਨਜ਼ੀਰ ਸਾਹਿਬ ਮੇਰੀ ਤਾਂ ਕਾਲ ਆ ਗਈ ਹੈ, ਮੈਂ ਉਹ ਕਾਲ ਭੁਗਤਾ ਲਾਂ। ਸੁਣ ਲਓ ਕੋਈ ਮਸਲਾ ਅਬਦੁਲ ਬਾਦਸ਼ਾਹ ਸਾਹਿਬ ਜਿਹੜੇ ਨੇ ਨਾ ਅੱਛੇ ਆਦਮੀ ਨੇ, ਤੇ ਜ਼ਰਾ ਨਰਮੀ ਨਾਲ ਗੱਲ ਇਹਨਾਂ ਨੇ ਕਰਨੀ। ਉਹਨਾਂ ਨੂੰ ਪਿੱਛੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਮੇਰੇ ਖਿਆਲ। ਇੱਥੇ ਇਹ ਬੜਾ ਮਸਲਾ ਹੈ ਕਿ ਜਿਸ ਵੇਲੇ ਕੋਈ ਬੰਦਾ ਆਉਂਦਾ ਨਾ ਪਿੱਛੋਂ, ਕਿਉਂਕਿ ਉਹ ਲਾ ਕੇ ਬੈਠੇ ਨੇ ਅੱਗੇ ਹੁਣ ਨਾ, ਉੱਥੇ ਰਾਜਾ ਤਾਲ ਮਨਾਨ ਕਹਿਣ ਲੱਗਿਆ ਸੀ ਇੱਕ ਬਰਾੜ ਦੇ ਉੱਤੇ ਕਿ ਬਰਾਡਾਂ ਜਿਹੜੀਆਂ ਨੇ ਸਾਡੇ ਸੈਂਟਰ 'ਚ ਮੋਨੀਟਰ ਹੋ ਰਹੀਆਂ ਨੇ। ਜਦੋਂ ਮੈਂ ਕਹਿ ਰਿਹਾ ਹੋ ਰਹੀਆਂ ਨੇ ਤੇ ਫਿਰ ਮੈਂ ਬੜੇ ਵਸੂਖ ਨਾਲ ਕਹਿ ਰਿਹਾ ਕਿ ਸਾਰੀਆਂ ਬਰਾਡਾਂ ਉੱਥੇ ਮੋਨੀਟਰ ਹੋ ਰਹੀਆਂ ਨੇ। ਤੇ ਜਿਉਂ ਹੀ ਇੱਥੇ ਕੋਈ ਬੰਦਾ ਆਉਂਦਾ ਤੇ ਪਿੱਛੋਂ ਪਤਾ ਨਹੀਂ ਸੈਂਟਰ 'ਚ ਫੋਨ ਖੜਕ ਜਾਂਦੇ ਨੇ। ਅੱਛਾ, ਰਿਵਿਊ ਜਦੋਂ ਲਿਖਿਆ ਗਿਆ ਨਾ ਜ਼ਿਆ ਭਾਈ, ਉਦੋਂ ਤੇ ਇਹ ਕਿਤਾਬਾਂ ਦੇ ਪੈਸਿਆਂ ਦਾ ਤੇ ਮਸਲਾ ਹੀ ਕੋਈ ਨਹੀਂ ਸੀ। ਉਦੋਂ ਤੇ ਸ਼ੇਖ ਬਟਾਲਵੀ ਖੁਦ ਅਪੀਲ ਪੇ ਕਰਦੇ ਸਨ ਲੋਕਾਂ ਨੂੰ ਕਿ ਇਹਦੀ ਮਦਦ ਕਰੋ, ਇਹਨੂੰ ਪੈਸੇ ਦਿਓ, ਇਹਨੂੰ ਪੈਸੇ ਦਿਓ। ਲੇਕਿਨ ਉਹ ਹੀ ਰਿਵਿਊ ਲਿਖਣ ਵਾਲਾ ਹੀ ਬੰਦਾ ਪੈਸਿਆਂ ਦਾ ਮੁਤਾਲਬਾ ਕਰਦਾ ਪਿਆ ਕਿ ਤੁਸੀਂ ਕਿਤਾਬਾਂ ਦੇ ਪੈਸੇ ਕਿੱਧਰ ਕੀਤੇ ਨੇ, ਤੁਸੀਂ ਕਿਤਾਬਾਂ ਕਿਉਂ ਨਹੀਂ ਪੇ ਲਿਖਦੇ ਹੈ। ਤੇ ਮਿਰਜ਼ਾ ਸਾਹਿਬ ਉਹਦੇ ਹੀ ਜਵਾਬ ਵਿੱਚ ਕਹਿ ਰਹੇ ਨੇ 87 ਵਿੱਚ, ਰਿਵਿਊ ਤੇ ਲਿਖਿਆ 84 ਵਿੱਚ 1884 ਵਿੱਚ, ਤੇ ਉਦੋਂ ਕਿਤਾਬਾਂ ਦੇ ਪੈਸੇ ਤੇ ਮੰਗ ਰਹੇ ਸੀ। ਸ਼ੇਖ ਬਟਾਲਵੀ ਵੀ ਨਾਲ ਰਲ ਕੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਕਿ ਇਹਦੀ ਮਦਦ ਕਰੋ, ਇਹ ਬੰਦਾ ਇਸਲਾਮ ਦੀ ਮਦਦ ਵਾਸਤੇ, ਦੀਨ ਇਸਲਾਮ ਦੀ ਹੱਕਾਨੀਅਤ ਔਰ ਸਚਾਈ ਦੀ ਖਾਤਰ ਦਲਾਇਲ ਲਿਖੇਗਾ ਤੇ ਹਿੰਦੂਆਂ ਤੇ ਕ੍ਰਿਸਚਨਾਂ ਨਾਲ ਤੁਸੀਂ ਉਹਨਾਂ ਦਲਾਇਲ ਦੇ ਹੁੰਦਿਆਂ ਹੋਇਆ ਮੁਕਾਬਲਾ ਕਰ ਸਕੋਗੇ। ਲੇਕਿਨ ਉਹ ਹੀ ਫਿਰ ਸ਼ੇਖ ਬਟਾਲਵੀ ਜਿਨ੍ਹਾਂ ਰਿਵਿਊ ਲਿਖਿਆ, ਉਹਨਾਂ ਨੇ ਵੇਖਿਆ ਕਿ ਵੀ ਇਹਨਾਂ 4 ਕਿਤਾਬਾਂ ਲਿਖ ਕੇ ਤੇ ਬਾਕੀ ਪੈਸੇ ਕਿੱਧਰ ਕੀਤੇ ਨੇ। ਉਹਨਾਂ ਨੇ ਮੁਤਾਲਬਾ ਕੀਤਾ ਪੈਸਿਆਂ ਦਾ ਕਿ ਤੁਸੀਂ ਪੈਸੇ ਕਿੱਧਰ ਕੀਤੇ ਨੇ, ਕਿਤਾਬਾਂ ਕਿਉਂ ਨਹੀਂ ਲਿਖਦੇ ਪਏ। ਤੇ ਮਿਰਜ਼ਾ ਸਾਹਿਬ ਨੇ ਕੀ ਜਵਾਬ ਦਿੱਤਾ 87 ਚ ਕਿ ਹਾਂ ਮੈਂ ਮੰਨਣਾ ਕਿ ਕਿਤਾਬਾਂ ਦੇ ਪੈਸੇ ਮੇਰੇ ਕੋਲੋਂ ਇੱਧਰ ਉੱਧਰ ਕੰਮਾਂ 'ਚ ਲੱਗ ਗਏ ਨੇ। ਇਹ ਅਸਲ ਗੱਲ। ਸੋ ਕਈ ਵਾਰੀ ਨਾ ਉਹ 2-3 ਗੱਲਾਂ ਨੂੰ ਮਿਕਸ ਕਰ ਛੱਡਦੇ ਨੇ ਜਾਂ ਇਹਨਾਂ ਨੂੰ ਆਪ ਨਹੀਂ ਪਤਾ ਹੁੰਦਾ। ਵੇਖੋ ਪਹਿਲਾਂ ਰਿਵਿਊ ਦੀ ਗੱਲ ਅਬਦੁਲ ਬਾਸਾ ਸਾਹਿਬ ਨੇ ਕੀਤੀ ਹੈ, ਨਾਲ ਹੀ ਫਿਰ ਵਜ਼ੂ ਕਰਾਉਣਾ ਵਜ਼ੂ ਕਰਾਉਣਾ ਸਾਦੇ ਸਮਝਦੇ ਸੀ। ਉਹ ਇੰਝ ਲੱਗਦਾ ਕੋਈ ਬੰਦਾ ਸੁਣਨ ਵਾਲਾ ਸਮਝਦਾ ਰਿਵਿਊ ਵਿੱਚ ਆ ਗੱਲ ਲਿਖੀ ਹੈ। ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਹੈ ਜਦੋਂ ਸਾਡੇ ਨਾਲ ਗੱਲ ਕਰਦੇ ਨੇ। ਅੱਲਾਹੁ ਅਕਬਰ। ਬਹੁਤ ਲੋਕ ਪਿੱਛੇ ਜਿਹੜੇ ਨੇ ਨਾ ਉਹ ਬਚਾਉਣਾ ਚਾਹੁੰਦੇ ਨੇ ਜਮਾਤੇ ਅਹਿਮਦੀਆ ਦੇ ਲੋਕਾਂ ਨੂੰ ਇਸ ਇਨਫੋਰਮੇਸ਼ਨ ਤੋਂ, ਇਹਨਾਂ ਗੱਲਾਂ ਤੋਂ, ਤੇ ਇਹਨਾਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਨੇ। ਲੇਕਿਨ ਜਿਹੜੇ ਲੋਕ ਅੱਗੇ ਆਉਂਦੇ ਨੇ ਸੁਣਨ ਵਾਸਤੇ ਜਾਂ ਕਰਨ ਵਾਸਤੇ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਉਹਨਾਂ ਨੂੰ ਦਲੀਲ ਨਾਲ ਸਾਬਤ ਕਰੀਏ, ਨਾ ਕਿ ਕੋਈ ਧੱਕਾ ਤੁੱਕਾ ਹੋਵੇ ਤੇ ਉਹ ਗੁੱਸਾ ਕਰਨ ਕਿ ਤੁਸੀਂ ਤੋਹੀਨ ਕਰ ਦਿੱਤੀ ਹੈ, ਤੁਸੀਂ ਜ਼ਿਆਦਤੀ ਕਰ ਦਿੱਤੀ ਹੈ। ਤੁਹਾਡੀ ਮੈਂ ਗੱਲ ਸਾਰੀ ਸੁਣ ਨਹੀਂ ਸੀ ਸਕਿਆ। ਤੁਸੀਂ ਕੋਈ ਮਜ਼ਮੂਨ ਸੁਣਾਇਆ ਪੜ੍ਹ ਕੇ ਕੋਈ, ਜਾਂ ਕੀ ਗੱਲਾਂ ਕੀਤੀਆਂ ਨੇ ਤੁਸੀਂ? ਮੈਂ ਵੀ ਇਸ ਮੌਜੂ ਤੇ ਕਲਾਮ ਕਰਨਾ ਚਾਹੁੰਦਾ।
अस्सलामुअलैकुम वरहमतुल्लाहि वबरकातुह। वालेकुम अस्सलाम वरहमतुल्लाहि वबरकातुह। जामर भाई की कहते भाई यही होना सी जेड़ी यही मैनू उम्मीद सी। जे जे जरा काल आई है तो इसे गले ते आई है पिछू काल। ओए एवें जरा उताल जनान जड़ा ना एवें लगा वा एवें टिकटॉक दा खलीफा पे बनदा 2-4 दिहाड़े ठहर जो फिर वही कुतखाना शुरू हो जाना। खुतबे तो बाद जरा के डराया डराया ना लोगों नू। गल कोई भी नहीं होनी फिर इसे तरह ही ना फिर शुरू हो जाना सारे। नहीं उन्होंने गालां तो मना नहीं सी कर रहा। यही मैं दस देना भी मॉनिटरिंग हो रही है तुहाडियां बराडां दी। मॉनिटर हो रही ने इन्हां दी बराडां दी नहीं मुसलमानां दी बराडां दी। अच्छा भाई ये तो इन करते ने साडे मसीह मौत दी इन्हां बंदियां नाल गल नहीं करनी। मान दी ने अहमियत अस्सलाम वालेकुम। वालेकुम अस्सलाम रहमतुल्लाह मज़ा भाई। ठीक हो भाई? ठीक हो अल्हम्दुलिल्लाह। अच्छा मैं ना पढ़ रहा सा पेशन गोई एक लड़के वाली मेरी पहली पेशन गोई है मेरे डॉक्टर जाने दी उस तो तुसे मोंटेसर से और कोई गल तो नहीं हो रही वो बयान करते हो मैनू तो दूसरे ही नहीं उसना समझ आ रहा इश्तिहार जेड़ा उस लिखिया सी स्टार सीरीज केड़ा इश्तिहार नहीं समझ आ रहा जेड़ा नहीं सी पहला इश्तिहार लिखा सी इसना 20 फरवरी 1986 एक लड़के वाला। हाँ जी फिर जेड़ा दूसरा लिखा सी 3 मार्च 1987 1887 क्या उस ये लिखा कि पहले जेड़ा इश्तिहार है उससे पहले अमल विच ही आना बच्चा नहीं ज़ुरियतुल बगाया और किसी मिर्ज़ा कादियानी लानती हरामी बदकार दी ज़ुरियत किसी दजाल दे बच्चा दफा हो जाए ना अपने मिर्ज़ा कादियानी नाल ही लैके ना ते निकल जा ते उत्थे वड़ जाओ उस गटर च वड़ जाओ जिस गटर च मोया पे ना उत्थे दफा हो जाओ हरामिया। पहले मैं तेन गटर च सुट दिता मेरा पुत्र जा जाके ट्रुथ सीकर रिकॉर्ड कर लिया मेरी आवाज चला जाके सैनी साहब दी गालियां दी ट्रुथ सीकर सुना जाके हराम दे बच्चे ने हराम दे पिल्ले ने मिर्जा जी एक भी लालजादा ने जो नजर नहीं आता। अच्छा इतने हरामी ने ना अल्लाह दी कसम मैं बड़ा परेशान होना भाई किसी ने कही ये गल या नहीं कही गल दोहराउण लग्या भी इन्हां नूं जरा शर्म नहीं आउंदी। नहीं जान के तकलीफ देने वास्ते तो इहो जिहियां गल्लां दोहराउंदे ने। हाँ तस्वीर में ले लिए ताकि तू उत्थे जाके ते जिस वेले रंडी औरत हार जाके वहन करेंगा ना तो मैं वो तस्वीर पेश करांगा कि मैं मिर्जाइयां नूं हरामी इस गल कहना इन्हां नूं हराम ज्यादा मिर्जा कादियानी कह के गया कि ये हराम ज्यादा मैं छोड़ के चलना इन्हां हराम ज्यादा नूं पिछों तुसी कुचला दे के मारना। ये दजाल लानती जदों मरिया सी ना पेचश करदा जदों उस लानती नूं 4-5 घंटे बाद बर्फ लानी पै गई सी तो वह ज़ुरीयत उदों हरामजादियां दी छोड़ के मरिया सी तो उन्हें आख्या सी कि मैं मर चलिया ते कुत्ते मैं छोड़ चलिया इमामुल अंबिया ते भौंकणगे ते तुसीं इन्हां नूं लै के ना ते मुकाबला करदे रहना। क्यों नहीं जाके उहदी कबर ते पेशाब करदे ट्रुथ सीकर उहदी कबर ते जाके पेशाब करो सारे जेड़ा तुहानूं ऐसा गंदा रस्ता दे के गया है कि तुसी नबी पाक दी जात दे उत्ते आके इस तरह भौंको ते बेहतर है कि उहदी कबर ते जाके पेशाब करो।
ਜੇ ਉੱਤੇ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ, ਪੈਪ ਲਾ ਕੇ ਉਹਦੇ ਮੂੰਹ ਤੇ ਕਰੋ। ਪੈਪ ਲੈ ਕੇ ਨਾ ਪਲਾਸਟਿਕ ਦਾ, ਉਹ ਕੋਈ 2.5 ਇੰਚ ਵਾਲਾ, ਉਹਨੂੰ ਮਿੱਟੀ ਦੇ ਵਿੱਚੋਂ ਨਹੀਂ ਦਬਾ ਕੇ ਥੱਲੇ ਜਾਏਗਾ ਨਾ ਸਿੱਧਾ, ਫਿਰ ਉੱਤੋਂ ਰੱਖ ਕੇ ਧਾਰ ਮਾਰੋ। ਬੇਗੈਰਤ। ਫਿਰ ਜਾ ਕੇ ਉੱਥੇ ਰੋਣਗੇ ਤੇ ਆਖਣਗੇ ਗਾਲੀਆਂ ਦੀਆਂ, ਗਾਲੀਆਂ ਦੀਆਂ, ਗਾਲੀਆਂ ਦੀਆਂ। ਲੈ एक मिनट हमजा भाई, मैं गल थोड़ी जवाब देना, बस 1 मिनट दे दे मैं एक चीज देखने लगे। ठीक है सही है। मैं सिर्फ यही कि उसने की पॉइंट्स डाल छोड़ो कि अगर किसी मर्दे ना गल करनी है तो की पॉइंट्स के समझ नहीं क्या क्या जी? मतलब वो स्पेशल गोई विच मेन पॉइंट्स है जिस तो फंस सकने में या फंसते ना, और से अगर पॉइंट्स दस हो तो हाँ जी, वो जो मार्च वाला तुम इश्तिहार पे बयान करते हो ना, 15 मार्च या केड़ी डेट का इश्तिहार है, ओदियां कापियां करा के इन्ने कुछ बंदियां नूं भेजियां सन, याद जे थले लिखिया उस इश्तिहार दे। उस इश्तिहार दियां कापियां तां वास्ते भेजियां सन कि उन्हां लोकां नूं जिन्हां नूं कापियां भेजियां सन ना, दुल्ला थम, मास्टर मुरलीधर ते फलाना ते फलाना ते फलाना, उन्हां नूं निशान पेश करना सी इन्हें कि मैनू अल्लाह ताला ने निशान दिता है बेटे की पैदाइश का। सवाल सिर्फ इन्ना ही कर छड़ो तो मिर्जाई मरदा मर जाएगा। तुसी समझो कि मिर्जाई नूं जमीन दे विच लक लक टोया कढ़ के ते गड्ढ दिता तो बस हुण पत्थर मारने ने चले, उन्होंने गड्ढ के तो बाद जिन्ने मर्जी पत्थर मारो नहीं बोलने लगा। संसार करना वो तो जमीन च खिडदे ने इस तरह। उन्होंने पूछो भी इन्हां बंदियां नूं ते वहाना सी निशान, इन्हां बंदियां चों किस बंदे नूं जिंदगी दे किहड़े साल, किहड़े महीने, किहड़े दिन मिर्जा कादियानी ने आख्या है कि ऐ जो मुंडा जिहदी मैं तुहानूं पेशगोई कहा सी ना, ऐ जो मुंडा, क्या मिर्जा कादियानी ने सारी जिंदगी 20 फरवरी 1886 नूं इस मुंडे दे पैदा होने का दावा किया है ते 26 मई 1908 नूं मरिया है। मिर्जा कादियानी 20 फरवरी 1886 तो लैके 26 मई 1908 तक 22 साल जिंदा रहा। 22 सालां च ए जिहड़े बंदे ने, इन्हां चों किसे बंदे नूं अगर मिर्जा कादियानी ने आख्या होवे कि ए वो मुंडा है, तो दिन पेश कर दो, वक्त पेश कर दो, तहरीर पेश कर दो, इश्तिहार पेश कर दो, तो तुसी जुत गए तो असीं हार गए, असीं मान लांगे मिर्जा कादियानी की पेशगोई सच्ची निकली है। ये पेशगोई इन्हां लोकां वास्ते कीती गई सी जिन्हां नूं इश्तिहार छप के घल्लिया सी ना, कापी करा के। इन्हां लोकां नूं दसना सी कि मेरे नाल अल्लाह ताला कलाम करदा है, अल्लाह ताला ने मैनूं आख्या कि मैं तैनूं मुंडा देंगा। वो मुंडा बतौरे निशान दे इस्लाम की सदाकत और सच्चाई का सबूत है ना वो मुंडा, क्योंकि ये तो सारे गैर मुस्लिम ने जिन्हों का नाम लिखे है ना उसमें मार्च वाले इश्तिहार के थले। इन गैर मुसलमां नूं इस्लाम की सच्चाई का सबूत पेश करना है, ए वो मुंडा सच्चाई का सबूत। ये कदों पेश किया है? गल इस तरीके ना करो। जे तुसी आखोगे वो 20 फरवरी 1886 मिर्जा कादियानी ने आख्या सी कि मुस्लिम मऊद पैदा होगा, एक मुंडा पैदा होगा, इस तरह इस तरह इस तरह इस तरह, तो वो कितने वे? वो आखणगे बशीरुद्दीन महमूद अहमद। भाई बशीरुद्दीन महमूद अहमद नूं मिर्जा कादियानी ने कदे भी नहीं आख्या कि मुस्लिम मऊद। मिर्जा कादियानी ने 20 फरवरी 1886 नूं होशियारपुर चिल्ला कट्टन गया सी ते चिल्ला कट के उत्थों फारग होके इश्तिहार लिखा है कि मैं सफर किया इख्तियार होशियारपुर का, अल्लाह ताला ने मैनूं आख्या कि तेरा सफर जिहड़ा मुबारक हो गया होशियारपुर वाला, ते असीं तैनूं इहदा निशान देंगे, इहदा एक मौजज़ा देंगे कि
ਕਿ ਤੈਨੂੰ ਅਸੀਂ ਮੁੰਡਾ ਦੇਾਂਗੇ ਜਿਹੜਾ ਬਹੁਤ ਲੰਬੀ ਉਮਰ ਪਾਏਗਾ, ਬੜੀਆਂ ਕਿਸਮਤਾਂ ਵਾਲਾ ਬਰਕਤਾਂ ਵਾਲਾ ਹੋਏਗਾ। ਇਸ ਤਰ੍ਹਾਂ ਕੈਦੀ ਉਹਦੇ ਤੋਂ ਰਾਹੀਆਂ ਪਾਣਗੇ ਤੇ ਬਿਮਾਰ ਉਹਦੇ ਕੋਲੋਂ ਸ਼ਫਾਵਾਂ ਪਾਣਗੇ। ਇੰਨੇ ਵੱਡੇ ਵੱਡੇ ਦਾਅਵੇ ਕਰਨ ਤੋਂ ਬਾਅਦ ਮਿਰਜ਼ਾ ਕਾਦੀਆਨੀ ਨੇ 20 ਫਰਵਰੀ 1886 ਨੂੰ ਜਦੋਂ ਇਸ਼ਤਿਹਾਰ ਛਾਪਿਆ ਤੇ ਲੋਕਾਂ ਨੇ ਆਖਿਆ ਵੀ ਇਹਦਾ ਵਿਆਹ ਹੋਇਆ 2 ਸਾਲ ਹੋ ਗਏ ਨੇ, 84 ਚ ਇਹਦਾ ਵਿਆਹ ਹੋਇਆ ਤੇ ਮੁੰਡਾ ਇਹਦੇ ਘਰ ਹੋਣ ਵਾਲਾ ਹੋਣਾ, ਕੋਈ ਬੱਚਾ ਹੋਣ ਵਾਲਾ ਹੋਣਾ। ਦਾਅਵਾ ਕਰਨ ਲੱਗ ਪਿਆ ਵੀ ਮੈਨੂੰ ਖੁਦਾ ਨੇ ਆਖਿਆ ਮੁੰਡਾ ਹੋਏਗਾ। ਤੇ ਉਹ ਜਿਸ ਤਰ੍ਹਾਂ ਗੱਲਾਂ ਜ਼ਬਾਨੀ ਕਲਾਮੀ ਸੀਨਾ ਬਸੀਨਾ ਚੱਲਦੀਆਂ ਨੇ ਨਾ, ਤੇ ਕਿਸੇ ਨੇ ਕਹਿ ਦਿੱਤਾ ਮੁੰਡਾ ਤੇ ਇਹਦੇ ਘਰ ਹੋਇਆ ਵੇ, ਐਵੇਂ ਮਾਰਨ ਲੱਗੇ ਆ, ਉੱਥੇ ਦੀ ਜਨਾਨੀ ਪੇਕੇ ਗਈ ਤੇ ਮੁੰਡਾ ਹੋਇਆ। ਇਹਨੇ ਉਹਦਾ ਜ਼ਿਕਰ ਵੀ ਕੀਤਾ ਤੇ ਫਲਾਣਾ ਬੰਦਾ ਜਿਹੜਾ ਉਹਨੇ ਇਹ ਗੱਲ ਆਖੀ ਹੈ ਕਿ ਮੁੰਡਾ ਮੇਰੇ ਘਰ ਆਲਰੇਡੀ ਹੋਇਆ ਤੇ ਮੈਂ ਉਹ ਕਹਿਣਾ ਕਿ ਝੂਠੇ ਤੇ ਅੱਲਾ ਦੀ ਲਾਨਤ ਹੋਵੇ। ਜਾਓ ਜਾ ਕੇ ਦੇਖ ਲਓ ਅੰਬਾਲਾ, ਮੇਰੀ ਬੀਵੀ ਆਪਣੇ ਗਈ ਹੈ ਵਾਲਦ ਕੋਲ ਤੇ ਉੱਥੇ ਜਾ ਕੇ ਪਤਾ ਕਰਾ ਲਓ, ਮੇਰੀ ਬੀਵੀ ਦੇ ਘਰ ਕੋਈ ਬੱਚਾ ਅਜੇ ਤੱਕ ਨਹੀਂ ਹੋਇਆ। ਲੇਕਿਨ ਉੱਥੇ ਇਹ ਨਹੀਂ ਦੱਸਿਆ ਕਿ ਮੇਰੀ ਬੀਵੀ ਨੂੰ 6ਵਾਂ 7ਵਾਂ ਮਹੀਨਾ ਲੱਗੇ ਹੈ ਤੇ ਮੇਰਾ ਪਿਓ ਵੀ ਹਕੀਮ ਸੀ ਤੇ ਮੈਂ ਵੀ ਹਕੀਮ ਹਾਂ ਤੇ ਮੈਂ ਉਹਦੇ ਢਿੱਡ ਤੇ ਹੱਥ ਫੇਰ ਕੇ ਵੇਖਿਆ ਤੇ ਮੈਨੂੰ ਮੁੰਡਾ ਪੈ ਦਿਸਦਾ ਤੇ ਮੈਂ ਤਾਂ ਇਸ਼ਤਿਹਾਰ ਛਾਪਿਆ। ਇਹ ਨਹੀਂ ਆਖਿਆ। ਆਖਿਆ ਨਹੀਂ ਜਾ ਕੇ ਪਤਾ ਕਰ ਲਓ, ਝੂਠਿਆਂ ਤੇ ਅੱਲਾ ਦੀ ਲਾਨਤ ਹੋਵੇ, ਕੋਈ ਮੁੰਡਾ ਨਹੀਂ ਸਾਡੇ ਘਰ ਹੋਇਆ। ਤੇ ਉਹਨਾਂ ਆਖਿਆ ਫਿਰ ਉਹ ਕਦੋਂ ਹੋਣਾ ਮੁੰਡਾ, ਕੋਈ ਦੱਸੋ, ਡੇਟ ਸ਼ੀਟ ਦੱਸੋ। ਇਹਨੇ ਮਾਰਚ ਚ ਫਿਰ ਇਸ਼ਤਿਹਾਰ ਛਾਪਿਆ, ਫਿਰ ਅਪ੍ਰੈਲ ਵਿੱਚ ਛਾਪਿਆ, ਪਤਾ ਨਹੀਂ 8 ਅਪ੍ਰੈਲ ਹੈ ਮੇਰੇ ਖਿਆਲ, 8 ਅਪ੍ਰੈਲ ਨੂੰ ਇਸ਼ਤਿਹਾਰ ਛਾਪਿਆ ਕਿ ਮੁੰਡਾ ਜਨਾਬ ਜ਼ਰੂਰ ਹੋਵੇਗਾ। ਪਹਿਲਾਂ 9 ਸਾਲ ਦਾ ਟਾਈਮ ਦਿੱਤਾ ਤੇ ਉਹਨਾਂ ਖੱਚ ਮਾਰੀ, ਉਹਨਾਂ ਕਿ 9 ਸਾਲ ਚ ਮੁੰਡਾ ਤੇ ਮੈਂ ਖੁਸਰਿਆਂ ਦੇ ਘਰ ਵੀ ਉਹ ਕਹਿੰਦਾ ਵਿਆਹਿਆ ਹੋਵੇ ਬੰਦਾ, ਜਵਾਨ ਹੋਵੇ, ਬੀਵੀ ਹੋਵੇ ਘਰ, ਤੇ 9 ਸਾਲ ਦਾ ਟਾਈਮ ਤੋਂ ਬਾਅਦ 9 ਸਾਲ ਚ ਮੁੰਡਾ ਹੋਵੇਗਾ। ਤੇ ਕਹਿੰਦਾ ਨਹੀਂ ਜੇ 9 ਸਾਲ ਤੁਹਾਡੇ ਵਾਸਤੇ ਜ਼ਿਆਦਾ ਲੰਬੀ ਮੁੱਦਤ ਹੈ ਤੇ ਫਿਰ, ਹਾਲਾਂਕਿ ਉਹ ਲੰਬੀ ਮੁੱਦਤ ਐਡੀ ਕੋਈ ਨਹੀਂ ਸੀ, ਪਰ ਚਲੋ ਮੈਂ 2.5 ਸਾਲ ਕਰ ਲੈਣਾ, ਯਾਨੀ ਇਹ ਅਮਲ ਨਹੀਂ ਤੇ ਅਗਲਾ ਸਾਲ, ਇਹ ਅਮਲ ਨਹੀਂ ਤੇ ਇਹਦੇ ਤੋਂ ਨਾਲ ਵਾਲਾ ਅਮਲ, ਗੋਲਮੋਲ ਜੀ ਗੱਲ ਉਹਦੇ ਚ ਲਿਖੀ ਹੈ 8 ਅਪ੍ਰੈਲ ਵਾਲੇ ਇਸ਼ਤਿਹਾਰ ਚ। ਤੇ ਉਹ ਕੁੜੀ ਹੋ ਪਈ ਮਈ ਦੇ ਮਹੀਨੇ ਚ, ਗਲਬਨ ਕੁੜੀ ਹੋ ਪਈ, ਇਸਮਤ ਉਹਦਾ ਨਾਂ ਸੀ। ਅਜਿਹਾ ਭਾਈ ਨੂੰ ਡੇਟ ਦਾ ਪਤਾ ਹੋਵੇ, ਮੇਰੇ ਖਿਆਲ ਮਈ ਚ ਹੋਈ ਹੈ। ਕਿਹੜੇ ਮਹੀਨੇ ਚ ਹੋਈ ਹੈ ਉਹ ਜਿਹੜੀ ਪਹਿਲੀ ਕੁੜੀ ਹੋਈ ਹੈ ਬਾਰਕੈਫ? ਉਹ ਜਦੋਂ ਕੁੜੀ ਹੋ ਪਈ ਪੈਦਾ ਤੇ ਰੋਲਾ ਪੈ ਗਿਆ ਵੀ ਹੈਲੋ, ਇਹ ਆਂਦਾ ਸੀ ਮੁੰਡਾ ਹੋਵੇਗਾ ਤੇ ਕੁੜੀ ਹੋ ਪਈ ਤੇ ਇਹਨੇ ਆਖਿਆ ਵੀ ਮੈਂ ਤੇ ਆਪੋ ਹੀ ਆਖਿਆ ਸੀ ਵੀ ਜੇ ਐਸ ਅਮਲ ਚ ਨਹੀਂ ਤਾਂ ਜਿਹੜੀ ਪਹਿਲੀ ਬੇਟੀ ਦਾ ਪੁੱਛ ਰਹੇ ਹੋ ਤੁਸੀਂ, ਮੇਰੀ ਜਿਹੜੀ ਜੰਮੀ ਸੀ? ਹਾਂਜੀ ਉਹ ਜਿਹੜੀ 3.5 ਮਹੀਨੇ ਵਾਲੀ? ਅੱਛਾ ਉਹ ਹੋਈ ਸੀ ਅਪ੍ਰੈਲ ਦੇ ਵਿੱਚ, ਅਪ੍ਰੈਲ 1886 ਚ। ਹਾਂਜੀ ਹਾਂ ਦੇਖੋ ਨਾ, 20 ਫਰਵਰੀ 1886 ਨੂੰ ਇਸ਼ਤਿਹਾਰ ਛਾਪਿਆ ਤੇ ਮਾਰਚ ਤੇ ਅਪ੍ਰੈਲ, ਯਾਨੀ ਉਹਨੂੰ 7ਵਾਂ ਮਹੀਨਾ ਲੱਗਿਆ ਸੀ ਤੇ ਇਹਨੇ ਇਸ਼ਤਿਹਾਰ ਛਾਪਿਆ ਸੀ। ਇਹਨੇ ਹੱਥ ਫੇਰਿਆ ਸੀ ਢਿੱਡ ਤੇ ਇਹਨੂੰ ਯਕੀਨ ਸੀ ਮੁੰਡਾ ਹੈ। ਉਦੋਂ ਦਾਈਆਂ ਜਿਹੜੀਆਂ ਨੇ ਨਾ ਔਰਤਾਂ ਦੇ ਪੇਟ ਦੇ ਉੱਤੇ ਹੱਥ ਫੇਰ ਕੇ ਦੱਸ ਸਕਦੀਆਂ ਸਨ ਵੀ ਪੇਟ ਵਿੱਚ ਲੜਕੀ ਹੈ ਕਿ ਲੜਕਾ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਅਲਟਰਾਸਾਊਂਡ ਹੁੰਦਾ ਨਾ, ਉਦੋਂ ਹਰ ਦੌਰ ਵਿੱਚ ਇਨਸਾਨ ਨੇ ਜਿਹੜੀ ਉਹ ਆਪਣੀ ਤਰੱਕੀ ਕੀਤੀ ਹੈ ਅਕਲੀ ਇਲਮੀ ਲਿਹਾਜ਼ ਨਾਲ, ਤੇ ਉਦੋਂ ਦਾਈਆਂ ਦੱਸ ਦਿੰਦੀਆਂ ਸਨ ਪੇਟ ਤੇ। ਇਹਨੇ ਹੱਥ ਸ਼ੱਤ ਫੇਰਿਆ ਤੇ ਇਹਨੇ ਆਖਿਆ ਮੁੰਡਾ ਹੈ ਤੇ ਇਸ਼ਤਿਹਾਰ ਛਾਪਿਆ। ਉਹ ਕੁੜੀ ਹੋ ਪਈ, ਰੱਬ ਨੇ ਝੂਠਾ ਕਰ ਦਿੱਤਾ। ਇਹਨੇ ਕਹਿੰਦੀ ਨਹੀਂ ਮੈਂ ਕਦੋਂ ਆਖਿਆ ਵੀ ਐਤਕੀ ਹੋਵੇਗਾ, ਅਗਲੀ ਵਾਰੀ ਹੋ ਜਾਏਗਾ। ਚਲੋ ਜੀ 1887 ਦੇ 7 ਅਗਸਤ ਨੂੰ ਉਹ ਬੱਚਾ ਹੋਇਆ। ਉਹਦਾ ਨਾਮ ਹੀ ਇਹਨੇ ਪਹਿਲਾਂ ਹੀ ਦੱਸਿਆ ਸੀ, ਅਨਮੋਬਾਈਲ ਬਸ਼ੀਰ ਉਸਕਾ ਨਾਮ ਹੋਗਾ ਔਰ ਐਸਾ ਹੋਗਾ ਔਰ ਵੈਸਾ ਹੋਗਾ। ਤੇ ਜਦੋਂ ਉਹ ਬੱਚਾ ਹੋਇਆ ਤੇ ਇਹਨੇ ਜਨਾਬ ਢੋਲ ਵਾਜੇ ਵਜਾਣੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਠਾਕਿਆ ਠੋਕਿਆ ਵੀ। ਰਈਸ ਕਾਦੀਆਨ ਕਿਤਾਬ ਲਿਖੀ ਮੌਲਾਨਾ ਰਫੀਕ ਦਿਲਾਵਰੀ ਨੇ, ਉਹਦੇ ਚ ਲਿਖਿਆ ਕਿ ਲੋਕਾਂ ਨੇ ਮਨਾ ਕੀਤਾ, ਮੌਲਵੀ ਹੋ ਕੇ ਢੋਲ ਵਜਾਣ ਲੱਗੇ। ਕਹਿੰਦਾ ਅਸਮਾਨ ਤੇ ਫਰਿਸ਼ਤੇ ਖੁਸ਼ੀਆਂ ਮਨਾ ਰਹੇ ਨੇ, ਤੁਸੀਂ ਕਹਿੰਦੇ ਹੋ ਮੈਂ ਢੋਲ ਵਾਜੇ ਨਾ ਵਜਾਵਾਂ, ਇਹ ਕਿਹੜੀ ਗੱਲ ਕਰਨ ਵਾਲੀ? ਵਜਨ ਦੇ ਢੋਲ ਵਾਜੇ ਨੇ ਉਹ ਕੀਕਾ ਸ਼ਿਕਾ ਕੀਤਾ ਤੇ ਬੜੀਆਂ ਬਾਹਾਂ ਖੜੀਆਂ ਕਰਕੇ ਨਾ ਇਸ਼ਤਿਹਾਰ ਛਾਪਿਆ ਖੁਸ਼ਖਬਰੀ ਦੇ ਨਾਂ ਦਾ। ਉੱਤੇ ਲਿਖਿਆ ਮੋਟੀ ਖੁਸ਼ਖਬਰੀ, थले लिखे कि वो मौलूद मसूद जिसका मैंने 8 अप्रैल के इश्तिहार में जिक्र किया था, वो आज रात 1:30 बजे वो मौलूद मसूद पैदा हो गया है। सौ तो नहीं गए भाई? मैं सुनना था सारी गल। ते वो मौलूद मसूद पैदा हो गया, ਉਹਦਾ ਇਸ਼ਤਿਹਾਰ ਛਾਪ ਦਿੱਤਾ ਤੇ ਉਹ ਬੱਚਾ ਜਿਹੜਾ ਹੈ ਉਹ 18 ਮਹੀਨੇ ਦਾ ਹੋ ਕੇ ਤੇ ਮਰ ਗਿਆ।
ਜਦੋਂ ਉਹ ਬੱਚਾ ਮਰ ਗਿਆ, ਇਸ਼ਤਿਹਾਰ ਵੀ ਤੇ ਇਹ ਸੀ ਨਾ ਕਿ ਲੰਬੀ ਉਮਰ ਪਾਏਗਾ। ਇਹ ਲਿਖਿਆ ਕਾਨ ਨਜ਼ਲ ਅੱਲਾਹ ਮਿਨ ਸਮਾ, ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਆਸਮਾਨ ਤੋਂ ਅੱਲਾ ਹੀ ਨਾਜ਼ਲ ਹੋ ਗਿਆ, ਮਾਜ਼ ਅੱਲਾ। ਉਹਦੀਆਂ ਤਾਂ ਬੜੀਆਂ ਲੰਮੀਆਂ ਚੌੜੀਆਂ ਸਿਫਾਤ ਬਿਆਨ ਕੀਤੀਆਂ ਨੇ ਨਾ। ਹੁਣ ਮਿਰਜ਼ਾ ਕਾਦੀਆਨੀ ਨੇ ਕੀ ਕੀਤਾ, ਫਰਾਡ ਕੀਤਾ ਇੱਕ, ਕਿ ਉਹ ਜਿਹੜਾ ਮੁੰਡਾ ਮਰ ਗਿਆ ਨਾ 18 ਮਹੀਨੇ ਬਾਅਦ, ਤੇ ਮਿਰਜ਼ਾ ਕਾਦੀਆਨੀ ਨੇ ਉਸ ਮੁੰਡੇ ਦੇ ਬਾਰੇ ਜਿਹੜਾ 20 ਫਰਵਰੀ 1886 ਦਾ ਇਸ਼ਤਿਹਾਰ ਸੀ ਨਾ, ਉਹਨੂੰ ਵਿਸ਼ਕਾਰੋਂ ਪਾੜ ਕੇ ਤੇ ਉਹਦੇ ਦੋ ਹਿੱਸੇ ਕਰ ਲਏ। 2 ਵਰਕੇ ਦਾ ਇਸ਼ਤਿਹਾਰ ਹੋਵੇ ਤੇ ਉਹਨੂੰ ਵਿਸ਼ਕਾਰੋਂ ਕੈਂਚੀ ਨਾਲ ਕੱਟ ਲਈਏ ਤੇ ਆਖਿਆ ਵੀ ਇਹ ਜਿਹੜਾ ਹਿੱਸਾ ਹੈ ਨਾ, ਇਹ ਵੱਖਰਾ ਹੈ ਤੇ ਇਹ ਵੱਖਰਾ ਹੈ। ਦਰਅਸਲ 2 ਮੁੰਡਿਆਂ ਦੀ ਪੇਸ਼ਗੋਈ ਸੀ, ਮੈਨੂੰ ਇੱਕ ਮੁੰਡੇ ਦੀ ਸਮਝ ਆਈ ਹੈ। ਵੇਖੋ ਕੈਸੇ ਫੁੱਦੂ ਮੰਨਣ ਵਾਲੇ ਤੇ ਕੈਸੇ ਫੁੱਦੂ ਲਾਉਣ ਵਾਲੇ। ਕਹਿੰਦਾ ਅਸਲ ਦੇ ਵਿੱਚ ਇਸ ਇਸ਼ਤਿਹਾਰ 'ਚ 2 ਬੱਚਿਆਂ ਦੀ ਪੇਸ਼ਗੋਈ ਸੀ, ਮੈਂ ਇੱਕ ਦੀ ਸਮਝਿਆ। ਤੇ ਉਹ ਜਿਹੜਾ ਨਾ तुम्हारे घर में मेहमान आता है, यहाँ तक एक लड़का है, इससे अगला दूसरा लड़का है, तो दूसरा लड़का अल्लाह देगा। चलो ठीक है। उदों ये होया भी सी ਜਿਹੜਾ ਨਾ ਬਸ਼ੀਰੁद्दीन महमूद अहमद 1899 ਦੇ ਜਨਵਰੀ 'ਚ ਪੈਦਾ ਹੋਇਆ, 1889 ਜਨਵਰੀ 'ਚ। ਇਹ ਜਿਹੜਾ ਇਹਨਾਂ ਦਾ 2 ਨੰਬਰ ਖਲੀਫਾ ਹੈ। ਤੇ ਇਹਨੇ ਆਖਿਆ ਉਹ ਮੁੰਡਾ ਹੋਵੇਗਾ ਜੀ, ਚਲੋ ਜੀ ਠੀਕ ਹੈ ਜੀ ਹੋਵੇਗਾ ਜੀ। ਹੁਣ ਇਹ ਡਰਦਾ ਉਹਨੂੰ ਬਸ਼ੀਰੁद्दीन महमूद अहमद ਨੂੰ ਆਖਦਾ ਨਹੀਂ ਸੀ ਕਿ ਉਹ ਮੁੰਡਾ, ਇਹ ਤੇ ਹੋ ਪਿਆ ਸੀ ਉਦੋਂ ਨੂੰ। ਤੇ ਫਿਰ ਇਹਦੇ ਬਾਅਦ ਉਹ ਬਸ਼ੀਰ ਅਹਿਮਦ ਹੋਇਆ, ਇਹਨੇ ਉਹਨੂੰ ਨਹੀਂ ਆਖਿਆ। ਫਿਰ ਉਹ ਸ਼ਰੀਫ ਅਹਿਮਦ ਹੋਇਆ, ਇਹਨੇ ਉਹਨੂੰ ਨਹੀਂ ਆਖਿਆ ਮੁਸਲਿਮ ਉਹ ਮੁੰਡਾ ਹੈ। ਤੇ ਫਿਰ ਇਹਦੇ ਘਰ 1899 ਚ ਇੱਕ ਬੱਚਾ ਪੈਦਾ ਹੋਇਆ, ਉਹਦਾ ਨਾਂ ਸੀ ਮੁਬਾਰਕ ਅਹਿਮਦ। ਤੇ ਇਹਨੇ ਆਖਿਆ ਵੀ 3 ਅੱਗੇ ਹੋ ਗਏ ਨੇ ਤੇ ਹੁਣ 4ਥਾ ਹੋਣ ਲੱਗਾ, ਤੇ ਇਹ ਨਹੀਂ ਮਰੇ ਤੇ ਇਹ ਵੀ ਨਹੀਂ ਮਰਨ ਲੱਗਾ। ਉਦੋਂ ਆਮ ਬੱਚੇ ਜਿਹੜੇ ਸੀ ਨਾ, ਉਹ ਸ਼ੀਰ ਖਾਰਗੀ ਦੀ ਉਮਰ 'ਚ ਬੜਿਆਂ ਬੱਚਿਆਂ ਦੀ ਡੈਥ ਹੋ ਜਾਂਦੀ ਸੀ। ਤੁਸੀਂ ਅਗਰ ਪੁਰਾਣੀ ਰਿਪੋਰਟ ਕੱਢ ਕੇ ਵੇਖੋ ਨਾ, ਪਤਾ ਨਹੀਂ ਉਹ ਕਿੰਨੇ % ਬੱਚੇ ਨੇ ਜਿਹੜੇ ਪੁਰਾਣੇ ਜ਼ਮਾਨੇ 'ਚ ਸ਼ੀਰ ਖਾਰਗੀ ਦੀ ਉਮਰ 'ਚ ਮਰ ਜਾਂਦੇ ਸੀ। ਦੁੱਧ ਪੀਣ ਦੀ ਉਮਰ 'ਚ ਬੱਚਿਆਂ ਦੀ ਡੈਥ ਹੋ ਜਾਂਦੀ ਸੀ। ਐਜ਼ਾ ਹੋ ਗਿਆ, ਟਾਈਫਾਇਡ ਹੋ ਗਿਆ, ਪੋਲੀਓ ਹੋ ਗਿਆ, ਤਸ਼ੰਨਜ ਤੇ ਪਤਾ ਨਹੀਂ ਕੀ ਬਿਮਾਰੀਆਂ ਹੁੰਦੀਆਂ ਸਨ, ਜਿਨ੍ਹਾਂ ਦੇ ਬਾਅਦ ਟੀਕੇ ਫਾਸਤੇ ਨਿਕਲੇ। ਫਿਰ ਬੱਚਿਆਂ ਦੀ ਜਿਹੜੀਆਂ ਨੇ ਨਾ ਜ਼ਿੰਦਗੀਆਂ ਜ਼ਿਆਦਾ ਥੋੜੀ ਸਿਕਿਉਰ ਹੋ ਗਈਆਂ। ਤੇ ਇਹਨੇ ਆਖਿਆ 3 ਨਹੀਂ ਮਰੇ ਤੇ ਇਹ ਵੀ ਨਹੀਂ ਮਰਨ ਲੱਗਾ। 1899 'ਚ ਮੁੰਡਾ ਪੈਦਾ ਹੋਇਆ ਤੇ ਇਹਨੇ ਇਸ਼ਤਿਹਾਰ ਛਾਪ ਕੇ ਪਹਿਲਾਂ ਹੀ ਕਹਿ ਦਿੱਤਾ ਕਿ ਜਨਾਬ ਉਹ ਲੜਕਾ ਜਿਹੜਾ ਉਹ ਪੈਦਾ ਹੋਵੇਗਾ, ਜ਼ਰੂਰ ਹੋਵੇਗਾ। ਪਹਿਲਾਂ 96 'ਚ ਉਹਦਾ ਜ਼ਿਕਰ ਕੀਤਾ ਹੈ ਜਾਮੇ ਆਤਮ 'ਚ। ਫਿਰ ਉਹ 99 'ਚ ਜਦੋਂ ਮੁਬਾਰਕ ਅਹਿਮਦ ਪੈਦਾ ਹੋਣ ਲੱਗਾ, ਤਰਿਆਕੁਲ ਕਲੂਬ 'ਚ ਉਹਦਾ ਜ਼ਿਕਰ ਕੀਤਾ ਹੈ। ਤੇ ਉਹਦੇ ਬਾਰੇ ਵੀ ਇੰਝ ਲਿਖਿਆ ਕਿ ਉਹ ਮੌਲੂਦ ਮਸੂਦ आज रात को इतने बजे पैदा हो गया है जी। ਉਹਦੇ ਬਾਰੇ ਵੀ ਕੋਈ ਇਸ ਤਰ੍ਹਾਂ ਦੀ ਗੱਪ ਲਿਖੀ ਹੈ, ਉਹ ਮੌਲੂਦ ਮਸੂਦ ਪੈਦਾ ਹੋ ਗਿਆ। ਚਲੋ ਜੀ, ਉਹ ਕਹਿੰਦਾ ਉਹਦੀ ਫਿਰ ਇੱਕ ਇਹ ਵੀ ਨਿਸ਼ਾਨੀ ਸੀ, ਮੈਂ ਉਦੋਂ ਆਖਿਆ ਸੀ ਇਸ਼ਤਿਹਾਰ ਵਿੱਚ ਉਹ 3 को 4 ਕਰੇਗਾ। ਉਦੋਂ ਸਮਝ ਨਹੀਂ ਸੀ ਆਏ, ਹੁਣ ਸਮਝ ਆ ਗਈ ਕਿ ਉਹ 3 ਲੜਕਿਆਂ ਤੋਂ 4ਥੇ ਨੰਬਰ ਤੇ ਹੋਵੇਗਾ ਤੇ ਉਹ ਆ ਕੇ 4 ਦੀ ਤਾਦਾਦ ਕਰ ਦੇਗਾ। ਇਹ ਉਹ ਲੜਕਾ ਹੈ। ਇਹਨੂੰ ਜਨਾਬ ਉਹਨੇ ਜਦੋਂ ਪੈਦਾ ਹੋਇਆ ਤੇ ਇਹਨੂੰ ਉਹਨੇ ਮੁਸਲਿਮ ਕਰਾਰ ਦੇਣਾ ਸ਼ੁਰੂ ਕਰ ਦਿੱਤਾ। ਇਹ ਬੱਚਾ ਜਦੋਂ 8 ਸਾਲ ਦਾ ਹੋਇਆ ਨਾ, ਤੇ ਇਹਦੀ ਸ਼ਾਦੀ ਕੀਤੀ 2.5 ਸਾਲ ਦੀ ਬੱਚੀ ਨਾਲ। ਥੋੜਾ ਬਿਮਾਰ ਵੀ ਰਹਿੰਦਾ ਸੀ, ਖੁਜਕਿਆ ਵੀ ਰਹਿੰਦਾ ਸੀ। ਤੇ ਇਹਨੂੰ ਥੋੜਾ ਡਾਊਟ ਵੀ ਆਇਆ ਸੀ ਜਦੋਂ ਇਹ ਬਿਮਾਰ ਸ਼ਮਾਰ ਹੋਇਆ 2-3 ਵਾਰੀ, ਤੇ ਇਹਨੇ ਆਖਿਆ ਪਤਾ ਨਹੀਂ ਬਚਦਾ ਕਿ ਮਰਦਾ। ਲੇਕਿਨ ਇਨ ਦਾ ਐਂਡ ਜਦੋਂ 8 ਸਾਲ ਦਾ ਹੋਇਆ ਤੇ ਉਹਦੀ ਸ਼ਾਦੀ ਵੀ 2.5 ਸਾਲ ਦੀ ਬੱਚੀ ਨਾਲ ਕਰ ਦਿੱਤੀ। ਇਹ ਵੀ ਨਾਬਾਲਗ ਤੇ ਬੱਚੀ ਵੀ ਨਾਬਾਲਗ। ਤੇ ਜਿਸ ਦਿਨ ਸ਼ਾਦੀ ਕੀਤੀ, ਸ਼ਾਦੀ ਤੋਂ 16ਵੇਂ ਦਿਨ ਇਹ ਬੱਚਾ ਵੀ ਮਰ ਗਿਆ, ਮੁਬਾਰਕ ਅਹਿਮਦ। ਸੁਣਦੇ ਪਏ ਗਿਆ ਥੋੜਾ 1907 ਵਿੱਚ 1907 ਦੇ ਸਤੰਬਰ ਦੇ ਮਹੀਨੇ 'ਚ ਮਰਿਆ। ਅਗਸਤ 'ਚ ਇਹਦੀ ਸ਼ਾਦੀ ਹੋਈ ਤੇ 16 ਦਿਨ ਬਾਅਦ ਸਤੰਬਰ ਦੀ ਕਿਸੇ ਤਰੀਕ ਨੂੰ ਉਹ ਬੱਚਾ ਮਰ ਗਿਆ, ਮੁਬਾਰਕ ਅਹਿਮਦ। ਇੱਕ ਕਿਤਾਬ ਲਿਖੀ ਹੈ ਸੀਰਤ ਅੰਮਾ ਜਾਨ, ਰਾਜਾ ਅਬਦੁਲ ਹਫੀਜ਼ ਦਾ ਨਾਮ ਇਹਨਾਂ ਦਾ ਰਾਈਟਰ। ਉਹਨੇ ਆਖਿਆ ਕਿ ਮਿਰਜ਼ਾ ਸਾਹਿਬ ਨੇ ਪਹਿਲੇ ਅਨਮੋਬਾਈਲ ਬਸ਼ੀਰ ਨੂੰ ਮੁਸਲਿਮ ਮੌਤ ਕਰਾਰ ਦਿੱਤਾ, ਉਹ ਮਰ ਗਿਆ। ਫਿਰ ਮੁਬਾਰਕ ਅਹਿਮਦ ਨੂੰ ਮੁਸਲਿਮ ਮੌਤ ਕਰਾਰ ਦਿੱਤਾ, ਉਹ ਵੀ ਮਰ ਗਿਆ। ਫਿਰ ਮਿਰਜ਼ਾ ਸਾਹਿਬ ਦਾ ਖਿਆਲ ਇਹ ਸੀ ਕਿ ਮੈਂ ਤੀਸਰੀ ਸ਼ਾਦੀ ਕਰਾਂਗਾ, ਉਹਦੇ 'ਚ ਉਹ ਬੱਚਾ ਪੈਦਾ ਹੋਵੇਗਾ। ਤੀਸਰੀ ਸ਼ਾਦੀ ਕੋਈ ਨਾ ਹੋਈ, ਉਹ ਤੀਸਰੀ ਔਰਤ, ਤੀਸਰੀ ਬੀਵੀ ਕੋਈ ਨਾ ਆ ਸਕੀ ਹੈ।
उन्हें क्या अब हमारे पास और कोई रास्ता ही नहीं बचता कि हम मिर्जा साहब की बाकी जो औलाद बच गई है उसमें से मऊद लड़का तलाश करें। इस तरीके नाल इन्होंने अच्छा खुद तलाश करें मिर्जे ने खुद क्या ना खुद तलाश किया है। मिर्जा साहब ने वो मुंडे दा ਇਹ ਜਿਹੜਾ ਬਸ਼ੀਰੁद्दीन महमूद अहमद ਇਹਨਾਂ ਨੇ ਬਾਅਦ ਚ ਮੁਸਲਿਮ ਮਊਦ ਬਣਾਇਆ ਨਾ, ਇਹਦਾ ਕਦੇ ਵੀ ਨਹੀਂ ਮਿਰਜ਼ਾ ਸਾਹਿਬ ਨੇ ਆਖਿਆ ਕਿ ਉਹ ਮੁਸਲਿਮ ਮਊਦ ਹੈ। ਇਹਨਾਂ ਨੇ ਜਿਸ ਵੇਲੇ ਖਲੀਫਾ ਬਣ ਗਿਆ ਤੇ ਇਹਨੇ ਡੰਡਾ ਖੁੰਡਾ ਚਲਾਉਣਾ ਸ਼ੁਰੂ ਕਰ ਦਿੱਤਾ, ਉਹ ਲੋਰੀਏ ਜਿਹੜੇ ਨੇ ਪਸਪਾ ਹੋ ਗਏ, ਇਹਦੇ ਨਾਲ ਮਰੀਦ ਚੋਖੇ ਲੱਗ ਗਏ, ਬਦਮਾਸ਼ੀ 1914 ਦੇ ਵਿੱਚ ਮਿਰਜ਼ਾ ਮਹਿਮੂਦ ਨੇ ਜਦੋਂ ਖਿਲਾਫਤ ਤੇ ਕਬਜ਼ਾ ਕਰਕੇ ਪਹਿਲੀ ਮਜਲਿਸ ਸ਼ੂਰਾ ਕੀਤੀ ਸੀ ਨਾ, ਉਹਦੇ 'ਚ ਉਹਨਾਂ ਨੇ ਇਹ ਸ਼ੋਸ਼ਾ ਛੱਡ ਦਿੱਤਾ ਸੀ ਕਿ ਮਿਰਜ਼ਾ ਮਹਿਮੂਦ ਸਾਹਿਬ ਵੀ ਮੁਸਲਿਮ ਮਊਦ ਹੈ। ਹਾਲਾਂਕਿ 1908 'ਚ ਕਹਿ ਚੁੱਕੇ ਸੀ ਕਿ ਸਾਡੇ ਤਿੰਨੇ ਭਰਾਵਾਂ 'ਚ ਕੋਈ ਨਹੀਂ ਆਇੰਦਾ ਕਦੀ ਪੈਦਾ ਹੋਏਗਾ। ਅਸਲ ਗੱਲ ਹੈ ਕਿ ਮਿਰਜ਼ਾ ਮਹਿਮੂਦ ਵੀ ਮਿਰਜ਼ਾ ਸਾਹਿਬ ਦੇ ਇੱਕ ਇਸ਼ਾਰੇ ਦੀ ਮਾਰ ਸੀ। ਮਿਰਜ਼ਾ ਸਾਹਿਬ ਬਸ ਉਹਦੇ ਉੱਤੇ ਇੱਕ ਦਫਾ ਕਹਿ ਦਿੰਦੇ ਕਿ ਇਹ ਮੁਸਲਿਮ ਮਊਦ ਹੈ ਤੇ ਉਹਦਾ ਵੀ ਕੰਮ ਹੋ ਜਾਣਾ ਸੀ। ਇਹਦੀ ਬੁੱਤੀ ਖਿੱਚੀ ਜਾਣੀ ਸੀ। ਗੱਲ ਠੀਕ ਹੈ। ਦੋ ਅੱਗੇ ਮਰੇ ਨੇ, ਇੱਕ ਇਹਦਾ ਬਸ਼ੀਰੁद्दीन महमूद ਅਹਿਮਦ ਦੇ ਘਰ ਮੁੰਡਾ ਪੈਦਾ ਹੋਇਆ ਸੀ, ਮਿਰਜ਼ਾ ਨਸੀਰ ਉਹਦਾ ਨਾਂ ਸੀ। ਉਹਨੂੰ ਵੀ ਮਿਰਜ਼ਾ ਸਾਹਿਬ ਨੇ ਨਾਫਲਾ ਕਰਾਰ ਦਿੱਤਾ ਤੇ ਆਖਿਆ ਪਾਂਚਵਾਂ ਲੜਕਾ ਮੈਨੂੰ ਖੁਦਾ ਨੇ ਆਖਿਆ ਪਾਂਚਵਾਂ ਦਿਆਂਗਾ, ਤੇ ਉਹ ਵੀ ਮਰ ਗਿਆ, ਉਹਦਾ ਵੀ ਕੰਮ ਹੋ ਗਿਆ। ਜਿਹਦਾ ਮਿਰਜ਼ਾ ਸਾਹਿਬ ਨੇ ਉਂਗਲ ਰੱਖੀ ਜਿਹਦੇ ਤੇ ਮਰ ਜਾਂਦਾ ਸੀ। ਤੇ ਇਹ ਜਿਹੜਾ ਸੀ ਚੌਹਾਨ ਸਾਹਿਬ ਦੀ ਗੱਲ ਠੀਕ ਹੈ ਕਿ ਅਗਰ ਇਹਨੂੰ ਵੀ ਮਿਰਜ਼ਾ ਸਾਹਿਬ ਕਰਾਰ ਦਿੰਦੇ ਨਾ ਕਿ ਇਹ ਉਹ ਮੁੰਡਾ ਹੈ, ਇਹਨੇ ਮਰ ਜਾਣਾ ਸੀ, ਬਚਣਾ ਇਹਨੇ ਨਹੀਂ ਸੀ। ਕਿਉਂਕਿ ਜਿਹੜਾ ਬਸ਼ੀਰ ਅਵਲ ਸੀ ਨਾ, ਉਹਦੀ ਵਫਾਤ ਦੇ ਬਾਅਦ ਜਦੋਂ ਰੌਲਾ ਪਿਆ ਸੀ ਕਿ ਮਿਰਜ਼ਾ ਸਾਹਿਬ ਨੂੰ ਥੋੜੇ ਜਿਹੇ ਨਾ एहतियात बरती उन्होंने, मिर्जा महमूद जो पैदा किया, उन्होंने कहा अभी तक हम पर इंकशाफ नहीं हुआ कि यही वो है, जब कभी इंकशाफ होगा तो फिर दसांगे। ਉਹਦੀ ਵਜ੍ਹਾ ਨਾਲ ਮਿਰਜ਼ਾ ਮਹਿਮੂਦ ਬਚ ਗਿਆ। ਹਾਂਜੀ ਬਿਲਕੁਲ ਹਾਂਜੀ। ਇਹਦੇ ਬਾਰੇ ਉਹਨਾਂ ਨੇ ਇਹ ਹੀ ਆਖਿਆ ਕਿ ਇਹਦੇ ਬਾਰੇ ਮੈਨੂੰ ਪਤਾ ਨਹੀਂ, ਕਦੇ ਵੀ ਨਹੀਂ ਇਹਨੂੰ ਮੁਸਲਿਮ ਮਊਦ ਕਰਾਰ ਦਿੱਤਾ। ਇਹ ਕੋਈ ਵੀ ਤੁਹਾਡੇ ਸਾਹਮਣੇ ਬੰਦਾ ਆਵੇ ਨਾ, ਉਹਨੂੰ ਸਿਰਫ ਇੱਕ ਹੀ ਸਵਾਲ ਰੱਖ ਛੜੋ ਵੀ ਤੁਸੀਂ ਮਿਰਜ਼ਾ ਸਾਹਿਬ ਦੀ ਉਹ ਤਹਿਰੀਰ ਦੱਸ ਛੜੋ ਜਿਸ ਤਹਿਰੀਰ 'ਚ ਉਹਨਾਂ ਨੇ ਇਹਨੂੰ ਮੁਸਲਿਮ ਮਊਦ ਕਰਾਰ ਦਿੱਤਾ। ਉਹਨਾਂ ਤੇ ਦਿੱਤਾ ਨਹੀਂ। ਉਹ ਜਿਹੜੇ 10 ਬੰਦੇ ਨੇ ਜਿਨ੍ਹਾਂ ਨੂੰ ਉਹ ਇਸ਼ਤਿਹਾਰ ਛਾਪ ਕੇ ਮੈਂ ਤੁਹਾਨੂੰ ਦੱਸਣਾ ਮਾਰਚ ਵਾਲਾ ਕਾਪੀਆਂ ਸੈਂਡ ਕੀਤੀਆਂ ਨੇ, ਉਹ ਮਰ ਗਏ, ਉਹਨਾਂ ਦੀਆਂ ਅਰਥੀਆਂ ਸੜ ਗਈਆਂ, ਉਹ ਜਿਹੜੀਆਂ ਲਾਸ਼ਾਂ ਜਿਹੜੀਆਂ ਨੇ ਸਾੜ ਕੇ ਉਹਨਾਂ ਨੇ ਉਹ ਬਹਾ ਦਿੱਤੀਆਂ ਗੰਗਾ ਮਈਆ 'ਚ ਤੇ ਉਹ ਰੁੜ ਗਈਆਂ। ਲੇਕਿਨ ਉਹ ਮੁੰਡਾ ਮਿਰਜ਼ਾ ਸਾਹਿਬ ਨੇ ਕਦੇ ਵੀ ਉਹਨਾਂ ਦੇ ਅੱਗੇ ਪੇਸ਼ ਨਹੀਂ ਕੀਤਾ। ਬਲਕਿ ਮਿਰਜ਼ਾ ਮਹਿਮੂਦ ਸਾਹਿਬ ਦੇ ਮੁਤਲਕ ਜਾਂ ਮਿਰਜ਼ਾ ਸ਼ਰੀਫ ਅਹਿਮਦ ਦੇ ਮੁਤਲਕ ਜਾਂ ਬਸ਼ੀਰ ਅਹਿਮਦ ਜਿਹੜਾ ਸੀ ਬੇਟਾ ਉਹਨਾਂ ਦਾ, ਇਹਨਾਂ ਤਿੰਨਾਂ ਦੇ ਮੁਤਲਕ ਉਹਨਾਂ ਨੇ ਕਦੀ ਵੀ ਨਹੀਂ ਕਿਹਾ ਕਿ ਇਹ ਉਹ ਪਿਸਰੇ ਮਊਦ ਨੇ, ਕਿਉਂਕਿ ਅਗਰ ਤਿੰਨਾਂ ਦੇ ਵਿੱਚੋਂ ਕਿਸੇ ਤੇ ਵੀ ਉਹ ਉਂਗਲੀ ਰੱਖ ਦਿੱਤੇ ਤੇ ਉਹ ਉਹਨਾਂ ਦਾ ਕੰਮ ਹੋ ਜਾਣਾ ਸੀ। ਦੂਸਰੀ ਗੱਲ ਹੈ ਕਿ ਮਿਰਜ਼ਾ ਸਾਹਿਬ ਨੇ ਖੁਦ ਕਹਿਤਾ ਕਿ ਮੈਂ ਅਗਰ ਕਿਸੇ ਬੱਚੇ ਤੇ ਉਂਗਲੀ ਵੀ ਰੱਖ ਦਿਆ ਨਾ ਕਿ ਇਹ ਮਿਸਰੇ ਮਊਦ ਹੈ, ਫਿਰ ਵੀ ਮੇਰੀ ਗੱਲ ਦਾ ਕੋਈ ਇਤਬਾਰ ਨਹੀਂ ਹੈ, ਇਸ ਵਜ੍ਹਾ ਨਾਲ ਕਿ ਇਲਹਾਮ ਇਲਾਹੀ ਤੁਹਾਨੂੰ ਪੇਸ਼ ਕਰਨਾ ਪਏਗਾ। क्योंकि अपने मुखालिफिन को बार बार कहते रहने कि तुम पर खाना हराम है, तुम पर झूठों वाली लानत, अगर वो इल्हाम ना पेश करो जिसमें किसी बच्चे की निशानदेही की गई है। तो यानी मिर्जा साहब ने भी किया कि मेरे कहने नाल भी कोई फर्क नहीं पैंदा, अगरचे मिर्जा महमूद ने नहीं किया कभी भी। जब तक कहते मैं इल्हाम ना पेश करा, अगर मैं अपने जाती इज्तिहाद नाल कुछ कह भी देवां तो कोई वड्डी गल नहीं। इसे ही तरह जड़ा ऐसे ना मुंशी सादुल्ला लुधियानवी, ਉਹਦੇ ਬਾਰੇ ਮਿਰਜ਼ਾ ਸਾਹਿਬ ਨੇ ਜਿਹੜਾ ਇਲਹਾਮ ਪੇਸ਼ ਕੀਤਾ ਸੀ ਨਾ, ਇੰਨਾ ਸ਼ਾਨ ਯਾ ਕਹੋ ਵਲ ਅਬਤਰ, ਇਹਦਾ ਇਲਹਾਮ ਦੀ ਤਸ਼ਰੀਹ ਮਿਰਜ਼ਾ ਸਾਹਿਬ ਨੇ ਕਦੇ ਵੀ ਇਹ ਨਹੀਂ ਕੀਤੀ ਕਿ ਇਹਦੀ ਔਲਾਦ ਨਹੀਂ ਹੋਏਗੀ। ਲੇਕਿਨ ਇਹਨਾਂ ਨੇ ਬਾਅਦ ਵਿੱਚ ਜਿਸ ਵੇਲੇ ਮੁਨਸ਼ੀ ਸਾਦੁੱਲਾ ਲੁਧਿਆਣਵੀ ਫਰਵਰੀ 1907 ਚ ਫੌਤ ਹੋ ਗਿਆ ਤੇ ਇਹਨਾਂ ਨੇ ਮਈ ਦੇ ਮਹੀਨੇ ਚ ਹਕੀਕਤ ਅਲ-ਵਹੀ ਲਿਖੀ, ਤੇ ਉੱਥੇ ਵੀ ਮਿਰਜ਼ਾ ਸਾਹਿਬ ਨੇ ਇਹਦਾ ਮਹੀਨਾ ਨਹੀਂ ਲਿਖਿਆ ਇਸ ਇਲਹਾਮ ਦਾ। ਲੇਕਿਨ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਕਿ ਉਹ ਮੁਨਸ਼ੀ ਸਾਦੁੱਲਾ ਲੁਧਿਆਣਵੀ ਦਾ ਜਿਹੜਾ ਮੁੰਡਾ ਹੈ ਉਹ ਬਲਾਵਲ ਭੁੱਟੋ ਆ ਰਹੇ, ਉਹਦੇ ਬੱਚਾ ਨਹੀਂ ਹੋ ਸਕਦਾ, ਤੇ ਮਿਰਜ਼ਾ ਸਾਹਿਬ ਨੇ ਇਹਦੀ ਤਸ਼ਰੀਹ ਕਰਨੀ ਸ਼ੁਰੂ ਕਰਤੀ। ਇੰਨਾ ਸ਼ਾਨਿਆ ਕਹੋ ਵਾਲਾ ਅਬਤਰਦਾ ਹੈ ਮੈਨੇ ਕਿ ਮੇਰੇ ਤੇ ਮੈਨੇ ਖੁੱਲ ਗਏ ਨੇ ਕਿ ਔਲਾਦ ਨਹੀਂ ਹੋਏਗੀ ਇਹਦੇ ਘਰ, ਸਾਦੁੱਲਾ ਲੁਧਿਆਣਵੀ ਦੇ ਘਰ। ਤੇ ਅਗਰ ਹੋ ਜਾਂਦੀ ਨਾ, ਫਰਜ਼ ਕਰ ਲਓ ਮੌਜਜ਼ਤਨ ਖਾਰਕ ਆਦਤ ਦੇ ਤੌਰ ਤੇ ਬੱਚਾ ਹੋ ਜਾਂਦਾ, ਤੇ ਮਿर्जा साहब ने यही कहना सी कि वो इल्हाम पेश करो, अगर हमने जाती इज्तिहाद से कोई बात कर भी दी है तो तुम्हारा खाना हराम है, तुम पर लानत है, तुम पर, तुम अगर इल्हाम ना पेश करो। ये तो हमारा जाती इज्तिहाद था ना। बिल्कुल हाँ, जाती इल्हाम। दूसरे कि तुसी हुणे एक गल कही सी
ਕਿ ਕਿਸੇ ਨੇ ਲਿਖਿਆ ਸੀ ਬਾਅਦ ਦੇ ਵਿੱਚ ਕਿ ਹमें खुद ही ढूंढना पड़ेगा वो बच्चा। ਹਾਂ, ਇਹ ਕਿੱਥੇ ਲਿਖੀ ਹੈ ਸੀ ਗੱਲ? ਸੀਰਤ ਅੰਮਾ ਜਾਨ ਜਿਹੜੀ ਕਿਤਾਬ ਨਹੀਂ ਲਿਖੀ, ਅੱਛਾ ਹਾਂ ਹਾਂ ਠੀਕ ਹੈ, ਉਹਦੇ ਚ ਠੀਕ ਹੈ। ਹਾਂ ਇਹ ਬੜਾ ਅੱਛਾ ਪੁਆਇੰਟ, ਸਾਨੂੰ ਹੁਣ ਆਪੇ ਕੁਝ ਕਰਨਾ ਪਏਗਾ। ਜੰਬਾ ਸਾਹਿਬ ਦੇ ਹੱਕ ਵਿੱਚ ਜਾ ਰਿਹਾ ਹੈ ਹਵਾਲਾ ਵੈਸੇ। ਹਾਂਜੀ, ਇਹ ਫਿਰ ਹਮਜ਼ਾ ਭਾਈ, ਇਹ ਜਿਹੜੇ ਨਾ ਮੁਸਲਿਮ ਮਊਦ, ਇਹ ਅਬਦੁੱਲਾ ਆਥਮ ਮਰ ਗਿਆ, ਮਾਸਟਰ ਮੁਰਲੀਧਰ ਮਰ ਗਿਆ, ਲੇਖਰਾਮ ਮਰ ਗਿਆ, ਉਹ ਇੰਦਰਮਨ ਮੁਰਾਦਾਬਾਦੀ ਮਰ ਗਿਆ, ਸਾਰੇ ਮਰ ਗਏ ਜਿਨ੍ਹਾਂ ਨੂੰ ਇਸ਼ਤਿਹਾਰ ਹੋ ਰਿਹਾ। ਉਹਨਾਂ ਦੀਆਂ ਮੈਂ ਦੱਸਿਆ ਲਾਸ਼ਾਂ ਨੂੰ ਸਾੜ ਕੇ ਨਾ ਤੇ ਸੋਹਾ ਵੀ ਗੰਗਾ ਚ ਬਹਾ ਦਿੱਤੀ। ਤੇ ਇਹ 1995 ਚ ਆ ਕੇ ਤੇ ਉਹ ਮੁਸਲਿਮ ਮਊਦ ਜ਼ਾਹਿਰ ਹੋਇਆ ਜਿਹਦਾ ਨਾਮ ਅਬਦੁਲ ਵਫਾਕ ਜੰਬਾ ਸਾਹਿਬ। ਇਹ ਉਹ ਮੁਸਲਿਮ ਮਊਦ ਜੇ 1995 ਚ ਕਹਿੰਦੇ ਹੈ।